ਗੁਰੂ ਸਾਹਿਬ ਜੀ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕਉ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੌੜੀ ਬੈਰਾਗਣ ਰਵਿਦਾਸ ਜੀਓ ਘਟ ਅਵ ਘਟ ਡੂੰਗਰ ਘਣਾ ਇਕ ਨਿਰਗੁਣ ਬੈਲ ਹਮਾਰ ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਕੋ ਬਣਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਕੋ ਬਣਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਰਹਾਉ ਹਉ ਬਣਜਾਰੋ ਰਾਮ ਕੋ ਸਹਿਜ ਕਰੂੰ ਵਿਆਪਾਰ। ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ। ਉਰ ਵਾਰ ਪਾਰ ਕੇ ਦਾਨੀਆਂ ਲਿਖ ਲੇਵੋ ਆਲ ਪਤਾਲ। ਮੋਹਿ ਜਾਮ ਡੰਡ ਨ ਲਾਗਈ ਤਜੀਲੇ ਸਰਬ ਜੰਜਾਲ। ਜੈਸਾ ਰੰਗ ਕੁਸੰਭ ਕਾ ਤੈਸਾ ਏ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ। ਜੈਸਾ ਰੰਗ ਕੁਸੁੰਭ ਕਾ ਤੈਸਾ ਏ ਸੰਸਾਰ। ਮੇਰੀ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਤੇ ਅਨੇਕਾਂ ਗੁਰੂ ਕੇ ਸਿੱਖ ਪਿਆਰੇ ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਨੂੰ ਸਮਰਪਿਤ ਇਹ 2 ਰੋਜ਼ਾ ਗੁਰਮਤਿ ਸਮਾਗਮ ਜਿਸ ਦੇ ਪਹਿਲੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਮੇਰੇ ਤੋਂ ਪਹਿਲਾਂ ਆਪ ਜੀ ਨੇ ਬਹੁਤ ਪਿਆਰ ਨਾਲ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਸਤਿਗੁਰੂ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ। ਆਓ ਭਗਤ ਰਵਿਦਾਸ ਜੀ
ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਦਾ ਆਪਾਂ ਬੜੇ ਪਿਆਰ ਨਾਲ ਪਾਠ ਸਰਵਣ ਕੀਤਾ ਹੈ। ਜਿੱਥੇ ਆਪਾਂ ਸ਼ਬਦ ਦੀ ਵਿਚਾਰ ਸਾਂਝੀ ਕਰਨੀ, ਉੱਥੇ ਨਾਲ ਨਾਲ ਆਪਣਾ ਸਿੱਖ ਕੌਮ ਦਾ ਵਡਮੁੱਲਾ ਇਤਿਹਾਸ, ਜਿਨ੍ਹਾਂ ਨੇ ਸਾਡੇ ਲਈ ਬਹੁਤ ਵੱਡੇ ਪੂਰਨੇ ਪਾਏ ਨੇ, ਇੰਝ ਕਹਿ ਲਓ ਕਿ ਗੁਰਬਾਣੀ ਨੂੰ ਪ੍ਰੈਕਟੀਕਲ ਜ਼ਿੰਦਗੀ ਵਿੱਚ ਜਿਉ ਕੇ ਵਿਖਾਇਆ ਹੈ ਕਿ ਜ਼ਿੰਦਗੀ 'ਚ ਜਿੰਨੇ ਮਰਜ਼ੀ ਉਤਰਾਅ ਚੜ੍ਹਾਅ ਆਉਣ, ਪਰ ਆਪਣੇ ਹੌਸਲੇ ਬੁਲੰਦ ਕਿਵੇਂ ਰੱਖਣੇ ਨੇ, ਇਹ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਸਭ ਤੋਂ ਵੱਡੀ ਮਿਸਾਲ ਹੈ ਉਹਨਾਂ ਦੇ ਜੀਵਨ ਦੀ ਕਿ ਉਮਰਾਂ ਭਾਵੇਂ ਛੋਟੀਆਂ ਨੇ, ਪਰ ਸਿਆਣਪ ਸੂਝ ਜਦੋਂ ਉਹਨਾਂ ਦੇ ਜੀਵਨ ਵਿੱਚ ਵੇਖੀ ਜਾਂਦੀ ਹੈ ਤਾਂ 90-90, 80-80 ਸਾਲ ਦੇ ਮਨੁੱਖ ਵੀ ਉਹਨਾਂ ਦੀ ਸਿਆਣਪ ਅੱਗੇ ਫੇਲ ਨੇ। ਇਹ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਤਿਆਰੀ, ਉਹਨਾਂ ਦੀ ਪਰਵਰਿਸ਼, ਉਹਨਾਂ ਨੂੰ ਕਿੱਦਾਂ ਸਿੱਖਿਆ ਦਿੱਤੀ ਗਈ, ਕਿੱਦਾਂ ਉਹਨਾਂ ਨੂੰ ਸੰਸਕਾਰ ਦਿੱਤੇ ਗਏ, ਇਹ ਅਜੋਕੀ ਪੀੜ੍ਹੀ ਨੂੰ, ਪਰਿਵਾਰਾਂ ਨੂੰ ਸਿੱਖਿਆ ਲੈਣ ਦੀ ਲੋੜ ਹੈ। ਆਓ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਜਿੱਥੇ ਆਪਾਂ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਨੂੰ ਸਮਝਣਾ ਹੈ, ਉੱਥੇ ਨਾਲ ਨਾਲ ਉਹਨਾਂ ਮਹਾਨ ਯੋਧਿਆਂ ਦੇ ਪਾਏ ਹੋਏ ਪੂਰਨੇ, ਉਹਨਾਂ ਦੀ ਦ੍ਰਿੜਤਾ, ਉਹਨਾਂ ਦੇ ਜ਼ਿੰਦਗੀ ਦੇ ਜਿਉਣ ਦੇ ਜਿਹੜੇ ਉਹਨਾਂ ਸਾਨੂੰ ਇਹ ਸੋਹਣੇ ਸੁੰਦਰ ਅਸੂਲ ਬਖਸ਼ਿਸ਼ ਕੀਤੇ ਨੇ, ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰਨਾ ਹੈ, ਆਓ ਰਲ ਕੇ ਵਿਚਾਰਾਂ ਸਾਂਝੀਆਂ ਕਰੀਏ। ਕੋਈ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਜਿਵੇਂ ਭਾਈ ਸਾਹਿਬ ਹੁਣਾਂ ਪਹਿਲਾਂ ਬੇਨਤੀ ਕਰ ਹੀ ਦਿੱਤੀ ਹੈ ਕਿ ਸੇਵਾ ਕਰਨ ਵਾਲੇ ਵੀਰ ਬਾਹਰ ਰਹਿਣ, ਬਾਕੀ ਸਾਰੇ ਅੰਦਰ ਆਣ ਕੇ ਆਪਾਂ ਪੰਡਾਲ ਵਿੱਚ ਬੈਠੀਏ ਅਤੇ ਤਾਂ ਕਿ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਈਏ। ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਅਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਆਓ ਰਲ ਕੇ ਇੱਕ ਵਾਰੀ ਸ਼ਬਦ ਦੀਆਂ ਤੁਕਾਂ ਦਾ ਪਾਠ ਕਰ ਲਈਏ, ਤਾਂ ਕਿ ਸਾਡਾ ਜਿਹੜਾ ਮਨ ਹੈ ਇਹ ਸ਼ਬਦ ਇਤਿਹਾਸ ਨੂੰ ਸਮਝਣ ਲਈ ਤਿਆਰੀ ਵਿੱਚ ਆ ਸਕੇ, ਕਿਉਂਕਿ ਮਨ ਵੀ ਤਾਂ ਵਿਚਾਰਾਂ ਦਾ ਸਮੂਹ ਹੈ। ਵਿਚਾਰਾਂ ਦੇ ਸਮੂਹ ਨੂੰ ਮਨ ਕਹਿੰਦੇ ਨੇ। ਵਿਚਾਰ ਜਿਹੜੇ ਨੇ ਚੰਗੇ ਨੇ ਅਤੇ ਮਨ ਚੰਗਾ ਹੈ, ਜੇ ਵਿਚਾਰ ਮਾੜੇ ਨੇ ਅਤੇ ਮਨ ਮਾੜਾ ਹੈ। ਜਿਹਨੂੰ ਆਪਾਂ ਕਈ ਵਾਰੀ ਕਹਿੰਦੇ ਨਾ, ਮੇਰਾ ਹੁਣ ਮਨ ਉਹਦੇ ਨਾਲ ਮਿਲਦਾ ਨਹੀਂ, ਉਹਦਾ ਮਤਲਬ ਇਹ ਹੈ ਵੀ ਮੇਰੇ ਹੁਣ ਉਹਦੇ ਨਾਲ ਵਿਚਾਰ ਮਿਲਦੇ ਨੇ। ਅਤੇ ਤੋਂ ਸਮਝ ਆ ਗਈ ਵੀ ਵਿਚਾਰ, ਮਨ ਵਿਚਾਰ ਹੀ ਹੈ। ਅਤੇ ਸਾਰਾ ਗੁਰੂ ਗ੍ਰੰਥ ਸਾਹਿਬ ਵਿਚਾਰ ਹੈ। ਗੁਰੂ ਗ੍ਰੰਥ ਸਾਹਿਬ ਦਾ ਜਿੰਨਾ ਵੀ ਗਿਆਨ ਹੈ, ਕਾਵਿ ਰੂਪ ਦੇ ਵਿੱਚ ਕੀ ਹੈ? ਵਿਚਾਰ। ਸਿੱਖ ਗੁਰੂ ਕੋਲ ਕੀ ਲੈਣ ਆਉਂਦਾ ਹੈ? ਵਿਚਾਰ, ਉਪਦੇਸ਼, ਸਿੱਖਿਆ। ਬਾਕੀ ਸਿੱਖਿਆ ਲੈਣ ਦੇ ਨਾਲ ਆ ਸਭ ਚੀਜ਼ਾਂ ਜੁੜੀਆਂ ਹੋਈਆਂ ਨੇ। ਲੰਗਰ ਬਣਾਉਣਾ, ਲੰਗਰ ਵਰਤਾਉਣਾ, ਝਾੜੂ ਲਾਉਣੇ, ਪੋਚੇ ਲਾਉਣੇ, ਜੋੜਿਆਂ ਦੀ ਸੇਵਾ, ਇਹ ਚੀਜ਼ਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ। ਪਰ ਮੇਨ ਕੰਮ ਕੀ ਹੈ? ਮੈਂ ਇੱਥੋਂ ਗੁਰੂ ਕੋਲੋਂ ਸ਼ੁਭ, ਬੋਲੋ ਜੀ, ਵਿਚਾਰ ਲੈਣਾ। ਅੱਛਾ, ਜੇ ਮੈਂ ਵਿਚਾਰ ਲੈ ਕੇ ਨਹੀਂ ਜਾਂਦਾ, ਵਿਚਾਰ ਮੈਂ ਆਪਣੇ ਰੱਖਦਾ, ਫਿਰ ਇਹ ਮੇਰੇ ਜਿੰਨੇ ਵੀ ਕੰਮ ਕੀਤੇ ਹੋਏ ਨੇ ਇਹ ਸਰੀਰ ਦੇ ਤਲ ਉੱਪਰ ਠੀਕ ਨੇ, ਬਾਕੀ ਮੈਂ ਕੰਮ ਆਪਣੇ ਮਨ ਮਰਜ਼ੀ ਨਾਲ ਕਰਦਾ ਪਿਆ। ਜੇ ਮੈਂ ਵਿਚਾਰ ਗੁਰੂ ਕੋਲ ਲੈ ਜਾਣਾ, ਇਹਨੂੰ ਕਹਿੰਦੇ ਸੋਨੇ 'ਤੇ ਸੁਹਾਗਾ ਹੋਣਾ। ਵਿਚਾਰ ਵੀ ਗੁਰੂ ਵਾਲੇ, ਮੈਂ ਵਿਚਾਰ ਵੀ ਗੁਰੂ ਵਾਲੇ ਲੈ ਕੇ ਜਾ ਰਿਹਾ ਅਤੇ ਨਾਲ ਮੈਂ ਸੇਵਾ ਵੀ ਕਰ ਰਿਹਾ, ਨਾਲ ਮੈਂ ਝਾੜੂ ਪੋਚੇ ਵੀ ਲਾ ਰਿਹਾ, ਨਾਲ ਮੈਂ ਕੰਮ ਵੀ ਕਰ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਵਿਚਾਰਾਂ ਜੇ ਨਹੀਂ ਲਈਆਂ ਤਾਂ ਬਾਕੀ ਕੀਤੇ ਹੋਏ ਕੰਮ ਜਿਹੜੇ ਨੇ ਉਹ ਸਫਲ ਨਹੀਂ। ਠੀਕ ਹੈ, ਪਰ ਮੇਨ ਗੱਲ ਤਾਂ ਆਉਣਾ ਕਿ ਮੈਂ ਬਾਹਰੋਂ ਸੇਵਾ ਵੀ ਕਰੀ ਜਾਊਂ, ਝਾੜੂ ਪੋਚੇ ਵੀ ਲਾਈ ਜਾਊਂ, ਅਤੇ ਹੋ ਸਕਦਾ ਮੇਰੇ ਕੋਲ ਮਨ ਦਾ ਖੇੜਾ ਹੋਵੇ ਹੀ ਨਾ। ਮੈਂ ਆਪ ਅੰਦਰੋਂ ਅਪਸੈਟ ਹੋਵਾਂ, ਆਪ ਅੰਦਰੋਂ ਦੁਖੀ ਹੋਵਾਂ, ਆਪ ਅੰਦਰੋਂ ਆਵਾਜ਼ਾਰ ਹੋਵਾਂ। ਤੋ ਜਦੋਂ ਅੰਦਰੋਂ ਆਵਾਜ਼ਾਰ ਹੋਏਗਾ ਤਾਂ ਇਹ ਸਾਰੇ ਕੀਤੇ ਹੋਏ ਕੰਮ ਸਰੀਰ ਦੇ ਤਲ ਉੱਪਰ ਹੋਣਗੇ, ਜਿਹਨੂੰ ਸਤਿਗੁਰ ਨੇ ਬਾਣੀ 'ਚ ਇੰਝ ਲਿਖਿਆ, ਕਰਮੀ ਸਹਿਜ ਨਾ ਉਪਜੈ। ਕਰਮੀ ਮੀਨਿੰਗ ਸਰੀਰ ਦੇ ਤਲ ਉੱਪਰ ਕੀਤੇ ਹੋਏ ਕਰਮਾਂ ਨਾਲ ਜ਼ਿੰਦਗੀ 'ਚ ਸਹਿਜ ਨਹੀਂ ਆਉਣਾ, ਜੇ ਉਹਨਾਂ ਕਰਮਾਂ ਵਿੱਚ ਮਨ ਸ਼ਾਮਲ ਨਹੀਂ ਹੈ। ਅਤੇ ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ। ਬਿਨਾਂ ਸਹਿਜ ਤੋਂ ਜ਼ਿੰਦਗੀ 'ਚੋਂ ਸਹਿਮ ਦੂਰ ਨਹੀਂ ਹੋਣਾ। ਨਹਿ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ
क्योंकि सहसे जियो मलीन है। हुण जे जियो मैला होऊ तो भरा ना भरा ने नहीं मिलना, दोस्त ने दोस्त नाल नहीं मिलना, समाज में असीं इकट्ठे नहीं रह पावांगे। सहसे जियो मलीन है। तो महाराज पुछिए कि तो संयम धोता जाए, इनू धोईए काहदे नाल? कहंदे मन धोवो शब्द लागो। अड़ आपां काम कर रहे हुण, मन नूं काहदे नाल धोना है? बोलो जी, शब्द नाल। हुण किड्डी प्यारी गल है, देखो कड़ी ना कड़ी जुड़ गई ना, तो मन भी तो शब्द ही है, तो शब्द नाल ही इनू धोना है। जानी कि मैं जो गुरु कोलों शुभ विचार लेना तो किते एक अद्धी गल मेरे खाने पै गई, मत विच पै गई, तो मैं कर्म माड़े करने छड़ दिते, समझ लो मेरे मन की मैल लहनी शुरू हो गई। ये बाकी सब चीज़ां जुड़ियां हुई ने। वेखो एक विचार लैण लई किन्ना कुछ करना पैंदा है। प्रबंधक वीरां नूं जोड़ियां दी सेवा, चाह पानी की सेवा, लंगर, सारा कुछ जुड़िया होया उहदे नाल। पर जिवें जिवें स्कूल है, आपां बच्चे नूं स्कूल भेजदे आ, उत्थे पीण दा, उत्थे फुल्लां नूं पानी लाउणा, उत्थे सारा कुछ, ये सारा कुछ ठीक है, पर मेन स्कूल काहदे लई भला? बोलो हाँ जी, पढ़ाई लई। ते जे बच्चा क्लास तक पहुँचे ही ना, बाहर ही माली दे नाल हेल्प करा के गमलिਆਂ ਨੂੰ पानी पूनी पा के मोड़ आवे, दस्सिओ भला बच्चा साडा कदी क्लास विचों पास हो सकदा? बस इदां समझो। जिन्हां दे असीं महान दिन मना रहे हैं ना, जे सब तो छोटे साहिबजादे बाबा फतेह सिंह, सब तो छोटे, हुण सोच के वेखो, मैं विचों विचों पॉइंट लैने तां गल समझ पै जे। सब तो छोटे बाबा फतेह सिंह जे सूबे सरहंद दी कचहरी च एडी निडरता नाल जाके गल रख रहे ने, इहदा अर्थ तैयारी किड्डी वड्डी उन्हां दी। आम बंदे नूं तुसीं किते हौलदार, किते पुलिस मुलाजम सामने खड़ा कर दो ना, उन्होंने सामने गल नहीं आउंदी, लत्तां कंबण लग पैंदियां, दूजे नूं तूं गल कर। कई बंदे तुसीं वेखे ना, किसी अफसर के सामने जाके गल अपनी रख नहीं पाउंदे। आ तां अंदोलन की देन है कि साडे जवाक भी इंटरव्यू देण लग पे। इस अंदोलन विच वेखिआ साडीआं माईयां भी पत्रकारां दे नाल गल्लां बातां कर लग पईआं, साडे बजुर्ग भी। तो मैं गल बोली सी कथा विच कि पत्रकार तैयारी करके आउंदा है, तो जिन्हां गाड़ी माइक करदा उन्हां दी तैयारी कोई नहीं, उन्हां दे तजर्बे ही तैयारी आ। जिवें लिखिआ ना ट्रकां मगर अकल बदाम खाण नाल नहीं आउंदी, अकल धक्के खाण नाल आउंदी है। साडियां बजुर्गां ने, साडियां मावां ने, साडियां पुरखियां ने धक्के ही इन्ने खाधे भी, उन्हां धक्कियां विचों तजर्बे एडे कमाल दे हो गए भी उत्थे पत्रकार नूं भजना पैंदा सी, सवालां दे जवाब देण वाला निडर हो के उत्थे खलोता है। ये बेस इत्थों वज्जा कि साडे वास्ते पूरने पाउण वाले इहो जिहा इतिहास, इहो जिहियां विचारां सी साडे कोल, बेस इत्थों वज्जा। तो खैर आओ रल के पढ़ीए, फिर आपां विचार साझे करदे हां। शब्द पापा बड़े प्यार नाल पढ़िआ, को वणजारो राम को। वणजारे सारे ही आ दुनिया अंदर, शब्द वणजारा वरतिया इत्थे महाराज ने, भगत रविदास जी ने शब्द की वरतिया? वणजारा। वणजारा कौन हुंदा? पिंड दे बाहर वेखे ना कई वारी वो गड्डियां लैके आउंदे आ, नाल उन्हां दे कोई बाटियां नूं थल्ले भी लाउंदे आ, फलाणे पिंडों बलद खरीदिया दूजे पिंड वेच दित्ता। वणजारिਆਂ ਦਾ काम इहो ही हुंदा। तो जदों वणजारे आउंदे आ ना, वो एक पिंड दे बाहर किन्ने दिन रहिंदे आ, 5 दिन, हफ्ता, 2 हफ्ते, महीना, पर वो अपने दिमाग 'च एक पिक्चर बना के रखते हैं भी असीं इस पिंड विचों किसी ना किसी दिन चले जाना, साडा पिंड अपना नहीं। इदां रहिंदे आण के। इदां ही ये जिहड़ा जीव आ दुनिया ते की आया भला? वणजारा। वखरी गल आ, नेम प्लेट अपने नां दी ला लैंदा वा, पर यह भुल जांदा भी तेरे नां दी प्लेट जिहड़ी आ ना, ये किन्ने दिन रहनी भला? 70 साल, 90 साल, 50 साल तेरे मरन दी देर आ, तेरे नां दियां अगलियां प्लेटां भी ला देनियां। फिर पहला चिट्ठी तेरे नां ते आउंदी आ, थोड़ा समा बाद चिट्ठी मुड़ के तेरे जवाकां दे नां ते आउण लग पैनी है, बदल जानी है। ये भुल ही गया कि मैं इत्थे वणजारा वां, कहंदा मैं तो पक्का वां, मैं इत्थे मरना थोड़ा। जे इस खेड नूं समझ लवे ना बंदा, इस खेड नूं, फिर बंदा ठगियां नहीं मारेगा किसी नाल, बेईमानियां नहीं करेगा। कहेगा वणजारे नूं ठगी मार, वणजारा आंदा जदों मैं रहना ही नहीं इत्थे, तो मैं काम वो करके जावां कि लोग वणजारे नूं चेता करन। हुण एक बन्ने 90 साल का व्यक्ति, एक बन्ने 7 साल के बाबा फतेह सिंह। 90 साल के वणजारे उन्होंने कोई जानता नहीं, तो 7 साल के बाबा फतेह सिंह ऐसे वणजारे उन्होंने अज दुनिया भी जानती है।
क्योंकि वणजारे वणजा ऐसा किया ना, वणज करो वणजारे ओ वखर लियो संभाल, तैसी वस्त वसाई है जैसी निभ है नाल। सारे पढ़ो जी। को वणजारो राम को वणजारो राम को। वाह वाह, सारे पढ़ो जी सारे। इत्थे शब्द वरत्या वणजारे सारे ही आ, पर राम दा वणजारा कोई विरला ही आ। सारे रल के पढ़ो। को वणजारो राम को वणजारो राम को। मेरा टांडा ला दिया जाए रे, मेरा टांडा ला दिया जाए रे। मेरा टांडा ला दिया जाए रे, मेरा टांडा ला दिया जाए रे। काटिया व घट डूंगर कणा, काटिया व घट डूंगर कणा। एक निर्गुण बैल हमारो, एक निर्गुण बैल हमारो। वाह वाह। रमैये स्यों एक बेनती, रमैये स्यों एक बेनती। मेरी पूंजी राख मुरारो, मेरी पूंजी राख मुरारो। को वणजारो राम को वणजारो राम को। मेरा टांडा ला दिया जाए रे, मेरा टांडा ला दिया जाए रे। हाँ वणजारो राम को, हाँ वणजारो राम को। सहज करो व्यापार, सहज करो व्यापार। मैं राम नाम धन ला दिया, मैं राम नाम धन ला दिया। बिख लादी संसार, बिख लादी संसार। वाह वाह। बिख लादी संसार, बिख लादी संसार। को वणजारो राम को वणजारो राम को। मेरा टांडा ला दिया जाए रे, मेरा टांडा ला दिया जाए रे। और वार पार के दानिया, और वार पार के दानिया। वाह वाह। लिख लिहो आड़ पताल, लिख लिहो आड़ पताल। मोहे जाम डांड ना ला गई, मोहे जाम डांड ना ला गई। तजीले सर्ब जंजाल, तजीले सर्ब जंजाल।
जैसा रंग कुसुम का, जैसा रंग कुसुम का, तैसा ये संसार, तैसा ये संसार। मेरे रमैये रांग मजीठ का, मेरे रमैये रांग मजीठ का। कहो रविदास चमारो, कहो रविदास चमारो। को बणजारो राम को बणजारो राम को। मेरा टांडा ला दिया जाए रे, मेरा टांडा ला दिया जाए रे। कितना प्यारा बचन भगत रविदास जी की रसना तो उचारण किया होया आपां रल के सारिਆਂ ने गाया है। राग गौड़ी का यह शब्द है, 345 नंबर अंक है धन गुरु ग्रंथ साहब जी का। रहाओ दा बंद है को बणजारो राम को। कोई वणजारा है राम का? वणजारे सारे ही ने, पर कहते कोई है वणजारा राम का? वणजारा हुंदा जिहड़ा वपार करदा है। जिवें मान लो एक पिंड आउंदे ने, वो तुसीं वेखिओ कि फलाने इस पिंडों उन्होंने कोई बल्द खरीदिया, दूजे पिंड जाके वेच दिता, बाटियां नूं थल्ले लाते, कोई समान इत्थों लै लिया अगे जाके वेच दिता। सारे संसार ते लोग वणजारे ने। किसान भी इहो काम करदा, फसल बीजदा है, फसल वेचदा है, फिर पैसे आउंदे ने, फिर असीं पैसे किसी दुकान ते लैके जाने आ, उत्थों असीं सौदा लैके आउने आ, घर बनाउने आ, इट्टां लैके आउने आ। संसार ते इदां ही काम चलदा। असीं मੱਝਾਂ गावां रखियां ने, दुੱਧ हुंदा है, आपां दुੱਧ वेचदे आ, अगला सानूं पैसे दिंदा है, फिर आपां पैसे स्कूल वालिਆਂ ਨੂੰ देउने आ, साडे बच्चे स्कूल च पढ़दे ने, उस स्कूल वाला अगे पैसिਆਂ ਨੂੰ अगे। संसार ते हर बंदा इदां एक दूजे नाल जुड़िया होया है। ये तो हो गया संसार का वपार। पर इत्थे शब्द वरते को बणजारो राम को। कोई वणजारा है राम का? राम की आ? सच। हुण सच का वणजारा, राम का वणजारा बन लई सच्चे बनना पैना है। संसार ते जिहड़े बाकी वपार ने उन्हां 'च झूठ बोलिया जा सकता है, इत्थे ते सौदा सच दा भाई। हुण जिन्हां दे आपां दिन मना रहे हैं हैगे वो भी वणजारे ने, पर वणजारे सच दे ने। सच दे वणजारे होण करके अज उन्हां नूं असीं याद करदे हां। देखो हर साल आपां दिन मनाउने आ, दसंबर का महीना आउंदा है, जदों आपां 20-21 दसंबर तो लैके 28-29 दसंबर तक ये दिन चलते सारे मनाउने आपां। हुण मैं कदी कदी सोचदा इन्हां साखियां ने इतिहासां दा, जिन्ने भी इतिहास आपां पढ़दे विचारदे हां, इहदा साडी जिंदगी 'च मतलब की है। मान लो आपां आए, मैं तुहानूं साखी सुणाती, तुसीं सुण लई, साहिबजादा मतलब कोई इतिहास सुनाया तुसीं सुन लिया, कोई प्रचारक आया, हर साल आपां करदे हां, महीनियां चने गए इदां। हुण इहदा मेन मतलब की है कि जदों असीं अपनी जिंदगी जिउणी है, साडी जिंदगी जीउण विच उन्हां वर्गी दृढ़ता होवे, उन्हां वर्गा भरोसा होवे, उन्हां वर्गा विश्वास होवे। हुण गुरु गोबिंद सिंह महाराज जी दे चारे वेखो, भावें ये नहीं भी किसी का नां रखण नाल किसी ने गुरमुख हो जाना है। हुण मान लो बंदे का नाम गुरमुख होवे पर कोई मठी ना छड्डदा होवे, कोई देहधारी बाबा ना छड्डदा होवे, नावां नाल थोड़ा गल बनदी है। पर जदों असीं चारे साहिबजादियां दी गल करदे हां ना, उन्हां दे चारे नावां दे बड़े वड्डे अर्थ ने। ध्यान नाल सुणिओ इस गल नूं। गुरु गोबिंद सिंह महाराज दे चारे साहिबजादे जिहड़े आ, उन्हां दे 4 नाम ने। अजीत सिंह, ते अजीत का की अर्थ है? ना जित्या जाण वाला। अजीत का की अर्थ है? ना जित्या जाण वाला। हुण ये तो सी गुरु दे बिंदी पुत्र जिहड़े बिंद तो पैदा होए। हुण इहदा मतलब की संकेत की आ भी जिहड़ा भी गुरु का पुत्र बन के जिंदगी जीएगा ना, ये तो गुरु का अपना बिंदी पुत्र सी। ते वाਕਿਆ बिंदी पुत्र कमाल का पुत्र बनया कि अरदास का जदों असीं दूजा पहरा पढ़ते हैं
तो उस पैरे 'ਚ सब तो पहला 5 प्यारिਆਂ ਤੇ 4 ਸਾਹਿਬਜ਼ਾਦਿਆਂ ਦੀ ਗੱਲ ਆਉਂਦੀ ਹੈ। ਸਾਹਿਬਜ਼ਾਦੇ ਤਾਂ ਬਾਕੀ ਵੀ ਗੁਰੂਆਂ ਦੇ ਹੈਗੇ ਆ। ਗੁਰੂ ਨਾਨਕ ਸਾਹਿਬ ਦੇ 2 ਨੇ, ਗੁਰੂ ਅੰਗਦ ਸਾਹਿਬ ਜੀ ਦੇ 2 ਸਾਹਿਬਜ਼ਾਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਦੇ 2 ਸਾਹਿਬਜ਼ਾਦੇ ਨੇ, ਗੁਰੂ ਰਾਮਦਾਸ ਮਹਾਰਾਜ ਦੇ 3 ਸਾਹਿਬਜ਼ਾਦੇ ਨੇ, ਗੁਰੂ ਪੰਜਵੇਂ ਪਾਤਸ਼ਾਹ ਜੀ ਦਾ 1 ਸਾਹਿਬਜ਼ਾਦਾ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਫਿਰ ਅੱਗੇ 5 ਸਾਹਿਬਜ਼ਾਦੇ ਨੇ, ਗੁਰੂ ਹਰਰਾਏ ਪਾਤਸ਼ਾਹ ਜੀ ਦੇ ਅੱਗੇ ਸਾਹਿਬਜ਼ਾਦੇ ਨੇ, ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਆਜ ਜੋ ਛੋਟੀ ਸੀ ਅੱਗੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਆਉਂਦੀ ਹੈ, ਉਹਨਾਂ ਦਾ 1 ਸਾਹਿਬਜ਼ਾਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਿਰ ਅੱਗੇ 4 ਸਾਹਿਬਜ਼ਾਦੇ ਨੇ। ਪਰ ਅਰਦਾਸ ਵਿੱਚ 4 ਦਾ ਹੀ ਜ਼ਿਕਰ ਕਿਉਂ ਆਇਆ? ਮਤਲਬ ਸਾਨੂੰ ਕੋਈ ਪੁੱਛ ਲਵੇ ਵੀ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ, ਆਉਣਾ ਤਾਂ ਉਹਨਾਂ ਦਾ ਚਾਹੀਦਾ ਸੀ ਨਾ, ਇਹਨਾਂ ਦਾ ਕਿਉਂ ਆਇਆ? ਕਦੀ ਸੋਚ ਕੇ ਵੇਖੋ। ਸਾਹਿਬਜ਼ਾਦੇ ਤਾਂ ਬਾਕੀ ਵੀ ਗੁਰੂਆਂ ਦੇ ਹੈਗੇ ਸੀ। ਹੁਣ ਇਹ 4 ਸਾਹਿਬਜ਼ਾਦੇ, 4 ਸਾਹਿਬਜ਼ਾਦਿਆਂ ਨੇ ਜਿਹੜੇ ਸਮਾਜ ਲਈ, ਦੁਨੀਆ ਲਈ ਪੂਰਨੇ ਪਾਏ ਨੇ। ਦੁਨੀਆ ਅੰਦਰ ਇੱਦਾਂ ਦੀ ਮਿਸਾਲ ਨਹੀਂ ਮਿਲਦੀ। ਇੱਥੇ ਲਾਇਸੈਂਸ ਬਣਾਉਣਾ ਹੋਵੇ ਕਿੰਨੀ ਉਮਰ ਚਾਹੀਦੀ? ਘੱਟ ਤੋਂ ਘੱਟ ਬੋਲ ਕੇ ਦੱਸਿਓ ਜੀ। 18 ਸਾਲ। ਪਿੰਡ ਦਾ ਸਰਪੰਚ ਬਣਨਾ ਹੋਵੇ ਤੇ ਉਹਦੀ ਵੀ ਕਿੰਨੀ ਉਮਰ ਹੈ ਘੱਟ ਤੋਂ ਘੱਟ? ਵੀ ਇੱਥੋਂ ਸ਼ੁਰੂ ਹੁੰਦੀ ਹੋਵੇ, ਵੀ ਇੱਥੋਂ ਵੱਧ ਹੋਵੇ, ਇੱਥੋਂ ਘੱਟ ਨਾ ਹੋਵੇ। ਕਿੰਨੀ ਜੀ? ਬੋਲ ਕੇ ਦੱਸਿਓ। ਹਾਂਜੀ, ਆਮ ਉਮਰ ਕਿੰਨੀ ਪਿੰਡ ਦੇ ਸਰਪੰਚ ਬਣਨ ਵਾਸਤੇ? ਵੀ ਉਹਦੀ ਉਮਰ ਦਾ ਕੋਈ ਨਿਰਧਾਰਤ ਹੋ ਗਿਆ ਨਾ, ਇੰਨੀ ਉਮਰ ਹੈ 35 ਸਾਲ। ਚਲੋ 35 ਸਾਲ। ਆਰਮੀ 'ਚ ਭਰਤੀ ਹੋਣਾ ਹੋਵੇ 18 ਤੋਂ ਟੱਪਦਾ ਨਾ। ਕਈ ਤੁਹਾਡੇ 'ਚ ਫੌਜੀ ਵੀਰ ਬੈਠੇ ਹੋਣੇ ਸਾਡੇ ਬਜ਼ੁਰਗ। ਹੁਣ ਗਾਂਹ ਤੁਰਿਆ ਜਾਂਦਾ ਕੰਮ। ਇਹਦਾ ਮਤਲਬ ਬਾਕੀ ਸਾਰਿਆਂ ਕੰਮਾਂ ਵਾਸਤੇ ਉਮਰ ਨਿਰਧਾਰਤ ਹੈ। ਘਰ ਦਾ ਵੀ ਮੁਖੀ ਨਹੀਂ ਬਣਾਏਗਾ ਕੋਈ। 5 ਸਾਲ ਦੇ ਬੱਚੇ ਨੂੰ 7 ਸਾਲ ਦੇ, 8-9 ਸਾਲ ਦੇ ਨੂੰ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਕੋਈ ਦਿੰਦਾ ਭਲਾ? ਵੀ ਤੁਸੀਂ ਇੱਦਾਂ ਕਹੋ ਵੀ ਆਹ ਘਰ ਦੀ ਜ਼ਿੰਮੇਵਾਰੀ ਹੈ। ਬਾਣੀ 'ਤੇ ਇੱਕ ਵਾਰ ਲਿਖਿਆ, ਚੰਚਲ ਮਤ ਬਾਰਕ ਬਪਰੇ ਕੀ। ਬੱਚਾ ਤਾਂ ਚੰਚਲ ਹੁੰਦਾ, ਸਰਪ ਅਗਨ ਕਰ ਮੇਲੇ। ਇਸ ਲਈ 7 ਸਾਲ ਦੇ ਅਤੇ 9 ਸਾਲ ਦੇ ਬਾਬਾ ਫਤਿਹ ਸਿੰਘ ਹੋਣੀ ਕਿੰਨੀ ਆਰਜੂ ਹੈ 7 ਸਾਲ ਦੀ। ਅਤੇ ਤੁਸੀਂ 7 ਸਾਲ ਦੇ ਬਾਪੂ ਖੇਤਾਂ 'ਚ ਹੋਵੇ, 7 ਸਾਲ ਦੇ ਬੱਚੇ ਨੂੰ ਤੁਸੀਂ ਚਾਹ ਦਾ ਡੱਬਾ ਦੇ ਕੇ ਖੇਤਾਂ 'ਚ ਨਹੀਂ ਭੇਜੋਗੇ, ਰਾਹ 'ਚ ਕਿਤੇ ਠੇਡਾ ਲਾ ਕੇ ਡਿੱਗ ਨਾ ਪਵੇ। ਹੁਣ ਇਹਨਾਂ ਘਟਨਾਵਾਂ ਤੋਂ ਆਪਾਂ ਸਿੱਖਿਆ ਕੀ ਲੈਣੀ ਹੈ? ਸਵਾਲ ਇਹ ਪੈਦਾ ਹੁੰਦਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਹੈ, ਨਾਂ ਜਿੱਤਿਆ ਜਾਣ ਵਾਲਾ। ਮੈਂ ਕਈ ਵਾਰੀ ਸੋਚਦਾ ਇਕੱਲੇ 4 ਨਾਂ ਥੋੜ੍ਹਾ ਨੇ, ਇਹ 4 ਅਸੂਲ ਵੀ ਨੇ। ਵੀ ਜੇ ਤੂੰ ਗੁਰੂ ਦਾ ਪੁੱਤਰ ਬਣ ਕੇ ਜ਼ਿੰਦਗੀ ਜੂਏਗਾ, ਹੁਣ ਇਹਦਾ ਅਰਥ ਨਹੀਂ ਵੀ ਕੱਲ੍ਹ ਨੂੰ ਕੋਈ ਆਪਣੇ ਬੱਚੇ ਦਾ ਨਾਂ ਅਜੀਤ ਸਿੰਘ ਰੱਖ ਲਵੇ। ਮੈਂ ਪਹਿਲਾਂ ਕਹਿਤਾ ਵੀ ਨਾਂ ਗੁਰਮੁਖ ਸਿੰਘ ਰੱਖਣ ਨਾਲ ਗੱਲ ਥੋੜ੍ਹਾ ਬਣਨੀ ਹੈ। ਹੁਣ ਬੰਦੇ ਦਾ ਨਾਮ ਮੱਖਣ ਸਿੰਘ ਹੋਵੇ ਅਤੇ ਸੁਭਾਅ ਦਾ ਖੁਸ਼ਕ ਹੋਵੇ, ਗੁੱਸਾ ਨਾ ਮੰਨ ਲਓ ਕਿਸੇ ਦਾ ਨਾਂ ਹੋਵੇ। ਅਤੇ ਮੈਂ ਸਿਰਫ ਗੱਲ ਕਰ ਰਿਹਾ ਨਾਵਾਂ ਨਾਲ ਗੱਲ ਥੋੜ੍ਹਾ। ਕਈਆਂ ਨੇ ਨਾਨਕ ਸਿੰਘ ਨਾਮ ਵੀ ਰੱਖਿਆ ਹੈ। ਨਾਂ ਰੱਖਣ ਨਾਲ ਗੱਲ ਨਹੀਂ, ਪਰ ਮੈਂ ਗੱਲ ਦੱਸ ਰਿਹਾ ਕਿ ਗੁਰੂ ਸਾਹਿਬ ਦੇ 4 ਸਾਹਿਬਜ਼ਾਦੇ ਨਾਂ ਦੀ ਤੁਸੀਂ ਸਮਾਜ ਵਿੱਚ ਇਹਦੇ ਅਰਥ ਕਰਕੇ ਦੇਖੋ। ਅਜੀਤ ਸਿੰਘ, ਅੱਗੇ ਜੁਝਾਰ ਸਿੰਘ, ਜੂਝਣ ਵਾਲਾ, ਵੀ ਹਰ ਮੁਸ਼ਕਿਲ ਨਾਲ ਜੂਝ ਤਗੜਾ ਹੋ ਕੇ, ਹਰ ਮੁਸ਼ਕਿਲ ਨਾਲ ਤਗੜਾ ਹੋ ਕੇ ਲੜੀ, ਘਬਰਾਈ ਨਾ। ਜ਼ੋਰਾਵਰ ਸਿੰਘ, ਤਾਕਤਵਰ। ਇਹ ਬੜਾ ਜ਼ੋਰਾਵਰ ਹੈ ਵੀ, ਜੂਝਣ ਲਈ ਤਾਕਤ ਵੀ ਚਾਹੀਦੀ ਹੈ। ਫਿਰ ਤੇਰੀ ਫਤਿਹ ਫਤਿਹ ਹੀ, ਫਿਰ ਤੇਰੀ। ਹੁਣ 4 ਨਾਂ ਰੱਖਣ ਲੱਗਿਆ ਵੀ ਗੁਰੂ ਸਾਹਿਬ ਜੀ ਨੇ ਕੁਝ ਬਹੁਤ ਪਿਆਰ ਨਾਲ। ਹੁਣ ਇਹਦਾ ਅਰਥ ਨਹੀਂ ਵੀ ਇਹ ਨਾਂ ਕੋ ਰੱਖ ਲਵੇ, ਨਾ ਹੋਵੇ ਫਤਿਹ ਸਿੰਘ ਅਤੇ ਲੀਡਰਾਂ ਦੇ ਪੈਰਾਂ 'ਚ ਬੈਠਾ ਹੋਵੇ। ਬੋਲੋ ਭਾਈ। ਮੈਂ ਇਹ ਪਹਿਲਾਂ ਨਾਲ ਕਹਿਤਾ ਵੀ ਇਕੱਲੇ ਨਾਂ ਰੱਖਣ ਨਾਲ ਗੱਲ ਥੋੜ੍ਹਾ ਬਣਨੀ ਹੈ। ਵੀ ਕੋਈ ਨਾਂ ਰੱਖ ਲੈ ਲਓ ਜੀ, ਮੈਂ ਨਾਂ ਰੱਖ ਦਿੱਤਾ ਆਪਣੇ ਸਾਹਿਬਜ਼ਾਦਾ ਜੁਝਾਰ ਸਿੰਘ। ਇੱਥੇ ਜੂਝਣਾ ਕਾਹਦੇ ਨਾਲ ਹੈ? ਆਪਣੇ ਆਪ ਨਾਲ। ਜੋ ਜਨ ਲੂਝੈ ਮਨੇ ਸਿਉ। ਜਦੋਂ ਬਾਣੀ 'ਚ ਲੂਝਣ ਦੀ ਗੱਲ ਆਈ ਹੈ, ਲੜਨ ਦੀ ਗੱਲ ਆਈ ਹੈ, ਅਤੇ ਬਾਣੀ 'ਚ ਸਭ ਤੋਂ ਪਹਿਲਾਂ ਪਤਾ ਕਿਹਨੂੰ ਆਖਿਆ? ਲੜਨਾ ਅਤੇ ਆਪਣੇ ਆਪ ਨਾਲ ਲੜ। ਆਪਣੇ ਆਪ ਨਾਲ ਲੜਨ ਤੋਂ ਬਿਨਾਂ ਤਾਂ ਸਵੇਰੇ ਬੰਦੇ ਕੋਲ ਉੱਠਿਆ ਵੀ ਨਹੀਂ ਜਾਂਦਾ। ਉੱਠ ਸਕਦੇ ਜੀ? ਕਿਉਂ ਸਾਸਨਾ ਜੀ? ਆ ਜਿਹੜੇ ਜਿੰਮ ਜਾਂਦੇ ਉਹ ਆਪਣੇ ਆਪ ਨਾਲ ਲੜ ਕੇ ਉੱਠਦੇ ਆ। ਜਿੰਮ ਜਾਣ ਵਾਲਾ ਵਿਅਕਤੀ ਆਪਣੇ ਆਪ ਨਾਲ ਪਹਿਲਾਂ ਲੜਦਾ। ਵੇਖਿਆ ਜਿੰਮ, ਹੁਣ ਜਿਹੜੇ ਜਿੰਮ ਜਾਂਦੇ ਨੌਜਵਾਨ, ਉਹਨਾਂ ਦੇ ਘਰ ਤੋਂ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ। ਜੀਅ ਤਾਂ ਉਹਨਾਂ ਦਾ ਵੀ ਕਰਦਾ ਖਾਣ ਨੂੰ, ਪਰ ਕਹਿੰਦੇ ਨਾ, ਜਿਸ ਇੰਨੀ ਮਿਹਨਤ ਕਰਨੀ ਆ। ਅਤੇ ਫਿਰ ਅਸੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਅੱਜ ਵੀ ਤੁਸੀਂ ਵੇਖਿਆ ਨਾ, ਕਈ ਵਾਰੀ ਆਪਾਂ ਆਪਣੇ ਬੱਚਿਆਂ ਦੇ ਨਾਮ ਰੱਖਦੇ ਹਾਂ ਅਤੇ ਬੰਦਾ ਕੋਸ਼ਿਸ਼ ਕਰਦਾ। ਵੈਸੇ ਹੁਣ ਰੁਝਾਨ ਥੋੜ੍ਹਾ ਜਿਹਾ ਬਦਲ ਗਿਆ। ਕਈ ਵਿਦੇਸ਼ਾਂ 'ਚ ਸਾਡੇ ਵੀਰ ਨੇ, ਕਿਸੇ ਨੇ ਆਪਣੇ ਬੱਚੇ ਦਾ ਨਾਮ ਪੰਜਾਬ ਸਿੰਘ ਰੱਖਿਆ, ਬੋਤਾ ਸਿੰਘ ਰੱਖਿਆ, ਇੱਦਾਂ ਨਾਮ। ਇੰਗਲੈਂਡ ਵਿੱਚ ਇੱਕ ਸਾਡਾ ਬੜਾ ਪਿਆਰਾ ਮਿੱਤਰ ਹੈ, ਉਹਨੇ ਆਪਣੇ ਬੱਚਿਆਂ ਦੇ ਨਾਮ ਹੀ ਇੱਦਾਂ ਰੱਖੇ ਆ।
ਵੀ ਆਜ਼ਾਦ ਸਿੰਘ, ਪੰਜਾਬ ਸਿੰਘ। ਦੇਖੋ, ਜਦੋਂ ਨਾਮ ਦਾ ਵੀ ਇੱਕ ਬੜਾ ਵੱਡਾ ਅਰਥ ਹੈ। ਅਸੀਂ ਤਾਂ ਅੱਜ ਨਾਮ ਹੀ ਵਿਗਾੜਤੇ। ਵੈਸੇ ਮੇਰੀ ਇੱਕ ਬੇਨਤੀ ਹੱਥ ਜੋੜ ਕੇ, ਆਪਣੇ ਬੱਚਿਆਂ ਦਾ ਨਾਮ ਉਹ ਰੱਖੋ ਜਿਹੜਾ ਤੁਸੀਂ ਪੂਰਾ ਬੁਲਾਉਣਾ ਹੈ। ਇਹ ਇੱਥੋਂ ਸ਼ੁਰੂਆਤ ਕਰੋ। ਮੰਨ ਲਓ ਕਿਸੇ ਦਾ ਤੁਸੀਂ ਨਾਮ ਜਿਹੜਾ ਰੱਖਿਆ ਬਲਜੀਤ ਸਿੰਘ ਹੈ, ਅਤੇ ਘਰ 'ਚ ਵੀ ਉਹਨੂੰ ਬਲਜੀਤ ਸਿੰਘ ਹੀ ਬੁਲਾਉਂਦੇ ਹੋਣ। ਐਗਜ਼ਾਮਪਲ ਦਿੰਦੇ ਆ ਮੈਂ। ਮੰਨ ਲਓ ਕਿਸੇ ਦਾ ਨਾਂ ਸੁਰਜੀਤ ਸਿੰਘ ਹੈ ਅਤੇ ਉਹਦਾ ਨਾਂ ਸੁਰਜੀਤ ਸਿੰਘ ਹੀ ਹੋਵੇ। ਉਹ ਕਈ ਵਾਰੀ ਘਰ ਦੇ ਵਿੱਚ ਮਤਲਬ ਨਾਂ ਉਹਦਾ ਹੁੰਦਾ ਅਸਲ 'ਚ ਚਰਨਜੀਤ ਸਿੰਘ, ਅਤੇ ਉਹਨੂੰ ਕਈ ਵਾਰੀ ਕੋਈ ਹੋਰ ਹੀ ਨਾਂ ਰੱਖਿਆ ਹੁੰਦਾ। ਉਹ ਕਈ ਵਾਰੀ ਡਾਕੀਆ ਆਣ ਕੇ ਘਰ 'ਚ ਆਣ ਕੇ ਆਉਂਦਾ ਜੀ ਚਰਨਜੀਤ ਸਿੰਘ ਨਾਂ ਦੀ ਚਿੱਠੀ ਆਈ ਆ, ਅਤੇ ਕਈ ਵਾਰੀ ਘਰ ਦੇ ਪੁੱਛੀ ਜਾਂਦੇ ਉਹ ਕੌਣ ਆ। ਹਾਂਜੀ, ਚਲੋ ਹੁਣ ਮੁੱਖ ਮੰਤਰੀ ਸਾਹਿਬ, ਹੁਣ ਤਾਂ ਆਪਾਂ ਨਹੀਂ ਗੱਲ ਕਰਦੇ। ਹਾਂਜੀ, ਮੈਂ ਗੱਲ ਕਰਦਾ, ਹੁਣ ਸੋਚ ਕੇ ਵੇਖੋ ਤੁਸੀਂ। ਇੱਦਾਂ ਹੁੰਦਾ ਨਾ, ਹੁਣ ਤਾਂ ਹੀ ਮਜ਼ਾਕ ਉਡਾਉਂਦੇ ਅਗਲੇ, ਉਹ ਵੇਖੋ ਤਾਂ ਹਾਸਾ ਜਿਹਾ ਪਾ ਕੇ ਬਹਿ ਜਾਂਦੇ। ਉਧਰ ਨਾਂ ਲੈਣ ਲੱਗੇ ਡਰ ਆਉਂਦਾ ਸੀ ਕੈਪਟਨ ਦਾ। ਉਧਰ ਮਜ਼ਾਕ ਤਾਂ ਉਹਦਾ ਵੀ ਡਾ ਸਕਦੇ ਸੀ, ਪਰ ਡਰ ਆਉਂਦਾ ਸੀ ਨਾ ਉੱਥੇ। ਪਰ ਕੋਸ਼ਿਸ਼ ਕਰੋ, ਹੁਣ ਹੀ ਸ਼ੁਰੂਆਤ ਕਰ ਲਓ। ਆਪਣੇ ਬੱਚਿਆਂ ਦੇ ਨਾਮ ਅਸੀਂ ਕਈ ਵਾਰੀ ਬਹੁਤ ਛੋਟੇ ਰੱਖਦੇ ਹਾਂ। ਹੁਣ ਕਈ ਵਾਰੀ ਲੱਡੂ, ਇਹ ਕੀ ਨਾਮ ਹੋਇਆ ਵੀ ਭੋਰ ਕੇ ਖਾਣਾ ਹੈ। ਫਿਰ ਤੁਸੀਂ ਉਹਦਾ ਪੂਰਾ ਨਾਮ ਰੱਖੋ। ਮਤਲਬ ਹੁਣ ਹੀ ਸ਼ੁਰੂਆਤ, ਮੈਂ ਕਹਿੰਦਾ ਹੁਣ ਹੀ ਸ਼ੁਰੂਆਤ ਕਰ ਲਓ। ਹੁਣ ਹੀ ਆਪਣੇ ਬੱਚਿਆਂ ਦੇ ਜਦੋਂ ਘਰ 'ਚ ਤੁਸੀਂ ਨਾਮ ਰੱਖਣੇ ਨੇ, ਉਹਦਾ ਨਾਮ ਉਹ ਰੱਖੋ ਜਿਹੜਾ ਤੁਸੀਂ, ਧੀ ਦਾ ਨਾਮ ਹੀ ਉਹ ਰੱਖੋ। ਨਾਂ ਰੱਖਿਆ ਹੋਏਗਾ ਪਿੰਕੀ। ਹੁਣ ਜਦੋਂ 70 ਸਾਲ ਦੀ ਹੋ ਗਈ ਫੇਰ ਸੋਚਿਓ ਹਾਂ ਭਲਾ, ਬੋਲੋ ਮੇਰੀ ਉਹ ਭੈਣੋ, ਜਦੋਂ ਤੁਸੀਂ ਇਸ ਪਿੰਕੀ ਨੂੰ ਵਿਆਹੁਣਾ ਹੈ, ਇਹਨੇ ਸਹੁਰੇ ਘਰ ਜਾਣਾ ਹੈ, ਅਤੇ ਸਹੁਰਿਆਂ ਨੂੰ ਤੁਸੀਂ ਆਪੇ ਦੱਸ ਦੇਣਾ 4-5 ਵਾਰੀ ਨਾਂ ਲੈ ਲੈ ਕੇ ਵੀ ਇਹਨੂੰ ਅਸੀਂ ਪੇਕੇ ਪਿੰਕੀ ਆਂਦੇ ਰਹੇ। ਉਹਨਾਂ ਹੌਲੀ 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 ਪਿੰਕੀ ਪਿੰਕੀ ਕਰਦਿਆਂ ਕਈ ਵਾਰੀ ਹੁਣ ਨਾਮ ਲੈਂਦਾ ਜੀ ਇਹ ਪਿੰਕੀ, ਇਹ ਕੌਣ ਹੈ, ਮੇਰੀ ਘਰ ਵਾਲੀ ਹੈ, ਅਤੇ ਘਰ ਵਾਲੀ ਦੀ ਉਮਰ 50 ਸਾਲ ਹੈ। ਕਦੇ ਮਾਫ਼ ਕਰਨਾ, ਇਹ ਗੱਲਾਂ ਸਾਨੂੰ ਸੋਚਣੀਆਂ ਪੈਣਗੀਆਂ ਨਾ, ਵੀ ਤੁਸੀਂ ਨਾਮ ਕਮ ਸੇ ਕਮ ਉਹ ਰੱਖੋ ਜਿਹੜਾ ਨਾਮ ਤੁਸੀਂ ਆਪਣੇ ਬੱਚੇ ਦਾ ਪ੍ਰੋਪਰ ਬੁਲਾਉਣਾ ਹੈ। ਕਈਆਂ ਘਰਾਂ ਨੂੰ ਤੁਸੀਂ ਵੇਖਿਆ ਅਸੂਲ, ਉਹ ਜੇ ਨਾਮ ਬੁਲਾਉਣਗੇ ਤਾਂ ਕੌਰ ਕਰਕੇ ਬੁਲਾਉਣਗੇ ਜੀ। ਜੋ ਵੀ ਬੀਬੀ ਦਾ ਨਾਮ ਹੋਏਗਾ ਬੜੇ ਪਿਆਰ ਨਾਲ, ਰਿਸਪੈਕਟ ਨਾਲ। ਇਹ ਹੌਲੀ ਹੌਲੀ ਕਈਆਂ ਘਰਾਂ 'ਚ ਫਤਿਹ ਬੁਲਾ ਦੇ ਜਾ ਕੇ ਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਸਾਡੇ ਘਰ ਕੌਣ ਜਕਾਰੇ ਛੱਡਣ ਨਾਲ ਆ ਗਿਆ। ਉਹ ਤਾਂ ਸਤਿ ਸ੍ਰੀ ਅਕਾਲ ਤੋਂ ਅੱਗੇ ਵੱਧਦੇ ਹੀ ਨਹੀਂ। ਆਹ ਤਾਂ ਸ਼ੁਕਰ ਆ ਇਸ ਅੰਦੋਲਨ 'ਚ ਨਾ, ਮਾਫ਼ ਕਰਨਾ, ਹਰ ਇੱਕ ਬੰਦਾ ਫਤਿਹ ਬੁਲਾ ਕੇ ਆਰੰਭ ਕਰਦਾ ਸੀ ਅਤੇ ਫਤਿਹ ਤੋਂ ਗੱਲ ਸਮਾਪਤ ਹੁੰਦੀ। ਇਸ ਅੰਦੋਲਨ ਨੇ ਇੱਕ ਚੀਜ਼ ਸਾਹਮਣੇ ਲੈ ਆਂਦੀ ਵੀ ਫਤਿਹ ਤੋਂ ਗੱਲ ਸ਼ੁਰੂ ਹੁੰਦੀ ਸੀ। ਬੋਲੋ ਜੀ, ਫਤਿਹ ਤੋਂ ਗੱਲ ਸਮਾਪਤ ਹੁੰਦੀ ਸੀ। ਬਹੁਤ ਕੁਝ ਨਿਖਰ ਕੇ ਸਾਹਮਣੇ ਆਇਆ, ਆਪਣੇ ਸਾਹਮਣੇ ਚੀਜ਼ਾਂ ਆਈਆਂ। ਅਤੇ ਸ਼ੁਰੂਆਤ ਕਰੋ ਆਪਣੇ ਘਰਾਂ 'ਚ ਹੌਲੀ ਹੌਲੀ। ਰਾਤ ਨੂੰ ਸੌਣ ਲੱਗਿਆਂ ਆਪਣੇ ਪਰਿਵਾਰਾਂ 'ਚ ਫਤਿਹ ਬੁਲਾ ਕੇ ਸੌਂ। ਸਵੇਰੇ ਉੱਠ ਕੇ ਆਦਤਾਂ ਕੁਝ ਚੰਗੀਆਂ ਪਾ ਲਈਏ। ਮੈਂ ਗੱਲ ਕਰ ਰਿਹਾ ਸੀ, ਵਿੱਚੋਂ ਲਾਈਟ ਚਲੀ ਗਈ, ਖੈਰ ਜਿਹੜੀ ਵਿੱਚੋਂ ਲੜੀ ਟੁੱਟ ਗਈ। ਵੀ ਦੂਜਾ ਨਾਮ ਹੈ ਜੁਝਾਰ ਸਿੰਘ, ਅਤੇ ਜੁਝਾਰ ਸਿੰਘ ਦਾ ਅਰਥ ਕੀ? ਜੁਝਾਰ ਦਾ ਕਿ ਜੂਝਣ ਵਾਲਾ। ਹੁਣ ਆਪਾਂ ਆਪਣੀ ਜ਼ਿੰਦਗੀ ਜੂਝਣਾ ਕਿਹਦੇ ਨਾਲ ਭਲਾ? ਉਹ ਕਈ ਵਾਰੀ ਉਹ ਭਾਵੇਂ ਹੈ ਤਾਂ ਤੁਕਾਂ ਕੀ ਵੀ ਖਾਲਸਾ ਸੋ ਜੋ ਕਰੇ ਨਿਤ ਜੰਗ, ਵੀ ਖਾਲਸਾ ਉਹ ਜਿਹੜਾ 24 ਜੰਗ ਕਰਦਾ। ਹੁਣ ਉਹਦੇ ਅਰਥ ਤਾਂ ਇਹ ਸੀ ਵੀ ਖਾਲਸਾ ਉਹ ਆ ਜਿਹੜਾ ਜੰਗ ਕਰਦਾ, ਪਰ ਕਿਹਦੇ ਨਾਲ? ਆਪਣੇ ਆਪ ਨਾਲ। ਮਨ ਜੀਤੈ, ਸਭ ਤੋਂ ਪਹਿਲੀ ਜੰਗ ਸਾਡੀ ਆਪਣੇ ਆਪ ਨਾਲ ਹੈ। ਆਪਣੇ ਆਪ ਨਾਲ, ਆਪਣੇ ਆਪ ਨਾਲ ਜੰਗ ਕਰਨ ਤੋਂ ਬਿਨਾਂ ਤੁਸੀਂ ਕਦਮ ਨਹੀਂ ਪੁੱਟ ਸਕਦੇ। ਸਵੇਰੇ ਉੱਠਣ ਵੇਲੇ ਮੰਨ ਲਓ ਹੁਣ ਤੁਸੀਂ, ਤੁਹਾਡਾ ਜੀਅ ਕਰਦਾ ਵੀ ਮੈਂ ਸਵੇਰੇ 5 ਵਜੇ, 4:30 ਵਜੇ, 4 ਵਜੇ ਬੈੱਡ ਮੰਜਾ ਛੱਡ ਦਿਆਂ, ਅਤੇ ਰਜਾਈ ਛੱਡਣ ਦਿੰਦੀ ਹੈ? ਬੋਲ ਕੇ ਦੱਸਿਓ ਹੁਣ ਠੰਡ ਜਦੋਂ ਸਵੇਰੇ ਸਭ ਤੋਂ ਪਹਿਲਾਂ ਸਿਆਲ 'ਚ ਨੀਂਦ ਬੜੀ ਆਉਂਦੀ, ਉੱਠਣ ਜੀਅ ਕਰਦਾ ਭਲਾ? ਲੰਮੇ ਪਈ ਗਏ। ਹੁਣ ਮੰਨ ਲਓ ਬੰਦਾ ਰਾਤ ਸੌਣ ਲੱਗਿਆ ਕਹਿ ਕੇ ਉੱਠਿਆ ਵੀ ਸਵੇਰੇ ਮੈਂ ਸੈਰ ਕਰਨ ਜਾਣਾ। ਮੰਨ ਲਓ ਵੀ ਰਾਤ ਨੂੰ ਬੰਦਾ ਇੱਦਾਂ ਸੌਣ ਲੱਗਿਆ ਘਰਦਿਆਂ ਨੂੰ ਕਹਿੰਦਾ ਵੀ ਸਵੇਰੇ ਮੈਂ ਸੈਰ ਕਰਨ ਜਾਣਾ। ਜੇ ਤਾਂ ਉਸ ਬੰਦੇ ਨੇ ਆਪਣੇ ਮਨ ਨਾਲ ਲੜਨਾ, ਅਤੇ ਘਰ ਦੇ ਕਹਿਣਗੇ ਨਹੀਂ ਬਾਹਰ ਧੁੰਦ ਬੜੀ ਪਈ ਹੈ, ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ, ਧੁੰਦ ਪਈ ਮੈਂ ਜਾਣਾ ਹੀ ਜਾਣਾ ਜਿੰਨੀ ਮਰਜ਼ੀ ਠੰਡ ਹੈ। ਕਿਉਂਕਿ ਉਹ ਆਪਣੇ ਆਪ ਨਾਲ ਲੜ ਕੇ ਤਿਆਰ ਕੀਤਾ ਉਹਨੇ ਆਪਣੇ ਨੂੰ। 4 ਵਜੇ ਉੱਠਿਆ ਉਹਨੇ, 4, 4:30, ਪੌਣੇ 5 ਆਪਣੇ ਘਰੋਂ ਤੁਰ ਪਿਆ, 5-4 ਕਿਲੋਮੀਟਰ ਤੁਰ ਕੇ ਆਇਆ। ਅਤੇ ਜੇ ਉਹ ਆਪਣੇ ਮਨ ਅੱਗੇ ਡਿੱਗ ਪਿਆ, ਫਿਰ ਉਹਨੇ ਲੰਮੇ ਪਏ ਪੁੱਛੀ ਜਾਣਾ ਬਾਹਰ ਧੁੰਦ ਤਾਂ ਨਹੀਂ ਹੈਗੀ? ਅੱਛਾ, ਉਹਨੇ ਘਰ ਦੇ ਕਹਿੰਦੇ ਨਹੀਂ ਬਾਹਰ ਤਾਂ ਧੁੰਦ ਨਹੀਂ ਹੈਗੀ, ਅੱਜ ਸਾਫ਼ ਆ। ਅੱਛਾ, ਮੀਂਹ ਤਾਂ ਨਹੀਂ ਪੈ ਰਿਹਾ? ਮਤਲਬ ਉਹ ਗੱਲਾਂ ਕਹਿ ਰਿਹਾ ਵੀ ਇਹ ਕਿਤੇ ਕਹਿ ਹੀ ਦੇਣ, ਘਰਦਿਆਂ ਵੱਲੋਂ ਵੀ ਸੱਚਾ ਹੋ ਜਾ ਵੀ ਮੈਂ ਜਾਣ ਨੂੰ ਤਿਆਰ ਸੀ, ਬਾਹਰ ਤੇ ਨਿੱਘਾ ਨਿੱਘਾ ਮੀਂਹ ਪੈ ਰਿਹਾ ਸੀ। ਮਨ ਸਾਡਾ ਐਡਾ ਢੀਠ ਵਾ ਨਾ। ਸਿੱਖ ਨੇ ਆਪਣੇ ਆਪ ਨਾਲ ਜੂਝਣਾ। ਹੁਣ ਜਿਨ੍ਹਾਂ ਦੇ ਅਸੀਂ ਦਿਨ ਮਨਾ ਰਹੇ ਹਾਂ ਨਾ, ਮੈਂ ਕਹਿੰਦਾ ਉਹਨਾਂ ਦੇ ਨਾਮ ਹੀ ਨਹੀਂ ਰੱਖੇ, ਉਹਨਾਂ ਨੇ ਨਾਮਾਂ ਦੇ ਮੁਤਾਬਕ ਕੰਮ ਹੀ ਕਰਕੇ ਵੇਖਿਆ। ਮੈਂ ਗੱਲ ਜਿਹੜੀ ਪਹਿਲਾਂ ਕਹੀ ਵੀ ਮੰਨ ਲਓ ਹੁਣ ਕਿਸੇ ਬੰਦੇ ਦਾ ਕੋਈ ਵੀ ਤੁਸੀਂ ਨਾਮ ਰੱਖ ਦਿਓ, ਮੈਂ ਕਹਿੰਦਾ ਅਸੀਂ ਪ੍ਰੇਰਨਾ ਲਈਏ ਵੀ ਜੋ ਸਾਡਾ ਨਾਮ ਹੋਵੇ ਅਸੀਂ ਉਸ ਨਾਮ ਦੇ ਉੱਤੇ ਖਰੇ ਉਤਰ ਸਕੀਏ। ਇਹ ਚਾਰੇ ਨਾਮ ਥੋੜ੍ਹਾ ਸੀ,
ਇਹ ਚਾਰੇ ਅਸੂਲ ਸੀ ਅਸਲ ਦੇ ਵਿੱਚ ਵੀ ਗੁਰੂ ਦਾ ਹੋ ਕੇ ਜੀ ਕੇ ਵੇਖ, ਤੂੰ ਜਿੱਤਿਆ ਨਹੀਂ ਜਾਏਗਾ। ਨਾ ਤੈਨੂੰ ਕਾਮ ਜਿੱਤ ਪਾਊਗਾ, ਨਾ ਤੈਨੂੰ ਕ੍ਰੋਧ ਜਿੱਤ ਪਾਊਗਾ, ਨਾ ਤੈਨੂੰ ਹੰਕਾਰ ਜਿੱਤ ਪਾਊਗਾ। ਪੰਜੇ ਵਕਾਰ ਜੋਏ ਦੂਤ ਮੋਹਿ ਬਹੁਤ ਸੰਤਾਵਤ ਤੇ ਭਿਆਨਕ ਭਇਆ, ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨ ਆਇਆ। ਜਿਹੜੇ ਪੰਜੇ ਤੇਰੇ ਸਿਰ ਤੇ ਚੜ੍ਹ ਕੇ ਬੋਲਦੇ ਆ ਨਾ, ਸਾਡੇ ਸਿਰ ਤੇ ਪਤਾ ਕੀ ਚੜਾਉਂਦੇ ਆ? ਨੋਟ ਡਿੱਗ ਪਏ 10, 20, 30 ਦਾ, 50 ਦਾ, 100 ਦਾ। ਕੀ ਕਰਦੇ ਭਲਾ ਆਮ ਬੰਦੇ ਸਾਡੇ? ਜੇ ਨੋਟ ਜ਼ਮੀਨ ਤੇ ਡਿੱਗ ਪਏ ਕੀ ਕਰਦੇ ਸੀ? ਕਈ ਮੱਥੇ ਨੂੰ ਲਾਉਣਗੇ ਇਹਨੂੰ। ਰਿਸ਼ਤੇਦਾਰੀਆਂ ਅਸੀਂ ਪੈਰਾਂ ਸੁੱਟ ਰਹੀਆਂ ਤੇ ਨੋਟ ਅਸੀਂ ਮੱਥੇ ਨੂੰ ਲਾ ਲਏ। ਜਿਹੜੀ ਚੀਜ਼ ਪੈਰ 'ਚ ਰਹਿਣ ਵਾਲੀ ਸੀ, ਬੋਲੋ ਜੀ, ਜਿਹੜੀ ਚੀਜ਼ ਸਾਡੇ ਪੈਰ 'ਚ ਰਹਿਣ ਵਾਲੀ ਸੀ ਉਹਨੂੰ ਅਸੀਂ ਸਿਰ 'ਤੇ ਚੱਕ ਲਿਆ। ਅਤੇ ਜਿਹੜੇ ਭਰਾ, ਤਾਏ, ਚਾਚੇ, ਭੂਆ, ਫੁੱਫੜ, ਮਾਸੀਆਂ, ਰਿਸ਼ਤੇਦਾਰ, ਦੋਸਤ, ਮਿੱਤਰ, ਭੈਣ ਜਿੰਨੇ ਸੀ, ਜਿਹੜੇ ਸਾਡੇ ਦਿਲ 'ਚ ਰਹਿਣੇ ਚਾਹੀਦੇ ਸੀ, ਜਿਹੜੇ ਇੱਥੇ ਬਿਠਾਉਣੇ ਚਾਹੀਦੇ ਸੀ, ਉਹਨਾਂ ਨਾਲ ਅਸੀਂ ਨਫ਼ਰਤ ਪਾਲ ਲਈ। ਜਦੋਂ ਤੁਹਾਡੇ ਦਿਮਾਗ ਦੇ, ਤੁਹਾਡੀ ਐਜੂਕੇਸ਼ਨ ਇੱਥੋਂ ਆ ਗਈ। ਪੁਰਾਣੇ ਸਮੇਂ 'ਚ ਬੱਚਾ ਨਾ ਕਿਤਾਬ ਡਿੱਗ ਪੈਣੀ ਅਤੇ ਮੱਥੇ ਨੂੰ ਲਾਉਣੀ ਵੀ ਐਜੂਕੇਸ਼ਨ ਸਿਰ 'ਤੇ ਰੱਖਣੀ। ਮੈਂ ਪੁਰਾਣਾ ਸਮਾਂ ਤੁਸੀਂ ਵੇਖਿਆ ਬਜ਼ੁਰਗ ਆਮ ਹੀ ਸਿੱਖਿਆ ਦੇ ਵੀ ਜੇ ਕੋਈ ਕਿਤਾਬ ਥੱਲੇ ਡਿੱਗ ਪਈ ਆ ਅਤੇ ਉਹਦੀ ਰਿਸਪੈਕਟ ਕਰਨੀ, ਇੱਜ਼ਤ ਕਰਨੀ। ਅਤੇ ਕਈ ਤੁਸੀਂ ਵੇਖਿਆ ਸਾਰੇ ਨੋਟਾਂ ਦੀਆਂ, ਹੁਣ ਤਾਂ ਨਾਟਕਾਂ ਫਿਲਮਾਂ ਵਿੱਚ ਵੀ ਵਿਖਾਉਣ ਲੱਗ ਪਏ, ਕਈ ਬੰਦਿਆਂ ਨੇ ਤਿਜੋਰੀਆਂ 'ਚ ਨੋਟ ਰੱਖੀ ਤਾਂ ਟੱਲੀਆਂ ਖੜਕਾ ਰਹੇ ਹੁੰਦੇ ਆ। ਤਾਂ ਬੰਦੇ ਦੇ ਦਿਮਾਗ 'ਚ ਇਹ ਆਉਂਦਾ ਵੀ ਸ਼ਾਇਦ ਟੱਲੀ ਖੜਕਾਉਣ। ਕਈਆਂ ਨੇ ਆਪਣੇ ਘਰਾਂ ਦੇ ਵਿੱਚ ਉਹ ਰੱਖੀ ਹੁੰਦੀ ਨੇ ਜਿਹਦੇ ਨਾਲ ਮਾਇਆ ਆਜ਼ਾਦੀ ਆਉਂਦੀ, ਕਹਿੰਦੇ ਇੱਕ ਵੇਲ ਜੀ ਹੈਗੀ ਇੱਦਾਂ ਦੀ, ਕੀ ਨਾਂ ਉਹਦਾ ਭਲਾ? ਕੋਈ ਇੱਦਾਂ ਦੀ ਵੇਲ ਜੀ, ਹੈਂ, ਮਲੀ ਪਲਾਂਟ। ਹਾਂ ਲਓ ਜੀ, ਆਹ ਨਾਮ ਮੈਨੂੰ ਨਾਂ ਨਹੀਂ ਆਉਂਦਾ। ਮੈਂ ਕਿਸੇ ਦੇ ਘਰ ਗਿਆ, ਮੈਂ ਕਿਹਾ ਜੀ ਇਹ ਤੁਸੀਂ ਅੰਦਰ ਕੋਲ ਆਈ ਆ? ਕਹਿੰਦੇ ਜੀ ਮਨੀ ਪਲਾਂਟ, ਬਈ ਮਨੀ ਦਾ ਪਲਾਂਟ। ਮੈਂ ਕਿਹਾ ਅੱਛਾ, ਵੀ ਦੁੱਧ ਦਾ ਪਲਾਂਟ ਤਾਂ ਸੁਣਿਆ ਸੀ ਵੀ ਚਲੋ ਦੁੱਧ ਰੱਖਿਆ ਇੱਥੇ, ਵੀ ਦੁੱਧ ਜ਼ਿਆਦਾ ਮੱਝਾਂ ਗਾਵਾਂ, ਇਹ ਮਨੀ ਪਲਾਂਟ ਕੀ ਹੁੰਦਾ? ਕਹਿੰਦੇ ਜੀ ਜਦੋਂ ਦੀ ਵੇਲ ਲਾਈ ਦੀ, ਜਿੰਨੇ ਦੇ ਪੱਤੇ ਨਿਕਲਦੇ ਹੋਣ ਓਨੇ ਨੋਟ ਵੱਧ ਆਉਂਦੇ। ਵੀ ਘਰ 'ਚ ਇੱਕ ਅਮਲੀ ਜੰਮ ਪਿਆ, ਪੱਤੇ ਭਾਵੇਂ 50 ਹੋਣਾ ਤੁਹਾਡੇ। ਬੋਲੋ ਭਾਈ, ਜੇ ਮਨੀ ਪਲਾਂਟ ਘਰ 'ਚ ਲਾਉਣ ਨਾਲ, ਜੇ ਮਨੀ ਪਲਾਂਟ ਘਰ 'ਚ ਲਾਉਣ ਨਾਲ ਪੈਸੇ ਆਉਂਦੇ ਹੋਣ, ਤਾਂ ਮੈਨੂੰ ਦੱਸੋ ਇਹ ਕੰਮ ਕਿੰਨਾ ਕੁ ਔਖਾ ਭਲਾ? ਭੈਣੋ ਔਖਾ ਭਲਾ? ਇਹ ਤਾਂ ਕੰਮ ਬੜਾ ਸੌਖਾ। ਆਪਾਂ ਸਾਰੇ ਰੁੱਖ ਪੁੱਟ ਦੇਣੇ, ਆਪਾਂ ਘਰ 'ਚ ਪੈਰ ਪੈਰ 'ਤੇ ਮਨੀ ਪਲਾਂਟ ਲਾ ਦੇਣੇ ਆ, ਸਾਰੇ ਗਮਲਿਆਂ 'ਚ ਵੀ ਮਨੀ ਪਲਾਂਟ। ਫਿਰ ਸਾਨੂੰ ਕੋਈ ਵਹਿਮ ਪਾ ਦੇ ਵੀ ਜਿੰਨਾ ਇਹਨੂੰ ਪਾਣੀ ਪਾਓਗੇ, ਜਿੰਨੇ ਇਹਦੇ ਪੱਤੇ ਨਿਕਲਣਗੇ, ਓਨੇ ਪੈਸੇ ਵੱਧ ਆਉਣੇ ਆ। ਫਿਰ ਤਾਂ ਕਿਸੇ ਦੇਸ਼ ਨੂੰ, ਕਿਸੇ ਪਿੰਡ ਨੂੰ, ਕਿਸੇ ਸ਼ਹਿਰ ਨੂੰ ਤਰੱਕੀ ਕਰਨ ਦੀ ਲੋੜ ਹੈ ਹੀ ਨਹੀਂ। ਇਹ ਜਿਹੜੀ ਮਨੀ ਆ ਨਾ, ਪਤਾ ਕਿੱਦਾਂ ਆਉਣੀ ਆ? ਇਹ ਕੰਮ ਕੀਤੇ ਆਉਣੀ ਆ। ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ। ਅੱਛਾ, ਜਿਹੜੀ ਉਦਮ ਨਾਲ ਲక్ష్ਮੀ ਆਉਣੀ ਆ ਨਾ, ਉਹ ਤੁਹਾਡਾ ਘਰ ਵੀ ਸਵਾਰੂਗੀ। ਜਿਹੜੀ ਸਮੈਕ ਵੇਚ ਕੇ ਆਉਣੀ, ਉਹਨੇ ਤੁਹਾਡਾ ਘਰ ਤਬਾਹ ਕਰ ਦੇਣਾ। ਜਿਹੜੀ ਨਸ਼ੇ ਵੇਚ ਕੇ ਮਨੀ ਪੈਸਾ, ਜਿਹੜੀ ਨਸ਼ੇ ਵੇਚ ਕੇ ਆਊਗੀ, ਅੱਛਾ ਉਹ ਜਿੰਨੀ ਤੇਜ਼ੀ ਨਾਲ ਆਉਂਦੀ ਆ ਨਾ, ਬੋਲੋ ਜੀ, ਓਨੀ ਤੇਜ਼ੀ ਨਾਲ ਜਾਂਦੀ ਵੀ ਆ। ਆਹ ਬਜ਼ੁਰਗਾਂ ਨੂੰ ਪਤਾ, ਜਦੋਂ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਅਤੇ ਉਹ ਜਿਹੜੀ ਫਸਲ ਹੁੰਦੀ ਉਹਦੇ ਵਾਸਤੇ ਘਿਓ ਹੁੰਦਾ। ਉਹ ਅਤੇ ਕਈ ਵਾਰੀ ਜ਼ਿਆਦਾ ਮੋਹਲੇ ਧਰ ਮੀਂਹ ਪਵੇ, ਜਿਹੜੀ ਪਹਿਲੀ ਖੁਰਾਕ ਪਾਈ ਹੁੰਦੀ ਫਸਲਾਂ ਨੂੰ ਰੋੜ ਕੇ ਦੂਜੇ ਦੇ ਖੇਤ 'ਚ ਲੈ ਜਾਂਦੀ ਹੈ ਅਤੇ ਫਸਲ ਤਬਾਹ ਵੀ ਕਰ ਦਿੰਦੀ ਹੈ। ਇਹ ਜਿਹੜੀ ਮਿਹਨਤ ਕੀਤੀ ਬੰਦੇ ਨੇ, ਹੌਲੀ ਹੌਲੀ ਮਿਹਨਤ ਕਰਦਾ ਬੰਦਾ, ਮੁਸ਼ੱਕਤ ਕਰਦਾ, ਅਤੇ ਸੱਚਾਈ ਇਹੋ ਆ ਵੀ ਮਿਹਨਤ ਕਸ਼ ਬੰਦਾ ਕਦੀ ਕਟੋਰਾ ਫੜ ਕੇ ਭੀਖ ਨਹੀਂ ਮੰਗਦਾ। ਉਧਾਰੇ ਮੰਗ ਲਓ ਵੀ ਤੂੰ ਮੈਨੂੰ ਦੇ ਦੇ, ਮੈਂ ਪਰਸੋਂ ਦੇ ਜੂੰ। ਕਿਉਂਕਿ ਸ਼ਰਮ ਪੱਤ ਝੋਲੀ, ਤਾਂ ਹੀ ਸ਼ਬਦ ਵਰਤਿਆ ਸੀ ਨਾ, ਵੀ ਸ਼ਰਮ ਨੂੰ ਪੱਤ ਬਣਾ ਲਾ, ਖੱਪਰ ਬਣਾ ਲਾ ਤੂੰ। ਸ਼ਰਮ ਪੱਤ ਝੋਲੀ, ਧਿਆਨ ਕੀ ਕਰਾਂ ਬੇਭੂਤ, ਖਿੰਥਾ ਕਾਲ ਵਾ, ਕੁਆਰੀ ਕਾਇਆ ਜੁਗਤ ਵਾ, ਅਤੇ ਡੰਡਾ ਪ੍ਰਤੀਤ ਵਾ। ਫਿਰ ਇਹਨੂੰ ਆਖਿਆ ਸੀ ਆਈ ਪੰਥੀ, ਸਗਲ ਜਮਾਤੀ ਮਨ ਜੀਤੈ ਜਗ ਜੀਤ। ਜ਼ੋਰਾਵਰ ਸਿੰਘ ਫਤਿਹ, ਜਿਹੜਾ ਤਾਕਤਵਰ, ਇਹ ਚਾਰੇ ਅਸੂਲ ਸੀ ਜਿਹੜੇ ਸਾਨੂੰ ਗੁਰੂ ਨੇ ਬੇਸਿਕ ਅਸੂਲ ਦਿੱਤੇ ਆ। ਇਹ ਨਾਮ ਹੀ ਨਹੀਂ ਹੈਗੇ ਅਸੂਲ ਅਸਲ 'ਚ। ਵੀ ਤੂੰ ਗੁਰੂ ਦਾ ਹੋ ਕੇ ਜੀਵੇਂਗਾ, ਜਿੱਤਿਆ ਨਹੀਂ ਜਾਏਗਾ। ਗੁਰੂ ਦਾ ਹੋ ਕੇ ਜ਼ਿੰਦਗੀ ਜੂਏਂਗਾ, ਤੇਰੇ ਅੰਦਰ ਲੜਨ ਦੀ ਤਾਕਤ ਆਏਗੀ, ਬੁਰਾਈ ਨਾਲ, ਵਕਾਰਾਂ ਦੀ। ਤੇਰੇ ਅੰਦਰ ਇਹ ਸਮਰੱਥਾ ਆਏਗੀ, ਤਾਕਤ ਹੋਏਗੀ। ਜ਼ੋਰਾਵਰ ਸਿੰਘ ਅਤੇ ਫਿਰ ਫਤਿਹ, ਅਤੇ ਫਤਿਹ ਫਿਰ ਜਿੱਧਰ ਜਾਏਗਾ ਫਤਿਹ ਹੋਏਗੀ ਤੇਰੀ। ਫਿਰ ਚੜ੍ਹਦੀ ਕਲਾ ਜ਼ਿੰਦਗੀ 'ਚ। ਅਸੀਂ ਤਾਂ ਨਾਂ ਹੀ ਉਹ ਜਿਹੇ ਰੱਖ ਲਏ, ਟੋਮੀ, ਮੋਮੀ, ਪਤਾ ਨਹੀਂ ਕਿਹੜੇ ਕਿਹੜੇ ਨਾਮ ਰੱਖ ਲਏ ਅਸੀਂ। ਸੱਚ ਜਾਣਿਓ, ਸਾਡੇ ਕੋਲ ਤਾਂ ਕੁਝ ਵੀ ਨਹੀਂ ਬਚਿਆ ਅੱਜ। ਮਾਫ਼ ਕਰਨਾ, ਗੁੱਸਾ ਨਾ ਮਨਾਇਓ, ਅੱਜ ਕੁਝ ਵੀ ਨਹੀਂ ਮਨਾਇਆ। ਅਸੀਂ ਤਾਂ ਕੌਰ ਸਿੰਘ ਵੀ ਕੱਟ ਬੈਠੇ ਆਪਣੇ ਨਾਮਾਂ ਨਾਲੋਂ। ਆ ਵਿਆਹਾਂ ਸ਼ਾਦੀਆਂ ਤੁਸੀਂ ਕਾਰਾਂ ਮਗਰ ਲਿਖਿਆ ਹੁੰਦਾ ਨਾ, ਪਤਾ ਨਹੀਂ ਲੱਗਦਾ ਇਹ 'ਚ ਲੜਕੀ ਦਾ ਨਾਂ ਕਿਹੜਾ ਅਤੇ ਲੜਕੇ ਦਾ ਨਾਮ ਕਿਹੜਾ। ਦੱਸ ਦਿਓ ਗਲਤ ਆ ਤੇ। ਕੌਰ ਸਿੰਘ ਲਿਖਾਉਣ ਲੱਗਿਆ ਕਈਆਂ ਨੂੰ, ਉੱਚੀ ਬੋਲੋ ਜੀ, ਸ਼ਰਮ ਆਉਂਦੀ ਆ। ਜੇ ਕੋਈ ਘਰਾਂ 'ਚ ਪੰਜਾਬੀ ਬੋਲਦਾ ਤਾਂ ਉਹਨੂੰ ਵੀ ਸੰਗ ਆਉਂਦੀ। ਅਜੇ ਪਿੰਡਾਂ 'ਚ ਤਾਂ ਆਪਣੇ ਫੇਰ ਵੀ ਹੈਗਾ, ਸ਼ਹਿਰਾਂ 'ਚ ਦੇ ਕਈ ਬੰਦੇ ਪੰਜਾਬੀ ਬੋਲਣ ਵਾਲੇ ਵੱਲ ਹੋਰ ਤਰ੍ਹਾਂ ਵਹਿੰਦੇ ਆ। ਮਹਾਰਾਸ਼ਟਰ 'ਚ ਪੈਦਾ ਹੋਇਆ ਵਿਅਕਤੀ,
ਉਹ ਆਪਣੀ ਦੁਕਾਨ ਦਾ ਨਾਮ ਦਿੱਲੀ 'ਚ ਮਰਾਠੀ ਭਾਸ਼ਾ 'ਚ ਲਿਖ ਕੇ ਮਾਣ ਮਹਿਸੂਸ ਕਰਦਾ। ਤੁਹਾਡੇ ਵਿੱਚੋਂ ਕੋਈ ਇਟਲੀ ਗਿਆ ਹੋਵੇ, ਉੱਥੇ ਜਿਹੜੇ ਰੋਡ ਬਣੇ ਆ, ਸੜਕਾਂ ਬਣੀਆਂ, ਉਹਦੇ ਸਾਈਨ ਬੋਰਡ ਵੀ ਇਟਾਲੀਅਨ ਭਾਸ਼ਾ 'ਚ। ਉਹ ਕਹਿੰਦੇ ਸਾਡੇ ਦੇਸ਼ ਆਏ, ਉਹ ਸਾਡੀ ਭਾਸ਼ਾ ਸਿੱਖੋ। ਆ ਤੇ ਹੁਣ ਥੋੜ੍ਹੇ ਬਹੁਤੇ ਪੰਜਾਬੀ 'ਚ ਬੋਰਡ ਲੱਗੇ ਹੋਏ ਨੇ, ਨਹੀਂ ਤੁਸੀਂ ਆਪਣੇ ਪੰਜਾਬ 'ਚ ਵੀ ਇੰਗਲਿਸ਼ ਦੇ ਵਿੱਚ ਬੋਰਡ ਲੱਗੇ ਹੋਏ ਸੀ, ਜਿਹੜੇ ਸਾਈਨ ਬੋਰਡ ਲੱਗੇ ਹੋਏ ਸੀ। ਫਰਕ ਪੈ ਗਿਆ ਨਾ। ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜਾਂ ਦੇ ਕਾਰਡ ਵੀ ਛਪਾਉਣੇ ਤੇ ਪੰਜਾਬੀ 'ਚ ਛਪਾਓ। ਮੈਂ ਨਹੀਂ ਆਉਂਦਾ ਇਹ ਭਾਸ਼ਾ ਮਾੜੀ ਆ, ਅੰਗਰੇਜ਼ੀ ਆਉਣੀ ਚਾਹੀਦੀ ਹੈ, ਇੰਗਲਿਸ਼ ਆਵੇ ਸਾਨੂੰ, ਵਧੀਆ ਗੱਲ ਆ, ਹਿੰਦੀ ਵੀ ਆਵੇ, ਉਰਦੂ ਵੀ ਆਵੇ, ਜਿਹੜੀ ਮਰਜ਼ੀ ਲੈਂਗੁਏਜ ਸਿੱਖ ਲਓ, ਪਰ ਆਪਣੀ ਮਾਂ ਬੋਲੀ ਨੂੰ ਘਰੋਂ ਧੱਕੋ ਨਾ, ਇਹਨੂੰ ਧੱਕਾ ਨਾ ਦਿਓ। ਸ਼ਬਦ ਤੇ ਛੋਟੇ ਛੋਟੇ ਹੀ ਆ, ਗੰਢਾ ਕਹਿ ਲਾਂਗੇ ਤੇ ਫਿਰ ਵੀ ਗੱਲ ਉਹੀ ਆ, ਗਾਂ ਫਿਰ ਅੱਗੇ ਨੂੰ ਫਿਰ ਪਿਆਜ਼। ਹਾਂਜੀ ਬੋਲੋ ਜੀ ਅੱਗੇ। ਹੁਣ ਘਰ 'ਚ ਕਈ ਪੜ੍ਹੇ ਲਿਖੇ ਕਹਿਣਗੇ ਆ ਮੈਨੂੰ ਗੰਢਾ ਫੜਾਈ, ਦੂਜਾ ਉਹਦੇ ਹੋਰ ਤਾਂ ਕਹਿੰਦਾ ਨਹੀਂ, ਇੱਦਾਂ ਕਹਿ ਦੋ ਨੱਕ। ਅਤੇ ਪੜ੍ਹੀਆਂ ਲਿਖੀਆਂ ਬੀਬੀਆਂ ਘਰ ਕੀ ਆਉਂਦੀਆਂ ਭਲਾ, ਉੱਚੀ ਬੋਲੋ ਹਾਂ। ਹੈ ਮੇਰੇ ਬੇਬੀ ਦਾ ਨੋਜ਼ ਸੁੱਕਾ ਜਾ ਹੈ, ਉਹ ਨੱਕ ਨੂੰ ਨੋਜ਼ ਆਉਂਦੇ ਆ। ਮੈਂ ਹੁਣ ਇਹ ਨਹੀਂ, ਹੁਣ ਇਹਦਾ ਅਰਥ ਇਹ ਨਾ ਸੋਚੋ ਮੈਂ ਤੁਹਾਨੂੰ ਰੋਕਦਾ ਵਾਂ, ਤੁਸੀਂ ਰੋਕੋ, ਸਾਡੇ ਆਖ ਕੇ ਸੱਟਣਾ ਥੋੜ੍ਹਾ, ਪਰ ਸਾਨੂੰ ਇਹ ਚੀਜ਼ਾਂ ਦਾ ਭੂਤ ਸਵਾਰ, ਪਰ ਲੈ ਜਾਂਦਾ ਬੁਖਾਰ ਕਈਆਂ ਦਾ ਤਾਂ ਲੈ ਗਿਆ ਅਤੇ ਕਈਆਂ ਦਾ ਹੌਲੀ ਹੌਲੀ ਲੈ ਜਾਣਾ। ਜਿਨ੍ਹਾਂ ਨੇ ਆਪਣਾ ਬਹੁਤ ਕੁਝ ਗਵਾ ਲਿਆ ਨਾ, ਵਿਦੇਸ਼ਾਂ 'ਚ ਬੈਠੇ ਮੈਂ ਉਹਨਾਂ ਵੇਖਿਆ ਵੀ ਪੀੜ੍ਹੀਆਂ ਗਵਾਲੀਆਂ। ਕਈ ਪਰਿਵਾਰ ਉੱਥੇ ਮਿਲਦੇ ਆ, ਉਹ ਕਹਿੰਦੇ ਜੀ ਜਦੋਂ ਪਹਿਲੇ ਦਿਨ ਆਏ ਸੀ ਨਾ ਇੱਥੇ, ਤਾਂ ਦੋਵਾਂ ਜੀਆਂ ਨੇ ਕੰਮ ਕੀਤਾ ਵੀ ਘਰ ਆਪਣਾ ਹੋਵੇ। ਕਹਿੰਦਾ ਘਰ ਆਪਣਾ ਲੈਣ ਕਰਕੇ ਹੌਲੀ ਹੌਲੀ ਬੇਸਮੈਂਟਾਂ 'ਚ ਰਹੇ, ਘਰ ਲੈਣ ਦਾ ਕਰਕੇ ਦੋਵਾਂ ਜੀਆਂ ਨੇ ਕੰਮ ਕੀਤਾ। ਫਿਰ ਜਦੋਂ ਘਰ 'ਚ ਬੱਚਾ ਹੋਇਆ, ਕਈ ਮੈਂ ਇਹੋ ਜਿਹੇ ਬੰਦੇ ਵੇਖੇ ਜਿਹਨੇ ਆਪਣੀ ਵਾਈਫ ਨੂੰ ਕਿਹਾ ਤੂੰ ਬੱਚੇ ਨੂੰ ਸਾਂਭ, ਕੰਮ ਮੈਂ ਇਕੱਲਾ ਕਰ ਲੂੰ, ਆਪਾਂ ਨੂੰ ਇੱਕ ਬੈੱਡਰੂਮ ਦਾ ਬੰਦ ਹੋ ਜਾਂਦਾ ਵਿੱਚੋਂ, ਇੱਕ ਬੈੱਡਰੂਮ ਦਾ ਹੀ ਘਰ ਆਪਾਂ ਨੂੰ ਕਾਫੀ ਆ। ਅਤੇ ਵਾਹਿਗੁਰੂ ਉਹ ਝਮੱਕੇ ਮਾਰਦੀ ਆ, ਉਹ ਵੇਖੋ। ਹਾਂਜੀ ਚਲੋ ਸ਼ਬਦ ਪੜ੍ਹ ਲਓ ਹੁਣ। ਚਲ ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਦਿਓਹਾੜੀ ਸਦਵਾਰੋ, ਦਿਓਹਾੜੀ ਸਦਵਾਰੋ, ਜਿਨ ਮਾਨਸ ਤੇ ਦੇਵ ਤੇ ਕੀਏ, ਜਿਨ ਮਾਨਸ ਤੇ ਦੇਵ ਤੇ ਕੀਏ, ਕਰਤ ਨ ਲਾਗੀ ਵਾਰ, ਕਰਤ ਨ ਲਾਗੀ ਵਾਰ। ਆਪਾਂ ਗੱਲ ਕਰ ਰਹੇ ਸੀ, ਤੁਹਾਡੇ ਵਿੱਚੋਂ ਕਈਆਂ ਦੇ ਬੱਚੇ ਬੱਚੀਆਂ ਬਾਹਰ ਹੋਣਗੇ। ਮੈਂ ਜਿਹੜੀ ਗੱਲ ਆ, ਜਿਹੜੀ ਮੇਰੇ ਨਾਲ ਅਗਲੇ ਨੇ ਤਜਰਬਾ ਸ਼ੇਅਰ ਕੀਤਾ, ਉਹ ਮੇਰਾ ਫਰਜ਼ ਬਣਦਾ ਤੁਹਾਡੇ ਤੱਕ ਪਹੁੰਚਾਉਣਾ। ਉਹ ਕਹਿੰਦੇ ਸੀ ਆਏ, ਦੋਵਾਂ ਜੀਆਂ ਨੇ ਕੰਮ ਕਰਨਾ ਸ਼ੁਰੂ ਕਰਤਾ, ਬੱਚੇ ਹੋਏ, ਬੱਚਿਆਂ ਨੂੰ ਟਾਈਮ ਨਾ ਦੇ ਪਾਏ। ਇੱਕ ਸਮਾਂ ਆਇਆ, ਬੇਸਮੈਂਟ ਤੋਂ ਘਰ ਲਿਆ, ਘਰ 1-2 ਬੈਡਰੂਮਾਂ ਦਾ, ਹੌਲੀ ਹੌਲੀ ਘਰ ਤਾਂ ਵੱਡੇ ਬਣ ਗਏ, ਪਰ ਜਦੋਂ ਤੱਕ ਘਰ ਅਤੇ ਗੱਡੀਆਂ ਫ੍ਰੀ ਹੋਈਆਂ, ਉਦੋਂ ਤੱਕ ਜਿਨ੍ਹਾਂ ਲਈ ਕੀਤਾ ਸੀ ਉਹ ਵਿੱਚ ਬਹਿਣ ਜੋਗੇ ਨਹੀਂ ਰਹੇ। ਇਹ ਸੱਚ ਹੈ। ਉਹ ਕਹਿੰਦੇ ਅਸੀਂ ਇੰਝ ਲੱਗਾ ਵੀ ਅਸੀਂ ਆਏ ਸੀ, ਅਸੀਂ ਤਾਂ ਸਭ ਕੁਝ ਗਵਾ ਲਿਆ। ਸਾਡੇ ਦੇ ਬੱਚਿਆਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਸਾਡੇ ਬੱਚਿਆਂ ਨੂੰ ਤਾਂ ਗੁਰਮਤਿ ਦੀ ਕੋਈ ਗੱਲ ਦਾ ਪਤਾ ਨਹੀਂ। ਅਸੀਂ ਆਏ ਹਾਂ ਇਸ ਦੇਸ਼, ਅਸੀਂ ਸਭ ਕੁਝ ਲੁਟਾ ਲਿਆ ਆਪਣਾ। ਇਹ ਚੇਤਨਤਾ, ਇਹ ਜਾਗਰਤੀ, ਇਹ ਇੱਕ ਪਰਿਵਾਰ ਦੀ ਗੱਲ ਦੱਸ ਰਿਹਾ। ਦੂਜੇ ਇੱਦਾਂ ਦੇ ਪਰਿਵਾਰ ਵੀ ਹੈਗੇ ਉੱਥੇ, ਜਿਹੜੇ ਕਹਿੰਦੇ ਵੇਖੋ ਜੀ ਅਸੀਂ ਆਏ, ਇੱਕੋ ਗੱਲ ਆਪਣੀ ਪਤਨੀ ਨੂੰ ਕਹਿ ਤਾ ਕਿ ਭਾਗਾਂ ਵਾਲੀਏ ਮੈਂ ਕੰਮ ਕਰੂੰ, ਤੂੰ ਬੱਚੇ ਨੂੰ ਸਾਂਭਣਾ ਕਰ, ਕਿਉਂਕਿ ਮਾਂ ਬੱਚੇ ਨੂੰ ਮਾਂ ਦੀ ਬਹੁਤ ਜ਼ਰੂਰਤ ਹੈ। ਆਪਾਂ ਘਰ ਹੌਲੀ ਹੌਲੀ ਬਾਅਦ 'ਚ ਲੈ ਲਾਂਗੇ। ਕਹਿੰਦਾ ਜਦੋਂ ਬੱਚੇ ਨੂੰ ਆਪਣੇ ਪੈਰ ਸਿਰ ਖੜ੍ਹਾ ਕੀਤਾ, ਬੱਚੇ ਨਾਲ ਪੰਜਾਬੀ 'ਚ ਗੱਲ ਕੀਤੀ। ਬਾਹਰ ਜੰਮੇ ਬੱਚੇ ਮੈਂ ਵਿਦੇਸ਼ਾਂ 'ਚ ਵੇਖੇ ਆ, ਪੰਜਾਬ ਦੇ ਬੱਚਿਆਂ ਨਾਲੋਂ ਵਧੀਆ ਪੰਜਾਬੀ ਬੋਲਦੇ ਕਈ। ਪੰਜਾਬ ਦੇ ਬੱਚੇ ਨਾਲੋਂ ਵਧੀਆ ਪੰਜਾਬੀ। ਉਹ ਦੇਣ ਕਿਹਦੀ ਹੈ? ਮਾਂ ਦੀ। ਉਹ ਦੇਣ ਕਿਹਦੀ ਹੈ? ਘਰ 'ਚ ਬੈਠੇ ਪਿਤਾ ਦੀ। ਉਹ ਦੇਣ ਕਿਹਦੀ ਹੈ? ਘਰ 'ਚ ਬੈਠੇ ਦਾਦਾ ਜੀ ਦੀ। ਜਿੰਨਾ ਕੁਝ ਅਸੂਲ ਬਣਾਏ। ਇੱਕ ਪਰਿਵਾਰ ਇੰਗਲੈਂਡ ਤੋਂ ਅਮਰੀਕਾ ਗਿਆ, ਉਹ ਉੱਥੇ ਰਹਿੰਦਾ ਅੱਜ ਕੱਲ੍ਹ। ਉਹ ਕਹਿੰਦੇ ਜੀ ਅਸੀਂ ਆਪਣੇ ਬੱਚਿਆਂ ਨੂੰ, ਕਹਿੰਦੇ ਤੁਸੀਂ ਵੇਖੋ ਮੇਰੀਆਂ ਨੂੰਹਾਂ, ਮੇਰੇ ਪੁੱਤ, ਮੇਰੇ ਪੋਤਰੇ, ਇਹਨਾਂ ਸਾਰਿਆਂ ਦਾ ਜਨਮ ਵਿਦੇਸ਼ਾਂ ਦਾ ਹੈ।
तो जो तुसीं उन्हां दे घर इदां अंदर वड़ जाओगे ना, तुहानूं एक वार ये महसूस नहीं होना कि तुसीं पंजाब 'च बैठे हो कि विदेश 'च बैठे हो। तो मैं उन्होंने हस के पूछा भी ये बजुर्गो कीता किदां, ये करामात किदां वापरी? कहता इदां वापरी कि अपने बच्चे मैं इंग्लैंड रखे, उत्थे भी इक्को गल आखी, जदों मैं आंदा जदों मेरे बच्चे का आनंद कारज होना सी ना, जदों उहदे सहुरा साहब नूं पहली बार मिलण आए, कहते उन्हें गल्लां कीतियां, आंदा जी काका तेरा जन्म कित्थों दा? मैं कहा जी इंग्लैंड का। कहता नहीं तेरी गल्लां चों लगदा भी तूं पंजाब दा जंमपल है। कहता नहीं जी मैं पंजाब दा जंमपल नहीं, मैं इंग्लैंड दा जंमपल हाँ। तो ये फिर पंजाबी एडी ठेठ किवें बोलदे आ? कहता जी मेरे पिता जी ने इक्को गल आखी सी कि आ अपना घर वा, घर तो बाहर अमेरिका तो घर तो बाहर इंग्लैंड, तो घर अंदर वड़दे पंजाब बना लिओ इनू। समझ आ गई प्यारिओ? तुहाडे चों कईयां दे बच्चे बाहर होने ने, ये गल्लां उन्हां तक पहुँचाओ, उन्होंने दसो कि जिन्हां ने सांभिया ना अज उन्हां दा उत्थे भी स्वर्ग वा, ते जिन्हां ने नहीं सांभिया उन्हां दा इत्थे भी नरक वा, उन्हां दा इत्थे भी हैगा वा। दौड़ मैं पहलां कहती भी वधिया गल है, नोट वधिया गल है, ये होने चाहिए बंदे को, 4 छिल्लड़ होने चाहिए, पर इनू सिर ते नहीं बिठाउणा। इनू जे सिर ते आ गए ना तो फिर गुरु भी निकल जाना, गुरु की सिक्खी भी निकल जानी है, गुरु की विचार भी निकल जानी है। तो फिर एक समा ऐसा होना तेरे कोल ये चीज़ां बहुत होणगियां, पर तेनों कोई जफ्फी पाउण वाला नहीं होना। कईयां नाल इदां वापरिया जिन्हां कोल सब कुछ आ गया, पर अज उन्हां दे कोल कोई रिश्तेदार, कोई साख संबंधी नहीं है। हुण असीं जदों गुरु की सिक्खी, गुरु की हुण कदी सोच के आपां सारे गृहस्थी हाँ, कोई पोतरियां वाला बैठा, कोई दोहतियां वाला बैठा है, किसी के 2 बच्चे, किसी के 3 बच्चे, आपां सारे गृहस्थी बैठे हैं। किन्ना प्यार हुंदा एक बाप का अपने बच्चों नाल, ये मेरे ख्याल च व्याख्या करने की लोड़ तो नहीं हैगी। एक माँ बाप का अपने बच्चों नाल, बोलो जी, तुसीं वेखो आम कहा जाता जी दादी हुंदी उन्होंने पुत्रां नालों पोतरे वध प्यारे आ। इदां ही आ ना, मेरिया मावां नूं पता है, वो अजे पुत नूं ते झिड़क मार लू, पोतरे पोतरी नूं कोई कह के वेखे दादी की जान निकल जाती है। आंदे मूल नालों व्याज वध प्यारा, चंगा लगता। जिन्हां दे घरां च चीज़ां हैगियां वो प्यार करते इदां, सारे दिन का दादा थकिया आवे, दादी थकी आवे, जो गल ला के कोई पोता पोतरी उन्होंने मिलता तो वह थकेवा लै जाता। उत्थे कोई पैंच नहीं, कोई सरपंच नहीं, कोई आगू नहीं, कोई MLA नहीं, बच्चे की उस गल वकड़ी विच बंदे का थकेवा अपने आप उतर जाता है। हुण ध्यान नाल सुणिओ गल नूं जिहड़ी मैं कहना चाहुंदा, मूल नालों व्याज वध प्यारा लगता। आम साडे समाज दे विच इंज हुंदा है। ये तो मतलब माता गुजर कौर नूं किन्ने पोतरे प्यारे होणगे, कोई शक होएगा? किन्ने प्यारे होणगे उन्हां नूं, मतलब जिहड़े अखां तो परां नहीं होण दिंदे। ते पता भी हैगा भी उन्हां साहिबजादे नूं सिपाही लैण आ रहे ते मुड़ के दोबारा मैनूं मिलना नहीं, पता भी है। ते किड्डी वड्डी गल आ, किन्नी तैयारी दे नाल उन्हां साहिबजादे नूं पालिया पोसिया वड्डिया कीता। आम आपां कहने आ भी बंदा अपने बच्चों लई सकियां भरावां नाल भी ठगियां मारदा। आम आप इहो कहने, बंदा अपने बच्चे नूं पालण लई सके भरा नाल ठगी मारदा, सके ताए चाचे नाल ठगी मारदा। तो गुरु गोबिंद सिंह महाराज तो अपने साहिबजादे साडे तो दी वार रहे हैं, वो तो साडे बदले संस्कार भी नहीं कर रहे। गुरु गोबिंद सिंह महाराज 4 साहिबजादियां विचों एक दा भी संस्कार अपने हत्थीं नहीं किया। इस तो एक किड्डी वड्डी एग्जाम्पल आ दुनिया विच, किड्डी वड्डी उदाहरण आ। एवें एवें तो नहीं सी सिख गुरु तो जाना वारदे, कहंदा गुरु साडे वास्ते इहनूं किते पूरने पाए साडे लिए उन्होंने। अज सानू अल्लाह यार खां जोगी एक मुसलमान हो के एवें थोड़ा कहता सी, करतार की सौगंध नानक की कसम है, जितनी भी हो गोबिंद की तारीफ वो कम है। वो कहता मैं जिन्नी वडियाई करा ना उन्नी थोड़ी आ, मेरे को वडियाई नहीं होनी। कहता इत्थे अज असीं पार्टियां दे झंडे चक्की फिरदे हैं, बंदियां दे झंडे चक्की फिरदे हैं। सतगुर साहिब छड्ड के मनमुख होए, बंदे दा बंदा, सतगुर नूं छड्ड के साहिब नूं छड्ड के असीं बंदियां दे बंदे बन गए। हुण गुरु दे सिख बनने विच फायदा की सी भला, कि जिहड़ी मर्जी घटना वापर जाए तू कदी डोलेगा नहीं, तेरी फतेह फतेह होएगी। गुरु दे पुत्र बनने विच तैनूं 4 चीज़ां ते अपने आप ही मिलनियां सी। एक तो तू जित्तिया नहीं जाएगा किसी कोलों, तू जायदाद की वंड वेले तेनूं लालच किदां जित जू बई, अज लालच जित के बह गया, लालच जित गया भरा हार गया, भरा नालों भरा दूर हो गया, लालच जित गया।
ਕਈਆਂ ਘਰਾਂ ਦੇ ਵਿੱਚ ਇੱਕ ਭਰਾ ਦੇ ਪੁੱਤਰ ਧੀ ਦਾ ਆਨੰਦ ਕਾਰਜ ਹੈ, ਦੂਜੇ ਪਰਿਵਾਰ ਵਾਲੇ ਆਉਂਦੇ ਹੀ ਨਹੀਂ। ਕਿਉਂ? ਕਹਿੰਦੇ ਲਾਲਚ ਨੇ ਦੋਵਾਂ ਨੂੰ ਇੱਕ ਦੂਜੇ ਤੋਂ ਦੂਰ ਕਰਤਾ। ਰਿਸ਼ਤੇਦਾਰੀਆਂ 'ਚ ਐਸਾ ਕੁਝ ਹੋ ਰਿਹਾ, ਨਕਲੀ ਵਿਆਹ ਕਰ ਕਰਕੇ ਕਈ ਸਾਡੇ ਪੰਜਾਬੀ ਬਾਹਰ ਜਾਂਦੇ, ਲਾਲਚੀ ਹੈ। ਕਈ ਲੜਕੇ ਵਾਲੇ ਰੁਲ ਰਹੇ ਨੇ ਇੱਥੇ, ਕਈ ਲੜਕੀਆਂ ਵਾਲੇ ਰੁਲ ਰਹੇ ਨੇ। ਅਕਸਰ ਤਾਂ ਕਿਤੇ ਨਾ ਕਿਤੇ ਅੰਦਰ ਘਾਟ ਵਾਪਰੀ ਆ ਨਾ। ਸਾਡੀ ਐਜੂਕੇਸ਼ਨ, ਸਾਡਾ ਬੇਸ। ਹੁਣ ਜਿਹੜਾ ਬੰਦਾ, ਮੈਂ ਸ੍ਰੀ ਰਾਗ ਦਾ ਇੱਕ ਸ਼ਬਦ ਪੜ੍ਹ ਰਿਹਾ ਸੀ, ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁੱਖ ਹੋਏ। ਰਾਸ ਸਮਝਦੇ ਹੋ? ਰਾਸ, ਦੁਕਾਨ ਪਾਉਣ ਲੱਗਾ ਬੰਦਾ ਕੋਈ, ਕਿਸੇ ਨੇ ਪੁੱਛਿਆ ਦੁਕਾਨ ਪਾਉਣੀ ਕਿੰਨੀ ਕੁ ਰਾਸ ਹੈ ਤੇਰੇ ਕੋਲ? ਉਹਦਾ ਵੀ ਮੇਰੇ ਕੋਲ 2 ਲੱਖ ਰੁਪਈਆ ਹੈਗਾ, 2-3 ਮੈਂ ਵਿਆਜੀ ਚੱਕ ਲੈਣਾ, ਮੈਂ ਕਾਰੋਬਾਰ ਸ਼ੁਰੂ ਕਰਨਾ। ਬੰਦੇ ਨੇ ਦੱਸ ਦਿੱਤਾ ਨਾ ਵੀ ਰਾਸ ਮੇਰੇ ਕੋਲ ਇੰਨੀ ਕਾ, ਬਾਕੀ ਮੈਂ ਵਿਆਜੀ ਚੱਕ ਲੈਣਾ, ਕਾਰੋਬਾਰ ਸ਼ੁਰੂ ਕਰਨਾ। ਰਾਸ ਹੁੰਦੀ ਮੁੜ ਤੁਸੀਂ ਵਿਆਹ ਕਰਨਾ, ਤੁਹਾਨੂੰ ਪੁੱਛਦੇ ਹੋ ਕੋਈ ਬੰਦਾ ਘਰ ਬਣਾਉਣ ਲੱਗਾ ਕਿੰਨੇ ਕੁ ਪੈਸੇ ਇਕੱਠੇ ਕੀਤੇ। ਕਈ ਵਾਰੀ ਐਸਾ ਹੁੰਦਾ ਵੀ ਪੈਸੇ ਆਪਣੇ ਕੋਲ ਹੈਗਾ 10 ਲੱਖ 15 ਲੱਖ, ਅਤੇ ਘਰ ਬਣਾਉਣਾ ਸ਼ੁਰੂ ਕੀਤਾ, ਲੱਗ ਗਿਆ ਮੁੜ ਕੇ 20 ਲੱਖ। 4-5 ਆਪਾਂ ਰਿਸ਼ਤੇਦਾਰਾਂ ਕੋਲ ਫੜ ਲਿਆ ਵੀ ਜਦੋਂ ਕਿ ਆ ਕਣਕ ਮੇਰੀ ਵੱਢੀ ਗਈ ਮੈਂ ਤੇਰੇ ਪੈਸੇ ਵਾਪਸ ਕਰ ਦਿਆਂਗਾ। ਰਾਸ। ਹੁਣ ਜਿਨ੍ਹਾਂ ਕੋਲ ਸੱਚ ਦੀ ਰਾਸ ਹੈ ਨਹੀਂ, ਸੁਣਿਓ ਹੁਣ ਮਹਾਰਾਜ ਕੀ ਕਹਿੰਦੇ, ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ, ਕੁਐਸਚਨ ਮਾਰਕ ਲਾਤਾ ਇੱਦਾਂ, ਕਿਉਂ ਤਿੰਨਾ ਸੁੱਖ ਹੋਏ। ਜਿਨ੍ਹਾਂ ਕੋਲ ਰਾਸ ਸੱਚ ਦੀ ਨਹੀਂ ਹੈਗੀ, ਉਹ ਭਾਵੇਂ ਫਰਨੀਚਰ ਲੈ ਆਉਣ 2 ਲੱਖ ਦਾ, ਉਹਦੇ 'ਤੇ ਬੈਠਿਆਂ ਆਨੰਦ ਨਹੀਂ ਆਉਣਾ। ਬੈੱਡ ਲੈ ਆਉਣ ਭਾਵੇਂ ਉਹ 50,000 ਦਾ, ਉਹਦੇ 'ਤੇ ਨੀਂਦ ਨਹੀਂ ਆਉਣੀ। ਅਤੇ ਗੱਡੀ ਲੈ ਆਉਣ ਭਾਵੇਂ 10-20 ਲੱਖ ਦੀ, ਉਹਦੇ 'ਚ ਸਫ਼ਰ ਕਰਨ ਲੱਗਿਆ ਵੀ ਅੰਦਰ। ਤੁਸੀਂ ਵੇਖ ਕਈ ਬੰਦੇ ਚੰਗੀਆਂ ਚੰਗੀਆਂ ਗੱਡੀਆਂ 'ਚ ਬੈਠੇ ਵੀ ਖਿਝੀ ਜਾਣਗੇ। ਉਹ ਖਿਝ ਪਤਾ ਕਾਹਦੀ ਆ? ਅੰਦਰ ਸਹੀ ਨਹੀਂ ਹੈਗਾ। ਕਈ ਰਿਕਸ਼ੇ ਚਲਾਉਣ ਵਾਲੇ ਵੀ ਖੁਸ਼ ਦੇਖਦੇ ਤੁਹਾਨੂੰ। ਅੱਛਾ, ਇੱਕ ਬੰਦੇ ਦੀ ਕੋਠੀ ਬਣ ਰਹੀ ਆ, ਦਿਹਾੜੀ ਵਾਲੇ ਆਉਂਦੇ ਉਹਦੇ ਘਰ ਕੰਮ ਕਰਨ ਵਾਲੇ, ਮਿਸਤਰੀ ਵੀ ਆਉਂਦੇ ਆ। ਜਿਹਦੀ ਕੋਠੀ ਬਣ ਰਹੀ ਆ ਨਾ 2-4 ਬੈਡਰੂਮਾਂ ਦੀ, ਇੱਦਾਂ ਉਹਨੇ ਕੱਛਾਂ 'ਚ ਹੱਥ ਲਿਆ ਅਤੇ ਨਾਲੇ ਕਲਪੀ ਜਾਂਦਾ। ਅਤੇ ਜਿਹੜੇ ਦਿਹਾੜੀਦਾਰ ਆਉਂਦੇ ਉਹ ਲਿਆ ਕੇ ਸਾਈਕਲ ਲਾਉਂਦੇ ਇਹਦਾ ਕੰਧ ਨਾਲ, ਅਤੇ ਹੱਸਦੇ ਹੀ ਆਉਂਦੇ ਆ ਅਤੇ ਹੱਸਦੇ ਹੀ ਬੋਲੋ ਅੱਗੇ ਜਾਂਦੇ ਆ। ਇਹ ਮਾੜੀ ਮਾੜੀ ਗੱਲ 'ਤੇ ਕਲਪੀ ਜਾਂਦਾ। ਅਤੇ ਪਤਾ ਮਨ 'ਚ ਕੀ ਸੋਚਦੇ ਹੋ? ਉਹ ਆਂਦੇ ਤਾਂ ਨਹੀਂ ਹੈਗੇ ਵਿਚਾਰਿਆਂ ਪੈਸੇ ਲੈਣੇ, ਪਰ ਮਨ ਸੋਚਦੇ ਵੀ ਸਰਦਾਰਾ ਕੋਠੀ ਭਾਵੇਂ ਤੂੰ ਜਿਹੜੀ ਮਰਜ਼ੀ ਪਾ ਲਾ, ਪਰ ਤੇਰਾ ਇੱਕ ਕਲਪਣ ਵਾਲਾ ਸੁਭਾਅ। ਉੱਚੀ ਬੋਲੋ ਭਲਾ। ਸਗੋਂ ਤੂੰ ਉਹਨੂੰ ਪਿਆਰ ਕਰ। ਮੈਂ ਇੱਕ ਦਿਨ ਸੁਝਾਅ ਦਿੱਤਾ ਸੀ ਕਿ ਜਦੋਂ ਤੁਸੀਂ ਆਪਣਾ ਘਰ ਬਣਾਉਂਦੇ ਆ ਨਾ, ਸਾਡੇ ਨਾ ਮੈਂ ਆਪਣੀ ਗੱਲ ਦੱਸਣ ਲੱਗਾ। ਪਹਿਲਾਂ ਅਸੀਂ ਜਦੋਂ ਘਰ ਬਣਾਇਆ ਤਾਂ ਸਾਡੇ ਨਾ ਇੱਦਾਂ, ਜਦੋਂ ਸਾਡੇ ਕੰਮ ਵਾਲੇ ਆਉਣਾ ਤਾਂ ਸਾਡੇ ਮਾਤਾ ਜੀ ਨੇ ਇੱਕ ਨੇਮ ਬਣਾ ਤਾ ਰੋਜ਼ ਵੀ ਜਿੰਨੇ ਆਪਣੇ ਘਰ ਕੰਮ ਕਰਦੇ ਰੋਜ਼ ਉਹਨਾਂ ਨੂੰ ਸ਼ਰਬਤ ਵਾਲਾ ਪਾਣੀ, ਨਿੰਬੂ ਪਾਣੀ ਪਿਉਣਾ। ਅਤੇ ਇੱਕ ਦਿਨ ਪੁੱਛ ਹੀ ਲਿਆ ਵੀ ਕਾਹਦੇ ਲਈ, ਮੈਂ ਜਾਣ ਕੇ ਪੁੱਛਿਆ, ਕਹਿੰਦੇ ਇਸ ਕਰਕੇ ਉੱਥੇ ਛਬੀਲਾਂ ਲਾਉਂਦੇ ਆ, ਇਹਨਾਂ ਨੂੰ ਪਾਣੀ ਦੀ ਲੋੜ ਹੈ, ਇਹਨਾਂ ਨੂੰ 2 ਵਾਰ ਪਿਆਓ, ਇਹਨਾਂ ਨੂੰ 3 ਵਾਰ ਪਿਆਓ। ਕਿਉਂ? ਜਿਹੜਾ ਆਪਾਂ ਇਹਨਾਂ ਨੂੰ ਖਾਣਾ ਪਾਣੀ ਪਿਆਉਣਾ, ਇਹ ਤਾਂ ਇਹਨਾਂ ਦੇ ਸਰੀਰ ਅੰਦਰ ਜਾਣਾ। ਜਿਹੜੇ ਪੈਸੇ ਦੇਣੇ ਉਹ ਤਾਂ ਇਹਨਾਂ ਨੇ ਆਪਣੇ ਪਰਿਵਾਰ ਲਈ ਆਟਾ ਦਾਲ ਲੈ ਜਾਣਾ। ਅਤੇ ਕਈ ਬੰਦੇ ਦਿਹਾੜੀਦਾਰ ਦੇ ਗਲ ਪੈ ਜਾਣਗੇ, ਖਿਝ, ਉਹ ਤੂੰ ਸੀਮੈਂਟ ਡੋਲਤਾ, ਉਹ ਤੂੰ ਇੱਦਾਂ ਕਰਤਾ, ਤੂੰ ਪਾਣੀ ਕਰਤਾ। ਉੱਥੇ ਲੀਡਰਾਂ ਦੀਆਂ ਗੁੱਸਾ ਨਾ ਮਨਾਇਓ। ਹੁਣ ਜੇ ਤੁਸੀਂ ਸੱਦ ਲਿਆ ਤਾਂ ਸੁਣਨਾ ਪੈਣਾ ਤੁਹਾਨੂੰ। ਹੁਣ ਜਾਂ ਜਾਣ ਲੱਗਿਆ ਭਾਈ ਅਵਤਾਰ ਸਿੰਘ ਨੂੰ ਕਹਿ ਦੇ ਵੀ ਕੱਲ੍ਹ ਕੈਂਸਲ। ਉੱਥੇ ਲੀਡਰਾਂ ਦੀਆਂ ਜੁੱਤੀਆਂ ਚੜ੍ਹਦੇ ਫਿਰਦੇ ਆ। ਲੀਡਰਾਂ ਨੇ ਤੁਹਾਡੇ ਰੋਡ ਖਾ ਲਏ, ਤੁਹਾਡੇ ਕਾਲਜ ਹੌਸਪੀਟਲ ਖਾ ਲਏ, ਉੱਥੇ ਕੁਸਕੇ ਨਹੀਂ। ਦਿਹਾੜੀਦਾਰ ਬੰਦਾ ਜੇ ਕਿਤੇ ਮਾੜਾ ਮੋੜ ਸੀਮੈਂਟ ਡੁੱਲ ਗਿਆ ਉਹਦੇ ਕੋਲੋਂ, ਉਹ ਉਹਦੀ ਲਾਹ ਪਾ ਕਰਦੇ ਆ ਨਾ, ਉਹ ਆਪਣੀ ਗਰੀਬੀ ਨੂੰ ਕੋਸਦਾ ਸਾਰੀ ਜ਼ਿੰਦਗੀ ਵੀ ਰੱਬਾ ਜਨਮ ਤਾਂ ਦੇਤਾ ਪਰ ਗਰੀਬੀ ਦੇਤੀ ਨਾਲ। ਆਹ 2 ਕੌਡੀਆਂ ਦਾ ਬੰਦਾ ਜਿਹੜਾ ਲੀਡਰਾਂ ਦੀਆਂ ਜੁੱਤੀਆਂ ਚੜ੍ਹਦਾ ਫਿਰਦਾ, ਅੱਜ ਮੇਰੀ ਲਾਹ ਕੇ ਮੇਰੇ ਹੱਥ 'ਚ ਫੜਾ ਗਿਆ। ਅਤੇ ਗੁਰਦੁਆਰੇ ਆਣ ਕੇ ਪਤਾ ਇਹੋ ਜਿਹੇ ਬੰਦੇ ਕਰਦੇ, ਪਹਿਲਾਂ ਸਾਹਮਣੇ ਮੱਥਾ ਟੇਕਣਗੇ, ਜ਼ੋਰ ਨਾਲ ਘਰੋੜ ਕੇ ਕਹਿਣਗੇ ਸਤਨਾਮ ਸਤਨਾਮ, ਫਿਰ ਸੱਜੇ ਬੰਨੇ ਪਰਿਕਰਮਾ ਕਰਨਗੇ, ਫਿਰ ਗ੍ਰੰਥੀ ਦੇ ਪਿੱਛੇ ਜਾ ਕੇ ਜਿਹੜੇ ਮੁੱਖ ਵਾ ਉੱਥੇ ਵੀ ਜ਼ੋਰ ਨਾਲ ਸਤਨਾਮ, ਵੀ ਤੂੰ ਮੂੰਹ 'ਚ ਪੜ੍ਹ ਲਾ, ਉਹਨੂੰ ਹੁਕਮਨਾਮਾ ਭੁਲਾ ਦੇਣਾ ਤੂੰ, ਵੀ ਤੈਨੂੰ ਸਤਨਾਮ ਜ਼ਿਆਦਾ ਕਹਿਣਾ ਆਉਂਦਾ, ਗ੍ਰੰਥੀ ਨੂੰ ਤੇਰੇ ਨਾਲੋਂ ਵਧੀਆ ਕਹਿਣਾ ਆਉਂਦਾ। ਉਹ ਪਤਾ ਕਿਉਂ ਜੋ ਜ਼ੋਰ ਨਾਲ ਘਰੋੜ ਕੇ ਕਹਿ ਰਿਹਾ? 5-7 ਨਾਲ ਸਵੇਰ ਦਾ ਝਗੜਾ ਕਰਕੇ ਆਇਆ, ਅੰਦਰੋਂ ਖਿਝਿਆ ਪਿਆ ਵੀ ਮੇਰਾ ਆਹ ਨੁਕਸਾਨ ਹੋ ਗਿਆ। ਜਿੰਨੇ ਬੰਦੇ ਘਰੋੜ ਕੇ ਗੁਰਦੁਆਰੇ ਮੱਥਾ ਰਗੜ ਕੇ ਟੇਕਦੇ ਆ ਨਾ, ਟੈਨਸ਼ਨ ਲਿਆ ਕਰੋ ਵੀ ਇਹਨੇ ਕੋਈ ਖਾਧਾ ਵਾਹਵਾ ਹੀ ਆ ਕਿਸੇ ਦਾ। ਬੰਦੇ ਦਾ ਅੰਦਰ ਸਾਫ਼। ਤੁਸੀਂ ਵੇਖਿਆ ਨਾ ਕਈ ਵਾਰੀ ਜਿਹੜੇ ਬੱਚੇ ਅੱਗੋਂ ਪਿੱਛੋਂ ਰਿਸਪੈਕਟ ਕਰਦੇ ਨਾ ਦਾਦੇ ਦਾਦੀਆਂ ਦੇ, ਮਾਂ ਬਾਪ ਦੀ, ਉਹਨਾਂ ਨੂੰ ਆਏ ਗਏ ਦੇ ਵਿਖਾਵਾ ਕਰਨ ਦੀ ਲੋੜ ਨਹੀਂ। ਆ ਜਿਹੜੇ ਆਏ ਗਏ ਦੇ ਸਾਹਮਣੇ ਕਹਿਣਾ ਸਰਦਾਰ ਜੀ ਰੋਟੀ ਖਾਣੀ ਤੁਸੀਂ, ਸਮਝ ਲਓ ਵੀ ਮਗਰੋਂ ਪੂਰੀ ਕਲਾਸ ਲੱਗਦੀ ਹੈ ਬੰਦੇ ਦੀ। ਗੁੱਸਾ ਨਾ ਮਨਾ ਲਿਓ, ਸਾਰਿਆਂ ਨਾਲ ਇੱਦਾਂ ਨਹੀਂ ਹੁੰਦੀ। ਉਦਾਂ ਆਮ ਕਈ ਵੀ ਇੱਦਾਂ ਹੁੰਦਾ ਕਿ ਨਹੀਂ? ਬੋਲੋ ਜੀ।
ਜਦੋਂ ਘਰ 'ਚ ਕੋਈ ਆਇਆ ਉਦੋਂ ਸੱਸ ਨੂੰ ਮੰਮੀ ਜੀ ਰੋਟੀ ਲਿਆਈਏ। ਉਹ ਮੰਮੀ ਆਂਦੀ ਜੇ ਕਿਤੇ ਰਿਸ਼ਤੇਦਾਰ ਪੱਕੇ ਆਪਣੇ ਘਰ ਰਹਿ ਪੈਣਾ ਵਧੀਆ ਹੋਵੇ, ਮਗਰੋਂ ਬੁੜੀ ਤੋਂ ਬਿਨਾਂ ਬੋਲਦੇ ਨਹੀਂ। ਉਹ ਭਾਗਾਂ ਵਾਲਿਓ, ਇਸੇ ਨੂੰ ਬਾਣੀ ਆਂਦੀ ਸੀ ਪਖੰਡ ਛੱਡ ਦਿਓ, ਇਸ ਨੂੰ ਆਂਦੀ ਸੀ ਦੋਗਲਾ ਕਰਦਾਰ ਛੱਡ ਦਿਓ, ਇਸੇ ਨੂੰ ਆਖਿਆ ਸੀ ਤਨ ਚੰਦਨ ਮਸਤਕ ਪਾਤੀ ਰਿਦ ਅੰਤਰ ਕਰ ਤਲਕਾਤੀ ਠੱਗ ਦਿਸ਼ਟ ਬੱਗਾਂ ਲਿਵ ਲਾਗਾ ਦੇਖ ਵੈਸ਼ਨੂੰ ਪ੍ਰਾਣ ਮੁਖ ਭਾਗਾ। ਇਹ ਵੈਸ਼ਨੂੰ ਆ ਜੀ ਸੁਖਨਾ, ਸਾਡਾ ਪ੍ਰਾਹੁਣਾ ਭੈਣੋ ਵੈਸ਼ਨੂੰ ਆ। ਵੈਸ਼ਨੂੰ ਦੇ ਕੀ ਅਰਥ ਆ ਜੀ? ਇੱਦਾਂ ਸਾਰੇ ਸਾਧ ਹੀ ਵੈਸ਼ਨੂੰ, ਸਾਰੀ ਦੁਨੀਆ ਤੰਗ ਆ। ਉਹ ਬੋਲੋ ਭਾਈ, ਵੈਸ਼ਨੂੰ ਦੇ ਅਰਥ ਕੀ ਆ? ਵੈਸ਼ਨੂੰ ਢਾਬਾ ਤੇ ਪਨੀਰ ਨਕਲੀ ਲਿਆ ਕੇ ਉੱਥੇ ਵੇਚ ਰਹੇ। ਵੈਸ਼ਨੂੰ ਦੇ ਕੀ ਅਰਥ ਵਾ? ਵਿਸ਼ਨੂੰ ਦਾ ਭਗਤ। ਵੀ ਇਹ ਬੰਦਾ ਜੀ ਵੇਖੋ ਸ਼ਰਾਬ ਨਹੀਂ ਪੀਂਦਾ, ਭੁੱਕੀ ਫੀਮ ਨਹੀਂ ਖਾਂਦਾ, ਕੋਈ ਨੌਨ ਵੈਜ ਨਹੀਂ ਖਾਂਦਾ, ਤੇ ਪਿਓਰ ਵੈਸ਼ਨੂੰ ਆ। ਸੱਸ ਵੀ ਵੈਸ਼ਨੂੰ ਆ ਨਾ। ਤੇ ਬਾਣੀ 'ਚ ਕੀ ਲਿਖਿਆ ਭਲਾ? ਵੈਸ਼ਨੂੰ ਨਾਮ ਕਰਤ ਖਟ ਕਰਮਾ ਅੰਤਰ ਲੋਭ ਜੂਠਾਨ। ਜੇ ਸੱਸ ਦੇ ਅੰਦਰ ਚੂੜੀ ਪਾਉਣ ਦਾ ਲਾਲਚ ਆ ਨਾ, ਤੇ ਦੂਜੀ ਕਹੇ ਹਾਂ ਵੀ ਭੈਣੇ ਮੇਰੀ ਸੱਸ ਤਾਂ ਵੈਸ਼ਨੂੰ ਆ। ਵੈਸ਼ਨੂੰ ਕਾਹਦੀ? ਅੰਦਰ ਤੇ ਲਾਲਚ ਆ, ਲਾਲਚ ਨੇ ਅੰਦਰ ਜੂਠਾ ਕੀਤਾ ਹੋਇਆ। ਕਿਉਂ ਜੀ? ਇਸ ਹਿਸਾਬ ਨਾਲ ਕਿੰਨੇ ਕੁ ਵੈਸ਼ਨੂੰ ਹੋਏ ਭਲਾ ਫਿਰ, ਜੇ ਆਪਾਂ ਇੱਦਾਂ ਵੈਸ਼ਨੂੰ ਵੇਖਾਂਗੇ? ਨਹੀਂ ਭੈਣੇ ਸਾਡਾ ਪ੍ਰਾਹੁਣਾ ਸੁੱਖ ਨਾ, ਬੋਲੋ ਜੀ ਵੈਸ਼ਨੂੰ ਆ। ਦੋ ਧੀਆਂ ਦੋ ਜਵਾਈ ਆ। ਇੱਕ ਜਵਾਈ ਪੇਕੇ ਆਉਣ ਲੱਗਿਆ ਲੜਕੀ ਨੂੰ ਇਹ ਕਹਿੰਦਾ ਵੀ ਜਾ ਕੇ ਮੰਮੀ ਡੈਡੀ ਨੂੰ ਤੰਗ ਨਾ ਕਰੀ, ਜੋ ਸੂਟ ਚਾਹੀਦਾ ਜੋ ਕੱਪੜੇ ਚਾਹੀਦੇ ਇੱਥੋਂ ਬਣਾ ਕੇ ਦੇਵਾਂਗਾ, ਬਸ ਮਿਲ ਕੇ ਆ ਜਾ। ਤੇ ਇੱਕ ਘਰੋਂ ਕਹਿ ਕੇ ਤੁਰਦਾ ਆਪਣਾ ਹਿੱਸਾ। ਪਾਪਾ ਜੀ ਰਿਟਾਇਰ ਹੋਏ ਆ, ਨਾਲੇ 5 ਦਿਨ ਰਹੇ ਆ, ਨਾਲੇ ਨਿਆਣਿਆਂ ਨੂੰ ਮਿਲਾਇਆ ਤੇ ਨਾਲੇ ਆਪਣਾ। ਅੱਛਾ ਜਦੋਂ ਪਾਪਾ ਜੀ ਹੌਸਪੀਟਲ ਬਿਮਾਰ ਸੀ ਉਦੋਂ ਘਰ ਵਾਲੀ ਕਹਿੰਦੀ ਸੀ 4 ਦਿਨ ਪਾਪਾ ਜੀ ਦੀ ਸੇਵਾ ਕਰਾਵਾਂ। ਉਹ ਕਹਿੰਦਾ ਉਹ ਤਾਂ ਬਿਮਾਰ ਹੀ ਰਹਿੰਦਾ 24 ਘੰਟੇ। ਉਹ ਠੀਕ ਕਦੋਂ ਸੀ? ਮੈਂ ਜਦੋਂ ਵਿਆਹਣ ਗਿਆ ਸੀ ਉਦੋਂ ਵੀ ਬਿਮਾਰ ਸੀ। ਅੱਛਾ ਜੇ ਅੱਜ ਕਿਹਾ ਵਾ ਉਦੋਂ ਜਾਣ ਨਹੀਂ ਦਿੱਤਾ, ਤੇ ਜਦੋਂ ਹੁਣ ਪਤਾ ਵਾ ਕਿ ਹੁਣ 4 ਪੈਸੇ ਆਉਣੇ ਆ, ਪੈਸੇ ਮਿਲੇ ਆ, ਹੁਣ ਉਹਨੂੰ ਸਿੱਖਿਆ ਦੇ ਕੇ ਤੋਰ ਰਿਹਾ ਵੀ ਤੂੰ ਆਪਣਾ ਹਿੱਸਾ ਲਿਆ। ਤੇ ਪਰਿਵਾਰ ਵਾਲੇ ਪੁੱਛਦੇ ਆ ਸੁੱਖ ਨਾਲ ਸਾਡੇ ਦੋਵੇਂ ਪ੍ਰਾਹੁਣੇ ਵੈਸ਼ਨੂੰ ਆ ਭੈਣੇ। ਵੈਸ਼ਨੂੰ ਕਾਹਦਾ? ਬਈ ਲਾਲਚ ਆ ਉਹਦੇ ਅੰਦਰ। ਉਹਨੂੰ ਤੁਹਾਡੀ ਜ਼ਮੀਨ ਜਾਇਦਾਦ ਉੱਤੇ ਆਪਾਂ ਨੂੰ ਹੁਣ ਗੁੱਸਾ ਪਤਾ ਸਾਰੇ ਹੁੰਦਾ। ਆਪਣੇ ਮੰਨ ਲਓ ਜਿਹੜੇ ਜਵਾਈ ਹੁੰਦੇ ਆ, ਭਰਾ ਹੁੰਦੇ ਆ, ਪੁੱਤਰ ਹੁੰਦੇ, ਆਪਾਂ ਨੂੰ ਅਗਲੇ ਦਾ ਸੁਭਾਅ ਦਾ ਪਤਾ ਹੁੰਦਾ ਨਾ, ਇਹ ਥੋੜ੍ਹਾ ਲਾਲਚੀ ਆ, ਇਹ ਨਿਆਣੇ ਦਾ ਫੁੱਫੜ ਥੋੜ੍ਹਾ ਜਿਹਾ, ਆਹ ਨਿਆਣੇ ਦਾ ਮਾਸਟਰ ਥੋੜ੍ਹਾ ਜਿਹਾ ਸਹੀ ਆ, ਅਤੇ ਆਹ ਲਾਲਚੀ ਆ। ਉਹ ਜਿਹੜਾ ਲਾਲਚ ਆ ਨਾ, ਜਿਹੜਾ ਲਾਲਚੀ ਆ ਨਾ ਉਹ ਵੈਸ਼ਨੂੰ ਨਹੀਂ ਜੇਗਾ। ਸੁਣ ਲਓ ਹੁਣ, ਜਿਹੜਾ ਵੀ ਲਾਲਚੀ ਆ ਉਹ ਵੈਸ਼ਨੂੰ। ਅਤੇ ਹੁਣ ਇਸ ਹਿਸਾਬ ਨਾਲ ਆਪੇ ਅੰਦਾਜ਼ਾ ਲਾ ਲਿਓ ਵੀ ਕਿੰਨੀਆਂ ਸੱਸਾਂ, ਕਿੰਨੇ ਸਹੁਰੇ, ਕਿੰਨੇ ਪਤੀ, ਕਿੰਨੇ ਭੈਣ ਭਰਾ ਸਮਾਜ ਵਿੱਚ ਵੈਸ਼ਨੂੰ ਹੈਗੇ। ਉੱਦਾਂ ਕਹਿਣਗੇ ਜੀ ਵੈਸ਼ਨੂੰ ਹੈ ਜੀ। ਵੈਸ਼ਨੂੰ ਦੇ ਅਰਥ ਇਹੋ ਹੀ ਕੰਤੇ ਵੈਸ਼ਨੂੰ ਨਾਮ ਕਰਤ ਖਟ ਕਰਮਾ। ਨਾਮ ਵੈਸ਼ਨੂੰ ਰੱਖਿਆ ਵਾ, ਧਾਰਮਿਕ ਕਰਮ ਰਸਮਾਂ ਪੂਰੀਆਂ ਨਿਭਾਉਂਦਾ ਵਾ, ਪਰ ਅੰਦਰ ਲੋਭ ਜੂਠਾਨ, ਅੰਦਰ ਲੋਭ ਨੇ ਜੂਠਾ ਕੀਤਾ ਹੋਇਆ ਉਹਦਾ। ਅਤੇ ਲਾਲਚ ਇੱਕ ਇੱਦਾਂ ਦੀ ਚੀਜ਼ ਆ ਜਿਹੜੀ ਕਿਸੇ ਐਕਸਰੇ ਵਿੱਚ ਨਹੀਂ ਆਉਣੀ। ਲਾਲਚ ਕਿਸੇ ਐਕਸਰੇ 'ਚ ਆਉਂਦਾ ਭਲਾ? ਇਹ ਕਿਸੇ ਐਕਸਰੇ 'ਚ ਨਹੀਂ ਆਉਂਦਾ। ਇਹ ਤਾਂ ਬੰਦੇ ਨੂੰ ਪਤਾ ਬੰਦੇ ਅੰਦਰ ਲਾਲਚ ਕਿੰਨਾ ਹੈਗਾ। ਤੋ ਆਪਾਂ ਗੱਲ ਕਰ ਰਹੇ ਸੀ ਕਿੰਨੀ ਤਿਆਰੀ ਹੈ ਉਹਨਾਂ ਮਹਾਨ ਯੋਧਿਆਂ ਦੀ। 7 ਸਾਲ ਦੇ ਨੇ ਬਾਬਾ ਫਤਿਹ ਸਿੰਘ। ਇਹ ਪਰਵਰਿਸ਼ 'ਤੇ ਡਿਪੈਂਡ ਕਰਦਾ ਵੀ ਅਸੀਂ ਬੱਚਿਆਂ ਨੂੰ ਪਾਲਦੇ ਕਿੱਦਾਂ। ਮੈਂ ਗੱਲ ਕੀਤੀ ਸੀ ਆਪਣੇ ਬੱਚਿਆਂ ਦੀ ਪਰਵਰਿਸ਼। ਵੇਖੋ ਦਰਖਤ ਲਾਉਣਾ, ਪੌਦਾ ਲਾਉਣਾ, ਨਰਸਰੀ 'ਚੋਂ ਲਿਆ ਕੇ ਤੁਸੀਂ 100 ਬੂਟਾ ਲਾ ਦਿਓ, ਪਰ ਉਹਨੂੰ ਤੁਸੀਂ ਦਰਖਤ ਬਣਾਉਣ ਲੱਗਿਆਂ ਕਿਹੜੀ ਕਿਹੜੀ ਚੀਜ਼ ਦਾ ਧਿਆਨ ਰੱਖਣਾ ਪੈਣਾ? ਇੱਕ ਪਾਣੀ ਦੇਣਾ ਪੈਣਾ, ਇੱਕ ਰਾਹ ਜਾਂਦਾ ਪਸ਼ੂ ਕੋਈ ਉੱਤੇ ਮੂੰਹ ਨਾ ਮਾਰ ਜੇ, ਲੋਹੇ ਦਾ ਜੰਗਲਾ ਲਾਉਣਾ ਪੈਣਾ। ਅਤੇ ਬੱਚਾ ਵੀ ਤਾਂ ਇੱਦਾਂ ਹੀ ਆ। ਬੱਚੇ ਦਾ ਇਕੱਲਾ ਜਨਮ ਹੋ ਗਿਆ ਗੱਲ ਬਣ ਜੂ? ਉਹਨੂੰ ਬਹੁਤ ਕੁਝ ਚਾਹੀਦਾ। ਉਹਨੂੰ ਸੰਸਕਾਰਾਂ ਦੀ ਲੋੜ ਆ, ਉਹਨੂੰ ਰਹਿਣ ਸਹਿਣ ਦਾ ਪਤਾ ਹੋਣਾ ਚਾਹੀਦਾ। ਉਹਦੀ ਤਿਆਰੀ ਤੁਸੀਂ ਕਿੱਦਾਂ ਕਰਨੀ ਆ, ਕਿੱਦਾਂ ਤੁਸੀਂ ਪਾਲਣਾ ਉਹਨੂੰ, ਕਿੱਦਾਂ ਉਹਨੂੰ ਸੰਸਕਾਰ ਦੇਣੇ ਆ। ਸੰਸਕਾਰ ਕਿੱਥੋਂ ਮਿਲਣੇ ਆ? ਪਰਿਵਾਰਾਂ 'ਚੋਂ, ਰਹਿਣ ਸਹਿਣ ਵਿੱਚੋਂ ਮਿਲਣੇ ਆ। ਉਹਨੇ ਆਪਣੇ ਘਰ 'ਚ ਉਹਨੇ ਪਿਤਾ ਨੂੰ ਆਪਣੀ ਦਾਦੀ ਮਾਂ ਨਾਲ ਗੱਲ ਕਰਦਿਆਂ ਵੇਖਿਆ। ਜਿਹੜੀ ਘਰ 'ਚ ਤੁਹਾਡੀ ਧੀ ਪਲ ਰਹੀ ਆ, ਉਹਨੇ ਆਪਣੇ ਪਿਤਾ ਨੂੰ ਮਾਂ ਨਾਲ ਗੱਲ ਕਰਦਿਆਂ ਵੇਖਿਆ ਵੀ ਇੱਦਾਂ ਘਰ 'ਚ ਰਹਿੰਦੇ ਆ। ਇਹੋ ਸੰਸਕਾਰ ਉਹਨੇ ਸਹੁਰੇ ਘਰ ਲੈ ਕੇ ਜਾਣੇ। ਪਰਿਵਾਰ 'ਚ ਰਹਿਣਾ ਸਿੱਖ ਲਈਏ, ਅਸੀਂ ਸਮਾਜ ਵਿੱਚ ਰਹਿਣਾ ਸਿੱਖ ਲਈਏ, ਸ਼ਬਦ ਸਿੱਖ ਲਈਏ, ਸੋਹਣਾ ਜੀਵਨ ਸਿੱਖ ਲਈਏ। ਠੱਗੀਆਂ ਹੁਣ ਜਿਨ੍ਹਾਂ ਘਰਾਂ 'ਚ ਤੁਸੀਂ ਵੇਖਿਆ ਰਿਸ਼ਵਤ ਦੇ ਪੈਸੇ ਆਉਂਦੇ ਆ, ਐਸ ਹੱਥ ਰਿਸ਼ਵਤ ਦੇ ਪੈਸੇ ਆਉਂਦੇ ਆ, ਐਸ ਹੱਥ ਬੱਚੇ ਲੈ ਜਾਂਦੇ ਆ, ਉੱਥੇ ਜਾ ਕੇ ਉਜਾੜ ਆਉਂਦੇ ਆ। ਭਲਿਆ ਰਿਸ਼ਵਤ ਦੇ ਬੜੇ ਬੜੇ ਅਫਸਰਾਂ ਦੇ ਕੋਲ ਤਾਂ ਰਿਸ਼ਵਤ ਦੇ ਪੈਸੇ ਉਹਨਾਂ ਦੇ ਹੱਥ ਲੱਗਦੇ ਹੀ ਨਹੀਂ, ਲੈਂਦੇ ਉਹ ਆ।
ਉਹ ਕਹਿੰਦੇ ਸਿੱਧਾ ਘਰ ਪਹੁੰਚਾਓ, ਅਤੇ ਉਹਨਾਂ ਦੇ ਆਉਣ ਤੱਕ ਘਰ ਦੇ ਪੈਸੇ ਕਿੱਥੇ ਲੈ ਜਾਂਦੇ ਭਲਾ? ਕਲੱਬਾਂ ਪੱਬਾਂ 'ਚ ਡਾਤੇ, ਪਾਰਟੀਆਂ 'ਚ ਡਾਤੇ। ਭਲਿਆ ਤੂੰ 5-7% ਵਿਆਜੀ ਪੈਸੇ ਚੁੱਕ ਕੇ ਅਗਲੇ ਤੈਨੂੰ ਰਿਸ਼ਵਤ ਦਿੱਤੀ ਵੀ ਮੇਰਾ ਕੰਮ ਕਰਦੇ, ਤੇਰੇ ਬੱਚੇ 10 ਮਿੰਟਾਂ 'ਚ ਹੋਟਲਾਂ ਕਲੱਬਾਂ 'ਚ ਡਾ ਆਏ, ਉਹ ਫਾਹ ਲੈਣ ਨੂੰ ਤਿਆਰ ਹੋ ਗਿਆ ਬੰਦਾ। ਜਿੱਦਣ ਸਾਡੀ ਕਿਰਤ ਸਾਫ਼ ਹੋ ਗਈ ਨਾ, ਕਿਰਤ, ਜਦੋਂ ਧਰਮ ਦੀ ਕਿਰਤ ਆਪਾਂ ਕਹਿੰਦੇ ਹਾਂ, ਬੜੇ ਸੌਖੇ ਹੋਵਾਂਗੇ। ਜਦੋਂ ਬੰਦੇ ਦੀ ਕਿਰਤ ਸਾਫ਼ ਹੋਵੇ ਤਾਂ ਜ਼ਮੀਨ 'ਤੇ ਸਧਾਰਨ ਕੱਪੜਾ ਵਿਛਾ ਕੇ ਵੀ ਨੀਂਦ ਪੂਰੀ ਕਰ ਲੈਂਦਾ ਹੈ। ਆ ਖੇਤਾਂ 'ਚ ਜਦੋਂ ਆਪਣੇ ਬਜ਼ੁਰਗ ਬੰਦੇ ਕੰਮ ਕਰਦੇ ਆ, ਬਲਦਾਂ ਦੇ ਪਿੱਛੇ ਹਲ ਵਾਹੁਣ ਵਾਲੇ, ਜਿਹੜੇ ਹੁਣ ਤਾਂ ਟਰੈਕਟਰਾਂ ਦੀ ਵਾਹੀ ਆ, ਜਦੋਂ ਬਲਦਾਂ ਦੇ ਹਲ ਵਾਹੁਣ ਵਾਲੇ ਬਜ਼ੁਰਗ ਉੱਥੇ ਤੂਤ ਦੀ ਛਾਵੇਂ ਹੀ ਵਾਹਣ ਦੇ ਵਿੱਚ ਹੀ ਟੇਢੇ ਹੋ ਜਾਂਦੇ, ਉੱਥੇ ਹੀ ਆਪਣੀ ਨੀਂਦ ਪੂਰੀ ਕਰ ਲੈਂਦੇ ਸੀ। ਅਤੇ ਇੱਕ ਬੰਨੇ ਬੰਦੇ ਨੂੰ ਜ਼ਮੀਨ 'ਤੇ, ਬੈੱਡ ਦੇ ਉੱਤੇ, ਮੰਜੇ ਦੇ ਉੱਤੇ ਵੀ ਨੀਂਦ ਨਹੀਂ ਆਉਂਦੀ। ਮੈਨੂੰ ਨਹੀਂ ਲੱਗਦਾ ਅੱਜ ਤੋਂ, ਬਜ਼ੁਰਗਾਂ ਨੂੰ ਪਤਾ ਹੋਣਾ ਵੀ ਅੱਜ ਤੋਂ 30-40 ਸਾਲ ਪਹਿਲਾਂ ਕਿਸੇ ਨੂੰ ਨੀਂਦ ਦੀ ਪ੍ਰੋਬਲਮ ਆਉਂਦੀ ਹੋਏਗੀ। ਬਿਮਾਰੀਆਂ ਵੀ ਘੱਟ ਸੀ, ਕਿਉਂਕਿ ਅੱਜ ਬਹੁਤ ਹੀ ਵੱਡੀ ਪ੍ਰੋਬਲਮ ਪਤਾ ਕੀ ਆ, ਜਿੰਨਾ ਕੁਝ ਸਾਡੇ ਸਾਹਮਣੇ ਆਸੇ ਪਾਸੇ ਵਰਤ ਰਿਹਾ ਨਾ, ਇਹਦਾ ਅਸਰ ਪਤਾ ਕੀ ਪੈ ਰਿਹਾ? ਸਾਡਾ ਨਾ ਮਨ ਆ ਨਾ, ਜਿਹਨੂੰ ਮਨ ਦੀ ਖੁਰਾਕ ਆਪਾਂ ਕਹਿੰਦੇ ਹਾਂ, ਜੋ ਅਸੀਂ ਦੇਖਦੇ ਹਾਂ ਨਾ ਉਸ ਉੱਦਾਂ ਦਾ ਸਾਡਾ ਮਨ ਬਣਦਾ ਜਾਂਦਾ। ਇਹਨੂੰ ਬਾਣੀ ਲਿਖਿਆ, ਮਨ ਪੰਖੀ ਭਇਓ ਕਬੀਰ, ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ਼ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਪੰਛੀ ਜਿਹੜੀ ਟਾਹਣੀ 'ਤੇ ਬਹਿੰਦਾ ਚੁੰਝ ਮਾਰਦਾ ਨਾ, ਬਸ ਮਨ ਵੀ ਇੱਕ ਪੰਛੀ ਆ, ਜਿਹੜੇ ਟਾਹਣੀ 'ਤੇ ਬਹਿੰਦਾ ਨਾ ਉਹ 'ਤੇ ਚੁੰਝ ਮਾਰ ਕੇ ਜ਼ਰੂਰ ਬਹਿੰਦਾ। ਤਾਂ ਗੁਰੂ ਨੇ ਆਖਿਆ ਸੀ ਕਿਸੇ ਨੂੰ ਬਦਲਣਾ ਉਹਦੀ ਸੰਗਤ ਬਦਲੋ। ਤੁਸੀਂ ਕਿਸੇ ਨੂੰ ਵੀ ਬਦਲਣਾ ਨਾ, ਉਹਦੀ ਸੰਗਤ ਬਦਲ ਦਿਓ, ਬਸ ਸੰਗਤ ਬਦਲੋਗੇ ਉਹਨੇ ਬਦਲ ਜਾਣਾ। ਤਾਂ ਆਖਿਆ ਸੀ ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਟਰਿਆ। ਆਪਣੇ ਘਰ ਵਿੱਚ ਚੰਗੀਆਂ ਗੱਲਾਂ ਕਰੋ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਇੱਕ ਦੀ ਗੱਲ ਹੋਵੇ, ਚੰਗੀਆਂ ਵਿਚਾਰਾਂ ਹੋਣ, ਚੰਗੇ। ਹੁਣ ਜੇ ਇਹ ਚਾਰੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਸ ਮਾਹੌਲ ਵਿੱਚ ਪਲੇ ਆ ਨਾ, ਉੱਥੇ ਸਭ ਤੋਂ ਵੱਡੀ ਚੀਜ਼ ਕੀ ਆ ਕਿ ਉੱਥੇ ਸੰਸਕਾਰ ਬੜੇ ਵਧੀਆ ਮਿਲੇ ਉਹਨਾਂ ਨੂੰ, ਬਹੁਤ ਪਿਆਰੀ ਗੁੜਤੀ ਮਿਲੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਬਾ ਅਜੀਤ ਸਿੰਘ ਨੂੰ ਚਮਕੌਰ ਸਾਹਿਬ ਦੀ ਗੜੀ 'ਚੋਂ ਕਹਿ ਕੇ ਨਹੀਂ ਮੈਦਾਨੇ ਜੰਗ 'ਚ ਤੋਰਨਾ ਪਿਆ। ਇਤਿਹਾਸ ਦੇ ਪੰਨੇ ਦੱਸਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਬਾਬਾ ਅਜੀਤ ਸਿੰਘ ਖੁਦ ਚੱਲ ਕੇ ਆਏ ਆ, ਸਾਨੂੰ ਵੀ ਮੈਦਾਨੇ ਜੰਗ 'ਚ ਤੋਰੋ। ਅਤੇ ਇੱਥੇ ਆਪਾਂ ਉਹਨਾਂ ਨੂੰ ਮੋਬਾਇਲ ਵੀ ਲੈ ਕੇ ਦੇ ਦਿੰਦੇ ਹਾਂ, ਮੋਟਰਸਾਈਕਲ ਵੀ ਲੈ ਕੇ ਦੇ ਦਿੰਦੇ ਹਾਂ, ਗੱਡੀਆਂ ਵੀ ਲੈ ਕੇ ਦੇ ਦਿੰਦੇ ਹਾਂ, ਅਤੇ ਕਈ ਵਾਰੀ ਬਾਪ ਤਰਲੇ ਲੈ ਕੇ ਆਪਣੇ ਬੱਚੇ ਕੋਲੋਂ ਕੋਈ ਚੰਗਾ ਕੰਮ ਕਰਾਉਂਦਾ। ਅਤੇ ਕਈਆਂ ਦੇ ਵਿੱਚ ਬਾਪ ਅਤੇ ਪੁੱਤਰ 'ਚ ਇੰਨੀ ਨੇੜਤਾ ਹੁੰਦੀ ਆ, ਬਾਪ ਸਿਰਫ ਇਸ਼ਾਰਾ ਕਰਦਾ ਅਤੇ ਪੁੱਤਰ ਸਮਝ ਜਾਂਦਾ ਮੇਰੇ ਬਾਪ ਨੇ ਮੈਨੂੰ ਕੀ ਕਿਹਾ। ਮੈਂ ਸੌਖੀ ਗੱਲ ਕਹਿਣ ਲੱਗਾ, ਹੁਣ ਧਿਆਨ ਨਾਲ ਸੁਣਿਓ। ਘਰ ਰਿਸ਼ਤੇਦਾਰ ਆਇਆ ਨਾ, ਕੋਸ਼ਿਸ਼ ਕਰੋ ਚਾਹ ਪਾਣੀ ਵੀ ਬੱਚਿਆਂ ਨੂੰ ਕਹੋ ਤੁਸੀਂ ਫੜਾਓ। ਜੇ ਬੱਚੇ ਘਰ 'ਚ ਆਪਣੇ ਹੈਗੇ ਆ, ਛੋਟੇ ਨਹੀਂ ਸਕੂਲੇ ਜੇ ਜਾਂਦੇ, ਘਰ 'ਚ ਹੈਗੇ ਨੇ, ਕੋਸ਼ਿਸ਼ ਕਰੋ ਚਾਹ ਮਾਂ ਬਣਾਵੇ, ਬੱਚੇ ਨੂੰ ਕਹੇ ਤੂੰ ਚਾਹ ਦੀ ਟਰੇ ਲੈ ਕੇ ਜਾ। ਬੱਚੇ ਨੂੰ ਸਮਾਜ ਵਿੱਚ ਵਿਚਰਨਾ ਆਏਗਾ। ਨਹੀਂ ਤਾਂ ਕਈਆਂ ਘਰਾਂ 'ਚ ਤੁਸੀਂ ਵੇਖਿਆ, ਰਿਸ਼ਤੇਦਾਰ ਜਾਣ ਵਾਲਾ ਹੁੰਦਾ ਅਤੇ ਬੱਚੇ ਆਪਣੇ ਕਮਰਿਆਂ 'ਚੋਂ ਨਹੀਂ ਨਿਕਲਦੇ। ਇਹ ਬੜੀ ਵੱਡੀ ਸਮੱਸਿਆ। ਉਹ ਪਹਿਲਾ ਸਮਾਂ ਹੋਰ ਹੁੰਦਾ ਸੀ, ਨਿਆਣਿਆਂ ਦਾ ਮਾਮਾ ਆਉਣਾ ਅਤੇ ਨਿਆਣੇ ਜੱਫੀ ਬਾਅਦ 'ਚ ਪਾਉਂਦੇ ਸੀ, ਕੇਲਿਆਂ ਵਾਲਾ ਲਿਫਾਫਾ ਪਹਿਲਾਂ ਫੜਦੇ ਸੀ, ਅਤੇ ਨਾਲੇ ਮਾਮੇ ਦੀ ਗਧੇੜੇ ਚਾੜਨਾ, ਪੁੱਛਣਾ। ਅੱਜ ਨਹੀਂ ਜ਼ਮਾਨਾ, ਉਹ ਹੁਣ ਫਰਕ ਪੈ ਗਿਆ। ਉਹ ਹੁਣ ਦੇ ਮਾਮਾ ਆਇਆ, ਕਹਿੰਦੇ ਲੈ ਕੇ ਕੀ ਆਇਆ, ਕੀ ਮਿਲਣਾ ਸੀ ਉਹਨੂੰ। ਪਹਿਲੀ ਗੱਲ ਤਾਂ ਸੁਭਾਅ ਇੱਦਾਂ ਦਾ ਬਣ ਗਿਆ ਕਿ ਅੱਜ ਸਿਸਟਮ ਇੱਕ ਐਸਾ ਬਣ ਗਿਆ, ਆਪਣੇ ਪਰਿਵਾਰਾਂ 'ਚ ਰਿਸ਼ਤੇਦਾਰਾਂ ਦੇ ਵਿਰੁੱਧ ਇਹੋ ਜਿਹੀ ਗੱਲਬਾਤ ਕੀਤੀ ਜਾਂਦੀ ਹੈ ਕਿ ਨਿਆਣਿਆਂ ਦਾ ਭੂਆ ਫੁੱਫੜ ਨੂੰ ਮਿਲਣ ਨੂੰ ਜੀਅ ਨਹੀਂ ਕਰਦਾ। ਕਿਉਂ? ਕਿਉਂਕਿ ਜਦੋਂ ਘਰ 'ਚੋਂ ਵੇਖ ਰਹੇ ਆ ਵੀ ਜੋ ਸਾਡਾ ਡੈਡੀ, ਜੋ ਸਾਡੀ ਮੰਮੀ ਭੂਆ ਬਾਰੇ ਇੱਦਾਂ ਦੀਆਂ ਗੱਲਾਂ ਕਰਦੀ ਆ, ਮਾਸੀ ਨੇ ਆਹ ਕਰਤਾ, ਜੇ ਕਿਤੇ ਭੁੱਲ ਭੁਲੇਖੇ ਮਿਲਣ ਆ ਜਾਣ, ਨਿਆਣੇ ਮਿਲਦੇ ਜੀ ਭਲਾ। ਨਿਆਣਿਆਂ ਦੇ ਪਾਠ ਤੁਸੀਂ ਤਿੰਨ ਵੈਸੇ ਨਿਆਣੇ ਹੁਣ ਕਈ ਗੱਲਾਂ ਤੋਂ ਟੋਕ ਵੀ ਦਿੰਦੇ ਆ, ਕਿਤੇ ਪਾਠ ਤੁਸੀਂ ਜਿੰਨੇ ਕਰਦੇ ਜੇ ਨਾ, ਪਰ ਤੁਹਾਡੇ ਵਿਚਾਰ ਇੰਨੇ ਵਧੀਆ ਨਹੀਂ ਹੈਗੇ। ਕਹਿੰਦੇ ਆ ਕਿ ਨਹੀਂ, ਕਿ ਬੋਲ ਕੇ ਦੱਸੋ ਜੀ। ਉਹ ਕਹਿੰਦੇ ਜਿਉਂ ਸਵੇਰ ਤੋਂ ਰੀਲ ਪਾਉਂਦੇ ਹੋ ਤੁਸੀਂ ਵੀ, ਫੁੱਫੜ ਮਾੜਾ, ਭੂਆ ਮਾੜਾ, ਤੁਸੀਂ 4-5 ਜੀ ਸਹੀ ਆ। ਕਿਉਂ ਸਾਧ ਸੰਗਤ ਜੀ, ਸਿਰਫ ਤੁਸੀਂ ਸਹੀ ਰਹਿ ਗਏ ਆ। ਥੋੜ੍ਹਾ ਜਿਹਾ ਆਪਣੇ ਆਪ ਨੂੰ ਬਦਲੋ। ਆਪ ਸਵਾਰੇ ਮੈਂ ਮਿਲਿਆ। ਸੁਖੀ ਕਿਉਂ ਨਹੀਂ ਹੈਗੇ? ਕਿਉਂਕਿ ਅਸੀਂ ਆਪਣੇ ਆਪ ਨੂੰ ਸਵਾਰਦੇ ਨਹੀਂ। ਸਾਧ ਸੰਗਤ ਜੀ, ਮੇਰੀਆਂ ਭੈਣਾਂ ਬੈਠੀਆਂ ਨੇ, ਆਪਾਂ ਸਵੇਰੇ ਉੱਠ ਕੇ ਆਪਾਂ ਆਪਣੇ ਘਰ ਨੂੰ ਸਵਾਰਦੇ ਹਾਂ। ਘਰ ਸਵਾਰਨ ਦਾ ਫਾਇਦਾ ਕਿਹਨੂੰ ਹੁੰਦਾ? ਗਵਾਂਢੀਆਂ ਨੂੰ ਕਿ ਆਪ ਨੂੰ? ਉੱਚੀ ਬੋਲੋ ਭਲਾ। ਆਪ ਨੂੰ ਫਾਇਦਾ ਹੁੰਦਾ ਕਿ ਗਵਾਂਢੀਆਂ ਨੂੰ? ਆਪ ਨੂੰ।
ਆਪਾਂ ਇਤੋਂ ਹੀ ਸਿੱਖਿਆ ਲੈ ਲਈਏ ਵੀ ਜੇ ਮੈਂ ਸਵੇਰੇ ਉੱਠ ਕੇ ਘਰ ਦਾ ਝਾੜੂ ਪੋਚਾ ਲਾਤਾ। ਪੁਰਾਣੇ ਸਮੇਂ ਦੇ ਵਿੱਚ ਅੱਜ ਵੀ ਹੈਗਾ ਕਈਆਂ ਘਰਾਂ 'ਚ, ਮੈਂ ਸਾਰੀ ਗੱਲ ਨਹੀਂ ਕਰ, ਕਈਆਂ ਘਰਾਂ 'ਚ ਤੁਸੀਂ ਵੇਖਿਆ ਸ਼ਾਮ ਨੂੰ ਕੋਈ ਰਸੋਈ 'ਚ ਬਰਤਨ ਜੂਠਾ ਨਹੀਂ ਰੱਖਦੀਆਂ। ਕਈ ਬੀਬੀਆਂ ਕਹਿੰਦੀਆਂ ਐ ਪੂਰਾ ਘਰ ਸਵਾਰ ਕੇ ਸੌਂ, ਪੂਰੀ ਰਸੋਈ ਸਾਫ਼ ਕਰਕੇ ਸੌਣਾ, ਸਵੇਰੇ ਉੱਠ ਕੇ ਆਪਣਾ ਚਾਹ ਪਾਣੀ ਫੇਰ ਤਿਆਰ ਕਰਨਾ। ਅਤੇ ਕਈਆਂ ਦੇ ਘਰਾਂ 'ਚ ਬਰਤਨਾਂ ਦਾ ਢੇਰ ਲੱਗਾ। ਅਜੇ ਪਿੰਡਾਂ 'ਚ ਨਹੀਂ ਇਹ ਰਿਵਾਜ਼ ਹੈਗਾ, ਸ਼ਹਿਰਾਂ 'ਚ ਬਰਤਨਾਂ ਦਾ ਢੇਰ ਲੱਗਾ। ਕਹਿੰਦੇ ਧੋਤੇ ਨਹੀਂ, ਕਹਿੰਦੇ ਕੰਮ ਵਾਲੀ ਨਹੀਂ ਆਈ। ਇਹ ਬਿਮਾਰੀ ਵੈਸੇ ਆਉਣੀ ਆ, ਹੌਲੀ ਹੌਲੀ ਇਹ ਆਉਣੀ ਆ ਗਈ ਆ। ਲਓ ਜੀ ਆਵਾਜ਼ ਆ ਗਈ ਕਹਿੰਦੇ 50% ਆ ਗਈ। ਵੇਖੋ ਮੈਂ ਤਾਂ ਕਿਹਾ ਸੀ ਅਜੇ ਆਉਣੀ ਆ, ਇੱਧਰੋਂ ਆਵਾਜ਼ ਆ ਗਈ ਆ। ਮਤਲਬ ਇਹਦਾ ਮਤਲਬ ਇਹ ਗੱਲ ਆ ਗਈ ਹੈ ਨਾ, ਵੀ ਇਹ ਹੌਲੀ ਹੌਲੀ ਰਿਵਾਜ਼ ਚੱਲ ਪਿਆ ਵਾ ਵੀ ਅੱਛਾ। ਉਹ ਬੀਬੀਆਂ ਅਤੇ ਉਹ ਬੰਦੇ ਗੁਰਦੁਆਰੇ ਨਾ ਕਹਿਣਗੇ ਆ ਥਾਲੀ ਮੈਨੂੰ ਫੜਾਓ ਮੈਂ ਸਾਫ਼ ਕਰਦਾ ਜੀ। ਉਹ ਤੁਸੀਂ ਘਰ ਆਪਣੀ ਧੋ ਲਓ। ਬੋਲੋ ਸਾਧ ਸੰਗਤ ਜੀ। ਵੈਸੇ ਇਸ ਅੰਦੋਲਨ 'ਚ ਇਹ ਚੀਜ਼ਾਂ ਬਹੁਤ ਪਿਆਰੀਆਂ ਵੇਖਣ ਨੂੰ ਮਿਲੀਆਂ। ਮੈਂ ਕੱਲ੍ਹ ਦੇ ਦੀਵਾਨ 'ਚ ਵੀ ਇਹ ਗੱਲ ਕਹਿ ਕੇ ਆਇਆ ਉੱਥੇ ਵੀ ਜਿਹੜੇ ਨੌਜਵਾਨ ਨੇ ਕਦੀ ਘਰ 'ਚ ਰੋਟੀ ਨਹੀਂ ਸੀ ਨਾ ਪਕਾ ਕੇ ਵੇਖੀ, ਉਹ ਪੂਰੇ ਅੰਦੋਲਨ 'ਚ 1 ਸਾਲ 13 ਦਿਨ 1 ਸਾਲ ਅਤੇ 13 ਦਿਨਾਂ ਜਿਹੜਾ ਅੰਦੋਲਨ ਚੱਲਿਆ ਨਾ, ਇਹਦੇ ਵਿੱਚ ਨਾ ਉੱਥੋਂ ਸਬਜ਼ੀਆਂ ਬਣਾਉਣੀਆਂ ਸਿੱਖ ਕੇ ਆਏ। ਮੈਂ ਕਿਹਾ ਸਰਕਾਰ ਤਾਂ ਪਛਤਾਉਂਦੀ ਹੋਣੀ ਵੀ ਕਾਹਨੂੰ ਅਸੀਂ ਕਾਲੇ ਕਾਨੂੰਨ ਪਾਸ ਕਰ ਬੈਠੇ। ਜਿੰਨੀ ਮਾਫ਼ ਕਰਨਾ ਵਡਿਆਈ ਝੋਲੀ 'ਚ ਪਈ ਆ ਨਾ, ਜੇ ਉਹਨਾਂ ਨੂੰ ਇਹ ਪਤਾ ਹੁੰਦਾ ਨਾ ਵੀ ਇਹ ਕੰਮ ਕਰਨ ਨਾਲ ਇਹਨਾਂ ਨੂੰ ਇੰਨੀ ਵਡਿਆਈ ਮਿਲਣੀ ਆ, ਇਹ ਗਲਤੀ ਕਦੀ ਕਰਨੀ ਨਹੀਂ ਸੀ ਉਹਨਾਂ ਨੇ। ਸੱਚ ਹੈ। ਨਹੀਂ ਤਾਂ ਕਿਹੜਾ ਜੀ ਕਾਨੂੰਨ ਪਾਸ ਕਰਕੇ ਵਾਪਸ ਲਵੇਗਾ। ਇਹ ਮਾੜੀ ਮੋਟੀ ਗੱਲ ਨਹੀਂ ਹੈਗੀ। ਗੱਲ ਕਹਿ ਕੇ ਵਾਪਸ ਹੋਣੀ, ਇਹ ਗੱਲ ਸੌਖੀ ਨਹੀਂ, ਇੰਨੀ ਸੌਖੀ ਗੱਲ ਤਾਂ ਹੈ ਨਹੀਂ ਉਹਦੇ ਵਾਸਤੇ ਵੀ। ਬੀਜੇਪੀ ਦੇ ਦਫ਼ਤਰਾਂ 'ਚੋਂ PM ਦੀਆਂ ਫੋਟੋਆਂ ਲੱਥੀਆਂ ਵੇਖੀਆਂ ਮੈਂ ਉੱਤਰਾਖੰਡ ਖੁਦ ਮੈਂ ਆਪ ਉਸ ਦਿਨ ਮੈਂ ਉੱਧਰ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਉਹਦੇ ਆਪਣੇ ਧੜੇ ਦੇ ਬੰਦੇ, ਆਪਣੀ ਪਾਰਟੀ ਦੇ ਬੰਦੇ ਨੇ ਫੋਟੋਆਂ ਲਾਤੀਆਂ। ਪਤਾ ਕਿਉਂ? ਸ਼ਰਤਾਂ ਲੱਗੀਆਂ ਸੀ ਲੋਕਾਂ ਦੀਆਂ ਵੀ ਭਾਜੀ ਜੋ ਮਰਜ਼ੀ ਹੋ ਜਾਏ ਤੁਹਾਡੇ ਕਿਸਾਨ ਬੇਟੇ, ਸਾਡੇ PM ਨੇ ਪਿੱਛੇ ਨਹੀਂ ਹੋਣਾ। ਸ਼ੇਰ ਆ ਇੱਦਾਂ। ਕਿੰਨੇ ਇੰਚ ਦਾ ਸੀਨਾ ਉਹਦਾ? ਤੇ 56 ਇੰਚ ਦਾ। ਇੱਦਾਂ ਕਹਿ ਕੇ ਬੜੌਦੇ ਕੱਲ੍ਹ ਮੈਨੂੰ ਵੀਰਾਂ ਦਾ ਫੋਨ ਆਇਆ ਬੜੌਦੇ, ਉਹ ਕਹਿੰਦੇ ਇੱਥੇ ਸ਼ਰਤਾਂ ਲੱਗੀਆਂ ਸੀ ਸਾਡੀਆਂ। ਉਹ ਆਂਦੇ ਜੀ 56 ਇੰਚ ਦਾ ਸੀਨਾ ਵਾ ਉਹਦਾ, ਇੰਨਾ ਚੌੜਾ, ਉਹਨੇ ਪਿੱਛੇ ਥੋੜ੍ਹਾ ਹਟਣਾ ਵਾ, ਜੋ ਮਰਜ਼ੀ ਹੋ ਜੇ। ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਪੰਗਾ ਉਹਨਾਂ ਨਾਲ ਲਿਆ ਜਿਹੜੇ ਰਹਿੰਦੇ ਖੇਤਾਂ 'ਚ 24 ਘੰਟੇ ਕੰਮ ਕਰਦੇ। ਤਾਂਹੀਓ ਹੰਢਾਇਆ ਵੀ ਤਾਂ ਵਾ ਨਾ। ਬਰਸਾਤਾਂ ਦੇ ਵਿੱਚ ਇੱਕ ਤੰਬੂ 'ਚ 2-2 3-3 ਸੱਪ ਨਿਕਲ ਆਉਣੇ ਬਰਸਾਤ ਵਿੱਚ। ਮੈਂ ਕਿਉਂਕਿ ਅਸੀਂ ਤਾਂ ਆਪ ਉੱਥੇ ਅੱਖੀਂ ਵੇਖਿਆ ਵੀ ਜਦੋਂ ਮੀਂਹ ਆਉਣਾ ਕਈ ਵਾਰੀ ਇੱਦਾਂ ਪਾਣੀ ਟਿਕਰੀ ਵਾਲੇ ਬੰਨੇ 'ਤੇ ਕਿੰਨਾ ਪਾਣੀ ਖਲੋ ਜਾਂਦਾ ਸੀ। ਪਰ ਧੰਨ ਨੇ ਸਾਡੀਆਂ ਉਹ ਮਾਵਾਂ, ਧੰਨ ਸੀ ਉਹ ਸਾਡੇ ਬਜ਼ੁਰਗ ਜਿਹੜੇ ਸੁਦਕੋਂ ਨਹੀਂ ਡੋਲੇ। ਅਤੇ ਸੱਚ ਆ, ਜਿਹੜੇ ਪਹਿਲੀ ਵਾਰ ਉੱਥੋਂ ਜਾ ਕੇ 1 ਸਾਲ 13 ਦਿਨਾਂ ਬਾਅਦ ਵਾਪਸ ਆਏ ਨਾ, ਤੁਸੀਂ ਵੇਖਿਆ ਕੱਲ੍ਹ ਇੱਕ ਰੋਪੜ ਦੇ ਏਰੀਏ ਦੀ ਉਹ ਵੀਡੀਓ ਪਈ ਆ, ਅਤੇ ਧੀਆਂ ਕਿੱਦਾਂ ਬਾਪ ਦੇ ਗਲ ਲੱਗ ਰਹੀਆਂ ਨੇ, ਕਿਉਂਕਿ ਜੰਗ ਜਿੱਤ ਕੇ ਆਏ ਯੋਧੇ। ਅਤੇ ਕਦੀ ਪਖੰਡੀ ਬਾਬਿਆਂ ਉੱਤੋਂ ਦੀ ਫੁੱਲਾਂ ਦੀ ਵਰਖਾ ਹੁੰਦੀ ਸੀ ਨਾ, ਆਹ ਨਜ਼ਾਰਾ ਆਇਆ ਜਦੋਂ ਸਾਡੇ ਬਜ਼ੁਰਗਾਂ ਉੱਤੋਂ ਫੁੱਲਾਂ ਦੀ ਵਰਖਾ ਕੀਤੀ ਗਈ। ਐਂ ਅੰਦਰ ਨੂੰ ਠੰਡ ਪਈ। ਉਹ ਸਾਡੇ ਕਿਰਤੀ, ਉਹ ਕਦੀ ਕਿਰਤੀਆਂ ਉੱਤੋਂ ਵੀ ਫੁੱਲਾਂ ਦੀ ਵਰਖਾ ਕੀਤੀ ਕਿਸੇ ਨੇ, ਇਹਨਾਂ ਯੋਧਿਆਂ ਦੇ ਉੱਤੋਂ ਦੀ ਫੁੱਲਾਂ ਦੀ ਵਰਖਾ ਕੀਤੀ ਇਹਨਾਂ ਸੜਕਾਂ ਦੇ ਉੱਤੇ। ਅਤੇ ਇਕੱਲਾ 3 ਕਾਨੂੰਨ ਵਾਪਸ ਨਹੀਂ ਕਰਾ ਕੇ ਆਏ, ਉੱਥੇ ਜਿਹੜੀ ਛਵੀ ਛੱਡ ਕੇ ਆਏ ਨਾ, ਪ੍ਰਭਾਵ ਛੱਡ ਕੇ ਆਏ ਆ। ਰੋਂਦੇ ਸੀ ਲੋਕ ਉੱਥੇ, ਅੱਖਾਂ 'ਚ ਹੰਝੂ। ਜਦੋਂ ਟੈਂਟ ਪੁੱਟਦੇ ਸੀ ਨਾ ਉੱਥੋਂ, ਜਦੋਂ ਮੈਂ ਜਦੋਂ 10 ਦੀ ਰਾਤ ਉੱਥੇ ਵੇਖਿਆ ਸੀ ਨਾ, ਰਾਤ 4 ਵੱਜ ਕੇ ਅਤੇ DJ ਬੰਦ ਨਹੀਂ ਹੋਇਆ, ਕਿਸਾਨੀਆਂ ਦੇ ਗਾਣੇ ਚੱਲਦੇ ਸੀ। ਆਹਾ ਮੈਂ ਸੱਚੀ ਗੱਲ ਦੱਸਦਾ ਕਿ 10 ਦੀ ਰਾਤ, ਮੈਂ ਦੱਸਣ ਲੱਗਾ ਤੁਹਾਨੂੰ ਸ਼ੰਭੂ ਬਾਰਡਰ ਦੀ 10 ਰਾਤ ਵਾਲੀ ਘਟਨਾ। ਸ਼ਾਮੀ ਗੱਲ ਸਰੀਆਂ ਦੇ ਸੀ ਇਹ ਮੁੰਡੇ ਜਿਹੜੇ ਨੌਜਵਾਨ, ਉਹਨਾਂ ਨੇ ਤਾਂ ਸਾਹਮਣੇ ਲਿਆ ਕੇ DJ ਲਾਇਆ ਅਤੇ ਕਿਸਾਨੀ ਗਾਣੇ ਚੱਲ ਰਹੇ ਆ। ਅਤੇ ਉਹਦੇ 'ਚ ਇੱਕ ਚੀਜ਼ ਪਤਾ ਅਲੋਕਾਰ ਕਿਹੜੀ ਵੇਖੀ? ਆਮ ਵਿਆਹਾਂ ਜਿਹੜੇ ਕੋਈ ਨੱਚਦੇ ਆ, ਭੰਗੜਾ ਪਾਉਂਦੇ, ਗਿੱਧਾ ਪਾਉਂਦੇ, ਸਿਰਫ ਇੱਕੋ ਪਰਿਵਾਰ ਦੇ ਮੈਂਬਰ ਹੁੰਦੇ ਆ। ਉੱਥੇ ਮਾਝਾ ਵੀ ਉੱਥੇ ਸੀ, ਮਾਲਵਾ ਵੀ ਉੱਥੇ ਸੀ, ਦੁਆਬਾ ਵੀ ਅਤੇ ਹਰਿਆਣੇ ਵਾਲੇ ਵੀ ਵਿੱਚੇ ਸੀ। ਉੱਥੇ ਇੰਝ ਲੱਗਦਾ ਸੀ ਇਹ ਪਰਿਵਾਰ ਸਾਰਾ ਇਕੱਠਾ ਹੀ ਆ। ਅਤੇ ਸੱਚ ਆ, ਇਸ ਅੰਦੋਲਨ ਨੇ ਇਕੱਠਿਆਂ ਕਰਤਾ ਇੱਕ ਵਾਰੀ। ਵੱਖਰੀ ਗੱਲ ਸੀ ਕਿ ਸਾਨੂੰ ਫੇਰ ਪਾੜ ਦਿੰਦੇ ਆ, ਫੇਰ ਅਸੀਂ ਅੱਡੋ ਅੱਡੀ ਹੋ ਜਾਂਦੇ ਹਾਂ, ਅਸੀਂ ਧੜਿਆਂ 'ਚ ਵੰਡੇ ਜਾਂਦੇ ਹਾਂ। ਸਾਨੂੰ ਤਾਂ ਗੁਰੂ ਸਾਹਿਬ ਨੇ ਆਖਿਆ ਸੀ ਏਕ ਪਿਤਾ ਏਕ ਸਕੇ ਹਮ ਵਾਰਗ ਤੂੰ ਮੇਰਾ ਗੁਰਹਾਈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਅਤੇ ਸੱਚ ਹੈ, ਐਂ ਪੁਰਾਣਾ ਇਤਿਹਾਸ ਸਿਰਜ ਦਿੱਤਾ ਇੱਕ ਵਾਰੀ, ਜਦੋਂ ਟਰਾਲੀਆਂ 'ਚ ਡਾਲੇ ਥਾਂ ਸੁੱਟ ਕੇ ਥੱਲੇ ਬਜ਼ੁਰਗ ਪੋਥੀਆਂ ਰੱਖ ਕੇ ਸਾਹਮਣੇ ਪਾਠ ਕਰਦੇ ਸੀ। ਐਂ ਪੂਰਾ ਸੀਨ। ਸਵੇਰੇ ਉੱਠ ਕੇ ਜਦੋਂ ਸਵੇਰੇ ਵਾਕ ਕਰਨ ਜਾਈਦਾ ਸੀ, ਕਈ ਵਾਰੀ ਵੇਖੀਦਾ ਸੀ ਸਵੇਰੇ ਉੱਠ ਕੇ ਪਾਠ ਹੋ ਰਿਹਾ, ਲਾ ਕੇ ਕੇਤਲੀ ਚਾਹ ਦੀ ਬਣਾ ਕੇ ਰੱਖੀ ਆ। ਬੰਦਾ ਸਵੇਰੇ ਘਰੋਂ ਉੱਠਦਾ, ਦੂਰ ਕੀ ਜਾਣਾ। ਆ ਜਦੋਂ ਹੁਣ ਟੋਲ ਪਲਾਜ਼ਿਆਂ 'ਤੇ ਦਿੱਲੀਓਂ ਅੰਮ੍ਰਿਤਸਰ ਆਈਏ ਅਤੇ 800 ਦਾ ਟੋਲ ਲੱਗਦਾ।
ਜਿਹੜੇ ਅੰਦੋਲਨ ਦੇ ਵਿਰੁੱਧ ਸੀ ਨਾ, ਜਦੋਂ 1600 ਦਾ ਟੋਲ ਦੇਣਾ ਪਿਆ ਨਾ, ਇਹਨਾਂ ਨੂੰ ਉਦੋਂ ਪਤਾ ਲੱਗਣਾ ਕਿਸਾਨ ਦੀ ਕੀਮਤ ਕੀ ਆ। ਕਿਸਾਨ ਦਾ ਮੁੱਲ ਤਾਂ ਇਹਨਾਂ ਨੂੰ ਉਦੋਂ ਪਤਾ ਲੱਗਣਾ ਜਦੋਂ ਇੱਕ ਗੱਡੀ 1600 ਦਾ ਇਕੱਲਾ ਟੋਲ ਦੇਣਾ ਪਿਆ ਇਹਨਾਂ ਨੂੰ। ਦਿੱਲੀ ਤੋਂ ਤੁਰ ਪਓ ਅੰਮ੍ਰਿਤਸਰ ਤੱਕ, 800 ਦਾ ਇੱਕ ਬੰਨੇ ਆ ਅਤੇ 800 ਦਾ ਦੂਜੇ ਬੰਨੇ ਆ। 1600 ਰੁਪਏ ਦਾ ਤਾਂ ਇਕੱਲਾ ਟੋਲ ਹੀ ਟੋਲ ਆ, ਪੂਰਾ ਇਕੱਲਾ ਤੁਸੀਂ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ। ਜਦੋਂ ਜਿਹੜੇ ਅੰਦੋਲਨ ਦੇ ਵਿਰੁੱਧ ਬੋਲਦੇ ਸੀ, ਇਹ ਕੀ ਆ ਕਿਸਾਨ ਵਿਹਲੇ ਬੈਠੇ, ਕਿਸਾਨ ਥੋੜ੍ਹਾ ਹੈਗੇ ਆ ਵੀ ਭਲੇ ਉਹ ਕਿਸਾਨਾਂ ਦੇ ਸਿਰ 'ਤੇ ਤਾਂ ਤੁਸੀਂ ਕਈ ਰਿਸ਼ਤੇਦਾਰਾਂ ਕੋਲ ਆਏ ਉਹਨੇ ਤੇਰੇ ਦੇ, ਕਈਆਂ ਨੇ ਵਾਂਢੇ ਬੜੇ ਵੇਖੇ ਜੇ ਤੁਹਾਡੇ ਆਸਰੇ। ਉਹ ਗੁਰੂ ਕੇ ਪਿਆਰਿਓ, ਮੈਂ ਕਿਰਤੀ ਕਿਸਾਨਾਂ ਨੂੰ ਆਖਿਆ, ਮੈਂ ਤੁਹਾਡੇ ਆਸਰੇ ਨਾ ਜਿਹੜੇ ਬੰਦੇ ਨੇ ਉੱਦਾਂ ਗੱਡੀ ਕੱਢਣ ਲੱਗਾ ਸੋਚਦਾ ਸੀ ਨਾ ਘਰੋਂ, ਉਹਨੇ ਕਿਹਾ ਫਾਇਦਾ ਬੜਾ ਜੇ ਟੋਲ ਨਹੀਂ ਲੱਗਦਾ, ਬਚਾ ਲਓ ਜਿੰਨੇ ਬਚਦੇ। ਹੁਣ ਥੋੜ੍ਹੇ ਰਿਸ਼ਤੇਦਾਰ ਘੱਟ ਜਾਣਗੇ, ਕਿਉਂ? ਕਿਉਂਕਿ ਪਤਾ ਵੀ ਹੁਣ ਟੋਲ ਪਲਾਜੇ ਫੇਰ ਖੁੱਲ੍ਹ ਜਾਣੇ। ਤਾਕਤ ਬੜੀ ਸੀ ਕਿਸਾਨ ਨੇ, ਤਾਕਤ ਵਿਖਾਤੀ, ਇਕੱਠੇ ਹੋ ਕੇ ਵਿਖਾਈ ਨਾ। ਇੱਦਾਂ ਜਿਹੜੇ ਆਉਂਦੇ ਸੀ ਨਾ ਸਾਡੀਆਂ ਪਾਰਟੀਆਂ ਦੇ ਝੰਡੇ ਬੜੇ ਤਗੜੇ ਆ, ਇਹ ਝੰਡੇ ਲੁਕੋ ਕੇ ਜਾਂਦੇ ਰਹੇ ਸੀ ਉੱਥੇ। ਅੱਛਾ ਵੇਖੋ, ਇਸ ਅੰਦੋਲਨ ਨੂੰ ਫੇਲ ਕਰਨ ਲਈ ਵੀ ਬਹੁਤ ਤਰੀਕੇ ਵਰਤੇ ਗਏ ਵੀ ਪਾੜ ਜਾਣ, ਵੱਖਰੇ ਹੋ ਜਾਣ, ਇਹਨਾਂ ਨੂੰ ਵੱਖਰਾ ਕਰ ਦਈਏ, ਪਰ ਨਹੀਂ, ਇਹ ਗੱਲ ਗੁਰੂ ਦੀ ਸੀ, ਗੁਰੂ ਦੀ ਵਿਚਾਰ ਦੀ ਸੀ। ਅਤੇ ਮੈਂ ਸ਼ੁਰੂ ਤੋਂ ਇੱਕੋ ਗੱਲ ਤੁਸੀਂ ਨੋਟ ਕੀਤੀ ਹੋਏਗੀ, ਸ਼ੁਰੂ ਤੋਂ ਇੱਕ ਸ਼ਬਦ ਬੋਲਦਾ ਸੀ ਕਿ ਭਾਈ ਐਵੇਂ ਨਾ ਵੰਡੋ, ਇੱਥੇ ਦੇ ਸਵੇਰੇ ਬਾਣੀ ਪੜ੍ਹੀ ਜਾ ਰਹੀ ਹੈ। ਪਿਛਲੇ ਸਾਲ ਜਦੋਂ ਸ਼ੁਰੂ ਹੋਇਆ ਸੀ ਵੀ ਕਿਉਂ ਵੰਡ ਰਹੇ ਜੇ ਤੁਸੀਂ ਉੱਥੇ, ਸਾਰੇ ਤਾਂ ਇਕੱਠੇ ਹੋ ਕੇ ਬੈਠੇ ਆ, ਪਰ ਸਾਡੇ ਕਈ ਬੰਦੇ ਜਿਨ੍ਹਾਂ ਨੇ ਕਰਨਾ ਕੁਝ ਨਹੀਂ, ਉਹ ਕਈ ਵਾਰੀ ਗੱਲਾਂ ਵਿੱਚ ਆ ਜਾਂਦੇ ਆ ਅਤੇ ਗੁੰਮਰਾਹ ਹੋ ਜਾਂਦੇ। ਜਿਵੇਂ ਸਿਆਸੀ ਲੋਕ ਨਹੀਂ ਸਾਨੂੰ ਗੁੰਮਰਾਹ ਕਰਦੇ, ਇੱਦਾਂ ਕਈ ਵਾਰੀ। ਕਿਉਂਕਿ ਇਸ ਅੰਦੋਲਨ ਦੀ ਸਭ ਤੋਂ ਵੱਡੀ ਖਾਸੀਅਤ ਪਤਾ ਕੀ ਸੀ? ਇਹਨੂੰ ਕੋਈ ਅਕਾਲੀ, ਕਾਂਗਰਸੀ, ਝਾੜੂ ਵਾਲਾ, BJP ਵਾਲਾ ਕਹਿ ਕੇ ਪਾੜ ਨਹੀਂ ਸਕੇ। ਉਹਨਾਂ ਆਖਿਆ ਵੀ ਇਹ ਤਾਂ ਸਾਡਾ ਮਤਲਬ ਉਹ ਜਿਹੜਾ ਹੈਗਾ ਸੀ ਤਰੀਕਾ, ਉਹ ਤਾਂ ਫੇਲ ਹੋ ਗਿਆ। ਕਹਿੰਦੇ ਹੁਣ ਕਿੱਦਾਂ ਪਾੜੀਏ? ਫਿਰ ਉਹਨਾਂ ਨਵਾਂ ਤਰੀਕਾ ਅਪਣਾ ਲਿਆ ਇਹਨੂੰ ਫੇਲ ਕਰਨ ਲਈ, ਵੀ ਇਹ ਪਾੜ ਦਿਓ, ਵੀ ਇਹ ਕਾਮਰੇਡ ਆ, ਇਹ ਖਾਲਿਸਤਾਨੀ ਆ, ਇਹ ਸਿੱਖ ਵਾ, ਇਹ ਦੂਜਾ ਵਾ, ਇਹ ਬਿਹਾਰ ਵਾਲਾ, ਇਹ ਆਹ ਵਾ। ਉਹ ਤਾਂ ਸ਼ੁਕਰ ਵਾ ਕਿ ਦੂਜੀਆਂ ਸਟੇਟਾਂ ਵਾਲਿਆਂ ਨੇ ਵੀ ਆਣ ਕੇ ਬਿਆਨ ਦਿੱਤੇ ਵੀ ਜੇ ਲੰਗਰ ਖਵਾਉਣਾ, ਲੰਗਰ ਛਕਾਉਣਾ, ਲੰਗਰ ਬਣਾਉਣਾ, ਦੂਜਿਆਂ ਦੀ ਸੇਵਾ ਕਰਨੀ, ਇਹ ਖਾਲਿਸਤਾਨ ਵਾ, ਅਤੇ ਫਿਰ ਮੈਂ ਅਰਦਾਸ ਕਰਦਾ ਸਾਰੀ ਦੁਨੀਆ ਖਾਲਿਸਤਾਨ ਬਣੇ। ਉਹਨਾਂ ਦਾ ਉਹ ਵੀ ਤਰੀਕਾ ਫੇਲ ਹੋ ਗਿਆ। ਉੱਥੇ ਸਿੰਘੂ ਬਾਰਡਰ ਇੱਕ ਬੀਬੀ ਸੀ, ਉਹਦੇ ਅੱਗੇ ਟਰਾਲੀਆਂ ਲੱਗੀਆਂ, ਉਹਦੀ ਦੁਕਾਨ 'ਤੇ ਗਏ, ਛੋਟੀ ਜਿਹੀ ਉਹਦੀ ਦੁਕਾਨ ਸੀ। ਅਤੇ ਜਦੋਂ ਆਪਣੇ ਵੀਰ ਉਹਦੀ ਦੁਕਾਨ 'ਤੇ ਗਏ, ਤੁਹਾਨੂੰ ਜਾ ਕੇ ਪਤਾ ਕੀ ਆਂਦੇ? ਕਹਿੰਦੇ ਬੀਬਾ ਜੀ ਵੀ ਤੁਹਾਡੀ ਦੁਕਾਨ ਕਾਫੀ ਦਿਨਾਂ ਤੋਂ ਬੰਦ ਆ, ਤੁਸੀਂ ਵੀ ਬੱਚੇ ਪਾਲਣੇ ਹੋਣੇ ਆ, ਕਿੰਨਾ ਕਿਰਾਇਆ ਦਿੰਦੇ ਤੁਸੀਂ? ਉਹਨੇ ਕਿਰਾਇਆ ਦੱਸਿਆ, ਤੁਸੀਂ ਸਮਾਨ ਵੇਚ ਦਿਓ। ਉਹਦੀ ਦੁਕਾਨ ਦਾ ਕਿਰਾਇਆ ਵੀ ਦਿੱਤਾ, ਉਹਦੇ ਬੱਚਿਆਂ ਨੂੰ ਰਾਸ਼ਨ ਲਈ ਪੈਸੇ ਵੀ ਦਿੱਤੇ। ਅਤੇ ਜਦੋਂ ਪੱਤਰਕਾਰ ਉਹਦੀ ਇੰਟਰਵਿਊ ਲੈਣ ਗਿਆ ਤਾਂ ਉਹਨੂੰ ਪੁੱਛਿਆ ਵੀ ਇਹ ਤਾਂ ਜਿਹੜੇ ਸਰਕਾਰ ਤਾਂ ਕਹਿੰਦੀ ਆ ਵੀ ਇਹ ਕਿਸਾਨ ਹੈ ਹੀ ਨਹੀਂ ਅਤੇ ਖਾਲਿਸਤਾਨੀ ਆ, ਅਤੇ ਉਹ ਬੀਬੀ ਅੱਗਿਓਂ ਜਿਹੜੀ ਬਿਆਨ ਦਿੰਦੀ ਆ, ਕਹਿੰਦੀ ਜੇ ਇਹੋ ਜਿਹੇ ਪਰਉਪਕਾਰੀ ਲੋਕ ਖਾਲਿਸਤਾਨੀ ਹੁੰਦੇ ਆ ਅਤੇ ਫਿਰ ਮੈਂ ਇਹ ਕਹੂੰਗੀ ਪੂਰਾ ਦੇਸ਼ ਨਹੀਂ, ਪੂਰੀ ਦੁਨੀਆ ਖਾਲਿਸਤਾਨ ਬਣਨਾ ਚਾਹੀਦੀ। ਇਹ ਵੀ ਸਰਕਾਰਾਂ ਦੇ ਮੂੰਹ 'ਤੇ ਚਪੇੜ ਵੱਜ ਗਈ। ਬੜੀ ਵੱਡੀ ਤਗੜੀ ਗੱਲ ਸੀ ਇਹ। ਯਾਨੀ ਕਿ ਹੋਇਆ ਕਿਉਂ? ਕਿਉਂਕਿ ਇਕੱਠੇ ਬੈਠੇ ਸੀ ਇੱਥੇ। ਮੁਸਲਮਾਨ ਭਰਾ ਸਾਡੇ ਲੰਗਰ ਲਾ ਕੇ ਬੈਠੇ ਆ, ਹਿੰਦੂ ਵੀਰ, ਮੈਂ ਆਪਣੀ ਗੱਲ ਦੱਸਦਾ, ਜਿੱਥੇ ਸਾਡਾ ਟੈਂਟ ਲੱਗਾ ਸੀ ਨਾ, ਸਾਡੇ ਟੈਂਟ ਤੋਂ ਜਿੰਨਾ ਬਾਹਰ ਮੈਨੂੰ ਲੱਗਦਾ ਵਾ ਵੀ ਉਹ ਜਿੱਥੇ ਜੋੜੇ ਲਾ ਕੇ ਆਏ ਆ, ਇੰਨੀ ਦੂਰ ਇੱਕ ਮੰਦਿਰ ਆ, ਤੁਹਾਡੇ ਵਿੱਚੋਂ ਵੀਰ ਅਵਤਾਰ ਸਿੰਘ ਹੁਣੀ ਉੱਥੇ ਵੇਖ ਕੇ ਆਏ ਆ। ਮੰਦਿਰ ਤੋਂ, ਉਸ ਮੰਦਿਰ ਦੇ ਵਿੱਚ 250-300 ਕਿਸਾਨ ਰੋਜ਼ ਇਸ਼ਨਾਨ ਕਰਦਾ ਸੀ ਡੇਲੀ। ਉਹਦੀ ਮੋਟਰ ਵੀ 2-3 ਵਾਰੀ ਸੜ ਗਈ। ਸਾਰੇ ਵੀਰਾਂ ਨੇ ਕਿਹਾ ਵੀ ਤੂੰ ਘਬਰਾ ਨਾ, ਤੇਰੀ ਮੋਟਰ ਵੀ ਅਸੀਂ ਨਵੀਂ ਬਣਾ ਕੇ ਦੇਵਾਂਗੇ। ਤੁਸੀਂ ਮੰਨੋਗੇ, ਉਹਨੂੰ ਸਰਕਾਰ ਵੱਲੋਂ ਵੀ ਪ੍ਰੈਸ਼ਰ ਸੀ ਵੀ ਤੂੰ ਪਾਣੀ ਬੰਦ ਕਰ ਦੇ, ਪਰ ਗੱਲ ਇਹ ਸੀ ਨਾ ਅੰਦਰ ਉਹਦੇ ਅੰਦਰ ਵੀ ਤਾਂ ਕੁਝ ਵਸਦਾ ਸੀ ਨਾ, ਉਹਦਾ ਨਹੀਂ। ਅਸੀਂ ਉਹਦੇ ਤੋਂ ਲਗਾਤਾਰ ਅਸੀਂ ਬੋਰ ਕਰਾਉਣ ਲੱਗੇ ਸੀ, ਜਿੱਥੇ ਸਾਡਾ ਟੈਂਟ ਸੀ ਅਸੀਂ ਬੋਰ ਕਰਾਉਣ ਲੱਗੇ ਸੀ ਆਪਣਾ, ਵੀ ਆਪਣਾ ਬੋਰ ਕਰਾ ਲਈਏ, ਚਲੋ ਬਾਕੀ ਕਿਸਾਨਾਂ ਨੂੰ ਸਹੂਲਤ ਹੋ ਜੂਗੀ। ਉਹਨੇ ਸਾਨੂੰ ਆਣ ਕੇ ਆਖਿਆ ਬੋਰ ਕਰਾਉਣ ਦੀ ਲੋੜ ਨਹੀਂ, ਤੁਸੀਂ ਮੇਰੇ ਤੋਂ ਪੈਪ ਲਾ ਕੇ ਆਪਣੀ ਟੈਂਕੀ ਪਾਣੀ ਦੀ ਭਰ ਲਿਆ ਕਰੋ। ਮੰਦਿਰ ਦਾ ਸੇਵਕ ਜਿਹੜਾ ਬੰਦਾ, ਹੁਣ ਸਰਕਾਰ BJP ਦੀ ਹੈ, ਕਿੱਡੀ ਵੱਡੀ ਗੱਲ ਹੈ, ਕਿੱਦਾਂ ਪਾੜ ਲੋਗੇ? ਉਹਨੇ ਕਿਹਾ ਨਹੀਂ, ਮੈਂ ਇਹਨਾਂ ਬਜ਼ੁਰਗਾਂ 'ਚ ਰੱਬ ਵੇਖਿਆ, ਜਿਹੜੇ ਸਾਡੇ ਸਿਰੇ ਝਾੜੂ ਮਾਰਦੇ ਆ, ਪੋਚੇ ਲਾਉਂਦੇ ਆ, ਜਿਹੜੇ ਸਾਨੂੰ ਆਪਣੇ ਕੋਲੋਂ ਸਮਾਨ ਦਿੰਦੇ ਆ, ਜਿਹੜੇ ਸੇਵਾ ਕਰਦੇ ਆ, ਜਿਨ੍ਹਾਂ 'ਚ ਕੋਈ ਨਫ਼ਰਤ ਅਤੇ ਸੱਚ ਜਾਣੇ। ਜਿਹੜੇ ਕੋਈ ਬੰਦਾ ਕਹੇ ਜੀ ਉੱਥੋਂ ਸਮਾਨ ਚੁੱਕ ਕੇ ਲੈ ਆ, ਭੁੱਖੇ ਆ, ਨਾ ਜੀ ਨਾ। ਜਿੰਨਾ ਸਮਾਨ ਉੱਥੇ ਵੰਡਿਆ ਨਾ, ਸਾਡੇ ਕੋਲ ਕਈ ਕਿਸਾਨ ਸਵੇਰੇ ਉੱਠ ਕੇ ਆਉਣਾ ਵੀ ਅਸੀਂ ਹੁਣ ਵਾਪਸ ਚੱਲੇ ਹਾਂ, ਸਾਡੇ ਜਿਹੜੇ 3 ਕੂਲਰ ਅਸੀਂ ਕੀ ਕਰੀਏ? ਅਤੇ ਮਨ ਨੂੰ ਖੁਸ਼ੀ ਹੋਣੀ, ਉਹ ਯਾਰ ਸਾਰੇ ਇੱਕੋ ਜਿਹੇ ਨਹੀਂ। ਅਸੀਂ ਕਹਿਣਾ ਤੁਸੀਂ ਇਹ ਕੂਲਰ ਆਪਣੀ ਟਰਾਲੀ 'ਤੇ ਰੱਖ ਕੇ ਲੈ ਜਾਓ। ਪੰਜਾਬ ਜਿਹਨੇ ਤੁਹਾਡੇ ਇਸ ਅੰਦੋਲਨ 'ਚ ਸਭ ਤੋਂ ਵੱਧ ਸੇਵਾ ਕੀਤੀ ਆ, ਤੁਹਾਨੂੰ ਲੱਗੇ ਵੀ ਇਹਦੇ ਘਰ ਕੂਲਰ ਪੱਖਾ ਹੈ ਨਹੀਂ, ਤੁਸੀਂ ਆਪਣੇ ਪਿੰਡ ਵੱਲੋਂ ਉਹਨਾਂ ਦੀ ਸੇਵਾ ਕਰਦੇ ਹੋ। ਕਈ ਇਹੋ ਜਿਹੇ ਜਾਣੇ ਜਿਨ੍ਹਾਂ ਨੇ ਰਾਤ ਨੂੰ ਕਹਿਣਾ ਵੀ ਅਸੀਂ ਆਏ ਹਾਂ 5 ਜਾਣੇ, ਸਾਨੂੰ 5 ਕੰਬਲ ਦੇ ਦਿਓ, ਅਤੇ 2 ਰਾਤਾਂ ਬਾਅਦ ਕਹਿਣਾ ਜੀ ਹੁਣ ਅਸੀਂ ਵਾਪਸ ਚੱਲੇ ਹਾਂ, ਇਹ ਕੰਬਲ ਆਪਣੇ ਵਾਪਸ ਲੈ ਲਓ। ਸਾਰੇ ਇੱਕੋ ਜਿਹੇ ਨਹੀਂ ਸੀ।
ਬਹੁਤ ਕਿਰਦਾਰ ਸਿਰਜ ਕੇ ਆਏ ਆ ਸੇਵਾ। ਅਤੇ ਸਭ ਤੋਂ ਵੱਡੀ ਗੱਲ, ਤੁਸੀਂ ਕਿੰਨੀਆਂ ਹਿੰਦੂ ਲੜਕੀਆਂ ਦੀ ਇੰਟਰਵਿਊ ਸੁਣੀ ਆ ਜਿਨ੍ਹਾਂ ਨੇ ਆਖਿਆ ਅਸੀਂ ਸਾਨੂੰ ਅੱਜ ਰੋਣ ਆ ਰਿਹਾ ਵਾ। ਅਤੇ ਸੱਚ ਜਾਣਿਓ, ਉਹ ਧੀਆਂ ਦੱਸਣਗੀਆਂ ਆਉਣ ਵਾਲੇ ਸਮੇਂ 'ਚ, ਉਹ ਬੱਚੇ ਦੱਸਣਗੇ ਵੀ ਆਹ ਕੌਮ ਕਿੱਦਾਂ ਦੀ, ਅਸੀਂ ਤਾਂ ਪਹਿਲੀ ਵਾਰ ਸਿੱਖ ਖੇਤਾਂ ਦੇ ਵੇਖੇ। ਅਤੇ ਨਾਲੇ ਮੈਂ ਮਨ 'ਚ ਸੋਚ ਰਿਹਾ ਸੀ, ਮੈਂ ਕਿਹਾ ਸਾਡੇ ਟਰੈਕਟਰ ਨੇ ਨਾ ਖੇਤਾਂ ਤੋਂ ਘਰ ਅਤੇ ਘਰ ਤੋਂ ਖੇਤ, ਇਹ ਤੋਂ ਵੱਧ ਸਫ਼ਰ ਨਹੀਂ ਸੀ ਕੀਤਾ। ਇਹਨਾਂ ਨੂੰ ਕਦੀ ਪਤਾ ਸੀ ਵੀ ਦਿੱਲੀ ਵੀ ਜਾਣਾ ਹੈ। 1962 ਦੇ 2 ਟਰੈਕਟਰ ਵੇਖੇ ਅਸੀਂ, 1962 ਦੇ 2 ਟਰੈਕਟਰ ਉੱਥੇ ਪੁਰਾਣੇ ਖਿਲਾਰੇ ਅਗਲਿਆਂ ਨੇ ਉੱਥੇ 1962 ਦੇ ਲੋਕ ਵੇਖਣ ਆਉਂਦੇ ਸੀ। ਉਹ ਕਿੱਦਾਂ ਪਹੁੰਚੇ ਹੋਣਗੇ ਦਿੱਲੀ, ਸੋਚ ਕੇ ਵੇਖੋ ਤੁਸੀਂ, ਕਿੱਦਾਂ ਟਰੈਕਟਰ ਉੱਥੇ ਗਏ। ਬੜਾ ਕੁਝ ਇਸ ਅੰਦੋਲਨ ਨੇ ਦਿੱਤਾ ਜੀ। ਉਸ ਬਜ਼ੁਰਗ ਦੀਆਂ ਜਿਹਦੀ ਬਾਂਹ ਨਹੀਂ ਸੀ ਹੈਗੀ, ਨੌਜਵਾਨ ਵਿਦੇਸ਼ ਵਾਲੇ ਵੀਰਾਂ ਨੇ ਉਹਦੀ ਬਾਂਹ ਦਾ ਪ੍ਰਬੰਧ ਕਰਕੇ ਦਿੱਤਾ, ਉਹਦੇ ਹੱਥ ਨਵਾਂ ਲਵਾ ਕੇ ਦਿੱਤਾ। ਮਤਲਬ ਕਦੀ ਸੋਚ ਕੇ ਵੇਖੋ, ਇਸ ਅੰਦੋਲਨ ਨੇ ਕਈ ਕੁਝ ਕੱਪੜੇ, ਕਮਾਲ ਦੀ ਗੱਲ, ਅਸੀਂ ਆਪਣੇ ਘਰਾਂ ਵਿੱਚ ਲੰਗਰ ਲੱਗੇ ਲੋਕਾਂ ਵੇਖੇ ਹੋਣਗੇ, ਬੜੇ ਲੰਗਰ ਜਿੱਥੇ ਆਪਾਂ ਪ੍ਰਸ਼ਾਦਾ ਚਾਹ ਪਾਣੀ ਛਕਾਉਂਦੇ ਹਾਂ। ਪਰ ਇਸ ਅੰਦੋਲਨ 'ਚ ਬਜ਼ੁਰਗਾਂ ਦੇ ਕੱਪੜੇ ਧੋ ਕੇ ਖੁਸ਼ੀ ਮਹਿਸੂਸ ਕਰਦੇ ਰਹੇ ਕਈ ਸਾਡੇ ਨੌਜਵਾਨ ਵੀਰ। ਕੱਪੜੇ ਪ੍ਰੈਸ ਕਰਨੇ, ਕੱਪੜੇ ਧੋਣੇ। ਮੋਚੀ ਵੀਰ ਇੱਕ ਉੱਥੇ ਨਿਹੰਗ ਸਿੰਘ ਦਾ ਬਾਣਾ ਪਾ ਕੇ, ਸਾਡੇ ਕੋਲ ਕਈ ਵਾਰੀ ਟੈਂਟ 'ਚ ਜਿੱਪ ਖਰਾਬ ਹੋਣੀ, ਅਸੀਂ ਉਹਦੇ ਕੋਲ ਠੀਕ ਕਰਾਉਣੀਆਂ। ਅਸੀਂ ਕਹਿਣਾ ਪੈਸਾ, ਕਹਿਣਾ ਬਾਬੇ ਦੀ ਬੜੀ ਕਿਰਪਾ ਹੈ। ਕਿੰਨੇ ਉੱਥੇ ਟੇਲਰ ਪਹੁੰਚ ਗਏ, ਦਰਜੀ ਪਹੁੰਚ ਗਏ, ਜਿਹੜੇ ਆਪਣੇ ਕਿਸਾਨ ਬਜ਼ੁਰਗਾਂ ਦੇ ਕੱਪੜਿਆਂ ਨੂੰ ਸਿਲਾਈ ਕਰਨ ਵਾਸਤੇ ਪਹੁੰਚ ਗਏ। ਇਸ ਅੰਦੋਲਨ ਦੀ ਇੱਕ ਖਾਸੀਅਤ ਪਤਾ ਕਿਹੜੀ ਰਹੀ, ਕਿ ਇੱਥੇ ਕੋਈ ਵਰਗ ਪਿੱਛੇ ਨਹੀਂ ਰਿਹਾ, ਕੋਈ ਵਰਗ ਨਹੀਂ ਰਿਹਾ, ਹਰ ਇੱਕ ਨੇ। ਅਤੇ ਜਿੱਤ ਦਾ ਸਿਹਰਾ ਵੀ ਤਾਂ ਵੱਜਾ, ਉਹਨੇ ਆਖਿਆ ਜੇ ਇਕੱਲੇ ਜਾ ਕੇ ਮੁੱਠੀ ਪਰ ਜਾ ਕੇ ਬੰਦੇ ਬਹਿ ਜਾਂਦੇ ਨਾ, ਸਰਕਾਰ 'ਤੇ ਕੋਈ ਪ੍ਰੈਸ਼ਰ ਨਹੀਂ ਸੀ ਪੈਣਾ। ਉਹਨੇ ਆਖਿਆ ਨਹੀਂ ਭਾਈ, ਇੱਥੇ ਸਾਰੇ ਆ ਗਏ, ਵਕੀਲ ਆ ਗਏ, ਡਾਕਟਰ ਆ ਗਏ, ਇੱਥੇ ਆਰਮੀ 'ਚ ਵੀ ਹਲਚਲ ਹੋਣੀ ਸ਼ੁਰੂ ਹੋ ਗਈ ਸੀ। ਪੁਲਿਸ ਵਾਲੇ ਕਿੰਨੇ ਵੀਰ ਜਦੋਂ ਇੱਥੋਂ ਛੁੱਟੀ ਹੋਣੀ, ਛੁੱਟੀ ਲੈ ਕੇ ਜਾ ਕੇ ਸੇਵਾ ਕਰਦੇ ਰਹੇ ਉੱਥੇ ਜਾ ਕੇ। PGI ਦੇ ਡਾਕਟਰ ਦੀ ਮੈਂ ਗੱਲ ਦੱਸਣ ਲੱਗਾ, ਜਦੋਂ ਪਹਿਲੇ ਦਿਨ ਡਾਕਟਰ ਸਵੈਮਾਨ ਸਿੰਘ ਹੋਣੀ ਸਾਡੇ ਕੋਲ ਉੱਥੇ ਆਏ, ਕਹਿੰਦੇ ਵੀ ਆਪਾਂ ਤੁਹਾਡੇ ਟੈਂਟ ਤੋਂ ਕਰੋਨੇ ਦਾ ਪਹਿਲਾ ਇੰਜੈਕਸ਼ਨ ਲਾਉਣਾ ਸ਼ੁਰੂ ਕਰਨਾ। ਅਤੇ ਉਹ PGI ਤੋਂ ਡਾਕਟਰ ਆਏ, ਅਤੇ ਅਸੀਂ ਉਸ ਦਿਨ ਆਪਣਾ ਉਹ ਰੈਕ ਬਣਾ ਰਹੇ ਸੀ, ਅਤੇ ਕਹਿੰਦੇ ਸਾਡਾ ਦਿਲ ਕਰਦਾ ਤੁਹਾਡੇ ਨਾਲ ਅਸੀਂ ਵੀ ਆਣ ਕੇ ਪੇਂਟ ਕਰਾਈਏ, ਨਹੀਂ ਤਾਂ ਤੁਹਾਨੂੰ ਡਾਕਟਰਾਂ ਨੂੰ ਮਿਲਣ ਲੱਗਿਆ ਕਈ ਵਾਰੀ ਵੇਟਿੰਗ 'ਚ ਜਾ ਕੇ ਖਲੋਣਾ ਪੈਂਦਾ, ਤੁਹਾਨੂੰ ਟਾਈਮ ਲੈਣਾ ਪੈਂਦਾ। ਉਸ ਅੰਦੋਲਨ ਨੇ ਨਾ ਇੱਦਾਂ ਜਿਹੜਾ ਸਿਰ 'ਤੇ ਬੈਠਾ ਸੀ ਨਾ ਬੰਦਾ, ਉਹਨੂੰ ਵੀ ਲਿਆ ਕੇ ਜ਼ਮੀਨ 'ਤੇ ਖਿਲਾਰਤਾ। ਬੜਾ ਕੁਝ ਨਿਖਰ ਕੇ ਸਾਹਮਣੇ ਆਇਆ। ਇਹ ਸਿਹਰਾ ਪਤਾ ਕਿਹਨੂੰ ਜਾਂਦਾ? ਸਾਡੇ ਗੁਰੂ ਪਾਤਸ਼ਾਹ ਜੀ ਨੂੰ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ। ਗੁਰੂ ਨੇ ਵਿਖਾਤਾ ਸਾਨੂੰ ਕਿ ਜਦੋਂ ਤੁਹਾਡੇ ਪੱਲੇ ਸੱਚ ਹੋਵੇ ਨਾ, ਵੇਖੋ ਕਈ ਪੁੱਛਦੇ ਸੀ ਸਾਨੂੰ ਜਦੋਂ ਅਸੀਂ ਉੱਥੇ ਬੈਠੇ, ਕਈਆਂ ਨੇ ਕਹਿਣਾ ਇਹ ਬਣੂ ਗੱਲ ਕੋਈ ਜੀ, ਅਸੀਂ ਕਹਿਣਾ ਬਿਲਕੁਲ ਬਣੂਗੀ। ਪੁੱਛੋ ਕਿਉਂ? ਅਸੀਂ ਆਪਣੇ ਕੋਲੋਂ ਨਹੀਂ ਸੀ ਕਹਿੰਦੇ, ਅਸੀਂ ਬਜ਼ੁਰਗਾਂ ਦੇ ਜਦੋਂ ਖਿਆਲ ਸੁਣਦੇ ਸੀ ਨਾ, ਪੁੱਛਦੇ ਸੀ ਬਾਪੂ ਕਿੱਦਾਂ, ਥੱਕੇ ਤਾਂ ਨਹੀਂ, ਵਾਪਸ ਨਹੀਂ ਜਾਣਾ? ਕਹਿੰਦਾ ਪੁੱਤਰਾ ਜਾਂ ਲਾਸ਼ ਜਾਊ ਜਾਂ ਕਾਨੂੰਨ ਵਾਪਸ ਹੋਣਗੇ। ਜਿਹੜਾ ਵਿਸ਼ਵਾਸ ਸੀ ਨਾ, ਇਹ ਬੜੀ ਵੱਡੀ ਚੀਜ਼ ਸੀ। ਇਹ ਭਰੋਸਾ, ਇਹ ਪੋਜ਼ੀਟਿਵਿਟੀ, ਜਿਹੜੇ ਤੁਹਾਡੇ ਮਨ ਦੇ ਖਿਆਲ ਹੁੰਦੇ ਆ ਨਾ, ਉਹ ਤੂੰ ਤਗੜਾ ਕਰਦੇ ਆ। ਅਤੇ ਮਨ ਇਸੇ ਕਰਕੇ ਬਾਣੀ 'ਚ ਆਖਿਆ ਸੀ ਨਾ, ਜੋ ਮੰਦਰ ਕੋ ਥੰਮੇ ਥੰਮਣ ਤਿਉ ਗੁਰ ਕਾ ਸ਼ਬਦ। ਤੁਸੀਂ ਜਿਨ੍ਹਾਂ ਦੇ ਗੋਡੇ ਮੋਢੇ ਦੁਖਦੇ, ਆਪਣੇ ਮਨ ਨੂੰ ਰੋਜ਼ ਕਹਿਣਾ ਸ਼ੁਰੂ ਕਰ ਦਿਓ, ਮੇਰਾ ਗੋਡਾ ਠੀਕ ਆ, ਮੇਰੇ ਮੋਢੇ ਠੀਕ ਆ। 5 ਦਿਨਾਂ ਬਾਅਦ ਨਾ ਤੁਰ ਲੱਗੇ ਤਾਂ ਆਖਿਓ ਸਾਡੀ ਪ੍ਰੋਬਲਮ ਕੀ ਆ। ਅਸੀਂ ਦਵਾਈ ਵੀ ਖਾਈ ਜਾਂਦੇ ਹਾਂ, ਅਗਲਾ ਪੁੱਛਦਾ ਕੀ ਹਾਲ ਆ, ਨਹੀਂ ਬਸ ਹੁਣ ਗੋਡਿਆਂ 'ਚੋਂ ਕਿੱਥੋਂ ਉੱਠਿਆ ਜਾਣਾ। ਉਹ ਫਿਰ ਇਹੋ ਜਿਹਾ ਮਨ ਢੀਠ ਹੁੰਦਾ, ਉਹ ਕਹਿੰਦਾ ਜਿੰਨੀ ਮਰਜ਼ੀ ਦਵਾਈ ਖਾਈ ਜਾ, ਤੈਨੂੰ ਮੈਂ ਤੁਰ ਨਹੀਂ ਦੇਣਾ। ਮਨ ਬੜੀ ਵੱਡੀ ਚੀਜ਼ ਆ। ਮੰਨ ਲਓ ਕਈ ਵਾਰੀ ਮੰਨ ਲਓ ਤੁਹਾਨੂੰ ਹੁਣ ਮੈਂ ਉਦਾਹਰਨ ਦੇਣ ਲੱਗਾ, ਬੰਦੇ ਨੂੰ 101 ਬੁਖਾਰ ਆ, 101 ਬੁਖਾਰ ਆ, ਮੱਝਾਂ 4 ਰੱਖੀਆਂ ਘਰ, ਅਤੇ ਪਤਾ ਵੀ ਪੱਠੇ ਖੇਤਾਂ 'ਚੋਂ ਮੈਨੂੰ ਲਿਆਉਣੇ ਪੈਣੇ ਆ। ਉਹਦਾ ਧਿਆਨ ਜਾਂਦਾ 102 ਬੁਖਾਰ ਵੱਲ? ਬੋਲ ਕੇ ਦੱਸਿਓ, ਨਹੀਂ ਜਾਂਦਾ ਨਾ। ਉਹਨੂੰ ਪਤਾ ਵੀ ਮੱਝਾਂ 4 ਭੁੱਖੀਆਂ ਮਰ ਜਾਣੀਆਂ, ਅਤੇ ਇਹਨਾਂ ਨੂੰ ਮੈਂ ਪੱਠੇ ਪਾਵਾਂਗਾ, ਦੁੱਧ ਸਵੇਰੇ ਦੇਣਗੀਆਂ, ਦੁੱਧ ਵੇਚਣਾ ਵੀ ਆ, 4 ਘਰਾਂ ਨੇ ਮੇਰੇ ਕੋਲ ਦੁੱਧ ਲਾਇਆ ਹੋਇਆ, ਕਿੰਨੀਆਂ ਗੱਲਾਂ ਜੋੜਦਾ ਉਹਦੇ ਨਾਲ। ਉਹ ਫਿਰ ਇੱਦਾਂ ਤਿਆਰ ਕਰਦਾ ਆਪਣੇ ਆਪ ਨੂੰ, ਪ੍ਰਸ਼ਾਦਾ ਇੱਕ ਅੱਧਾ ਛਕਦਾ, ਨਾਲ ਗੋਲੀ ਲੈਂਦਾ, ਚਾਹ ਦਾ ਗਲਾਸ ਗਰਮ ਪੀਂਦਾ, ਅਤੇ ਖੇਤਾਂ ਨੂੰ ਤੁਰ ਪੈਂਦਾ। ਪੂਰੇ ਪੱਠੇ ਪੁੱਠੇ ਪਾ ਕੇ ਫਿਰ ਪੁੱਛਦਾ ਕਿੱਦਾਂ, ਠੀਕ ਹੋ ਗਿਆ? ਆਣ ਕੇ ਦਵਾਈ ਫਿਰ ਲੈ ਲਈ, ਬੁਖਾਰ ਲੈ ਗਿਆ। ਅੱਛਾ ਹੁਣ ਅਗਲੀ ਗੱਲ ਸੁਣਿਓ, ਜੇ ਉਹਦੇ ਕੋਲ ਆਪਸ਼ਨ ਹੁੰਦੀ ਕੋਈ ਕਿ ਪੱਠੇ ਲੈਣ ਪੁੱਤ ਜਾ ਸਕਦਾ, ਭਰਾ ਜਾ ਸਕਦਾ, ਅਤੇ ਬੁਖਾਰ ਭਾਵੇਂ 100 ਹੀ ਹੁੰਦਾ, ਕੀ ਕਹਿਣਾ? ਪੁੱਤ ਤੂੰ ਪੱਠੇ ਲੈ ਆ। ਮੰਨ ਲਓ ਮੈਂ ਆਪਣੀ ਗੱਲ ਕਰਦਾ, ਮੰਨ ਲਓ ਮੈਨੂੰ 101 ਬੁਖਾਰ ਆ ਸਵੇਰੇ, ਅਤੇ ਮੈਨੂੰ ਪਤਾ ਵਾ ਵੀ ਮੈਂ ਕਥਾ ਕਰਨ ਲੋਕੋਂ ਪਿੰਡ ਜਾਣਾ ਹੀ ਜਾਣਾ, ਮੈਂ ਬੁਖਾਰ ਚੜ੍ਹਨ ਦੇਣਾ ਸੀ? ਬੋਲੋ ਭਲਾ, ਨਹੀਂ ਚੜ੍ਹਨ ਦੇਣਾ। ਮੈਂ ਕਹਿਣਾ ਬੁਖਾਰ ਨੂੰ ਕਹਿਣਾ ਵੀ ਤੂੰ ਚੜ੍ਹੀ 3 ਵਜੇ ਤੋਂ ਬਾਅਦ, ਧਿਆਨ ਨਾਲ ਸੁਣਿਓ ਭਾਈ, 3 ਵਜੇ ਤੋਂ ਬਾਅਦ ਚੜ੍ਹ ਜੀ, 3 ਵਜੇ ਤੋਂ ਬਾਅਦ ਚੜ੍ਹ ਜੀ, ਪਹਿਲਾਂ ਨਹੀਂ ਤੈਨੂੰ ਮੈਂ ਲਾਗੇ ਆਉਣ ਦੇਣਾ। ਇਹ ਗੱਲ ਤੁਹਾਡੇ ਮਨ ਦੀ ਆ।
ਹੁਣ ਪਤਾ ਬੰਦੇ ਨੂੰ ਕੋਈ ਆਪਸ਼ਨ ਹੈਗੀ ਆ ਕਿ ਪੱਠੇ ਤੇ ਮੇਰੇ ਪੁੱਤ ਨੇ ਲਿਆਉਣੇ ਆ, ਮੇਰੇ ਕਾਮੇ ਲਿਆਉਣੇ ਆ, 100 ਬੁਖਾਰ ਵੇਖ ਕੇ ਉਹਨੇ ਮੰਜੇ ਤੋਂ ਉੱਠਣਾ ਨਹੀਂ। ਹੁਣ ਘਰ 'ਚ ਮੇਰੀ ਭੈਣ ਆ, ਮੰਨ ਲਓ ਬੀਬੀਆਂ ਵਾ, ਦਰਾਣੀ ਜਠਾਣੀ ਆ, 100 ਬੁਖਾਰ ਉਹਨੇ ਕਹਿਣਾ ਕੋਈ ਨਹੀਂ ਮੇਰੇ ਬੱਚਿਆਂ ਨੂੰ ਦੂਜੀ ਨੇ ਤਿਆਰ ਕਰ ਦੇਣਾ, ਉਹਨੇ 100 ਬੁਖਾਰ 'ਚ ਨਹੀਂ ਉੱਠਣਾ। ਅਤੇ ਪਤਾ ਬੀਬੀ ਨੂੰ ਹੈਗਾ ਵਾ ਕਿ ਮੈਂ ਆਪਣੇ ਬੱਚਿਆਂ ਨੂੰ ਮੈਂ ਹੀ ਤਿਆਰ ਕਰਨਾ, 101-2 ਬੁਖਾਰ 'ਚ ਵੀ ਸਵੇਰੇ ਉੱਠੂਗੀ ਉਹ। ਸਾਰੀ ਖੇਡ ਤੁਹਾਡੇ ਮਨ ਦੀ ਆ। ਜਦੋਂ ਤੁਸੀਂ ਆਪਣੇ ਮਨ ਨੂੰ ਇਹ ਮੈਸੇਜ ਦੇਤਾ, ਇਹ ਕੰਮ ਤੇਰੇ ਤੋਂ ਬਿਨਾਂ ਕਿਸੇ ਦੂਜੇ ਨੇ ਨਹੀਂ ਉਹ ਕਰਨਾ। ਮੈਂ ਇੱਕ ਦਿਨ ਇੱਕ ਬਹੁਤ ਪਿਆਰੀ, ਕਈ ਵਾਰੀ ਨਾ ਨਿੱਕੀਆਂ ਨਿੱਕੀਆਂ ਘਟਨਾਵਾਂ 'ਚੋਂ ਬਹੁਤ ਕੁਝ ਸਿੱਖਿਆ ਮਿਲਦੀ ਹੈ ਕਿ ਇੱਕ ਬੱਚਾ, ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਇੱਕ ਬੱਚਾ ਜਿਹਦੀ ਉਮਰ ਹੈ 10 ਸਾਲ ਦੀ, ਇੱਕ ਬੱਚਾ ਜਿਹਦੀ ਉਮਰ ਹੈ 15 ਸਾਲ ਦੀ, ਦੋਨੋਂ ਜਾਣੇ ਜੰਗਲ ਚਲੇ ਗਏ। ਧਿਆਨ ਨਾਲ ਸੁਣਿਓ, ਹੁਣ ਅਸਲ 'ਚ ਖੇਡ ਕੀ ਹੈ। ਹੁਣ ਦੋਨੋਂ ਜਾਣੇ ਜੰਗਲ 'ਚ ਗਏ, 15 ਸਾਲ ਦਾ ਬੱਚਾ ਖੂਹ 'ਚ ਡਿੱਗ ਪੈਂਦਾ, 10 ਸਾਲ ਦਾ ਬੱਚਾ ਉਹਨੂੰ ਖੂਹ 'ਚੋਂ ਬਾਹਰ ਕੱਢਦਾ, ਯਾਨੀ ਕਿ ਵੱਡੀ ਉਮਰ ਦਾ ਬੱਚਾ ਖੂਹ 'ਚ ਡਿੱਗਦਾ, 10 ਸਾਲ ਦਾ ਬੱਚਾ ਉਹਨੂੰ ਖੂਹ 'ਚੋਂ ਬਾਹਰ ਕੱਢਦਾ। ਉਹ ਜਦੋਂ ਬਾਹਰ ਕੱਢ ਕੇ ਉਹਨੂੰ ਪਿੰਡ ਲੈ ਆਉਂਦਾ ਅਤੇ ਪਿੰਡ 'ਚ ਆਣ ਕੇ ਉਹ ਦੱਸਦਾ, ਬੱਚਾ, ਦੋਨੋਂ ਬੱਚੇ ਦੱਸਦੇ ਜੀ ਮੈਂ ਡਿੱਗ ਪਿਆ ਸੀ, ਇਹਨੇ ਮੈਨੂੰ ਖੂਹ 'ਚੋਂ ਬਾਹਰ ਕੱਢਿਆ। ਸਾਰਾ ਪਿੰਡ ਕਹਿੰਦਾ ਇਹ ਝੂਠ ਬੋਲਦਾ ਵੀ ਬੱਚਾ 10 ਸਾਲ ਦਾ 15 ਸਾਲ ਦੇ ਬੱਚੇ ਨੂੰ ਖੂਹ 'ਚੋਂ ਕਿੱਦਾਂ ਬਾਹਰ ਕੱਢ ਸਕਦਾ। ਪਰ ਪਿੰਡ 'ਚ ਇੱਕ ਬਜ਼ੁਰਗ ਬਹੁਤ ਸਿਆਣਾ ਸੀ, ਕਹਿੰਦਾ ਇਹ ਬੱਚਾ ਸੱਚ ਬੋਲਦਾ, ਇਹਨੇ ਇਹਨੂੰ ਖੂਹ 'ਚੋਂ ਬਾਹਰ ਕੱਢਿਆ। ਕਹਿੰਦੇ ਤੁਹਾਨੂੰ ਕਿਵੇਂ ਪਤਾ? ਧਿਆਨ ਨਾਲ ਸੁਣਿਓ, ਤੁਹਾਨੂੰ ਕਿਵੇਂ ਪਤਾ ਜੀ ਇਹਨੇ ਇਹਨੂੰ ਖੂਹ 'ਚੋਂ ਬਾਹਰ ਕੱਢਿਆ? ਅਸੀਂ ਸਾਰਾ ਪਿੰਡ ਕਹੀ ਜਾਂਦੇ ਹਾਂ ਵੀ ਇਹ ਝੂਠ ਬੋਲਦਾ, ਬੱਚਾ ਜਿਹੜਾ 15 ਸਾਲ ਦਾ ਵੱਡਾ, ਇਹ 10 ਸਾਲ ਦਾ ਬੱਚਾ ਛੋਟਾ, ਇਹਨੇ ਕਿੱਦਾਂ ਇਹਨੂੰ ਖੂਹ 'ਚੋਂ ਬਾਹਰ ਕੱਢ ਲਿਆ? ਜੇ ਆਪਾਂ ਇਹ ਮੰਨਦੇ ਵੀ 15 ਸਾਲ ਦਾ ਬੱਚਾ 10 ਸਾਲ ਦੇ ਬੱਚੇ ਨੂੰ ਖੂਹ 'ਚੋਂ ਬਾਹਰ ਕੱਢ ਸਕਦਾ ਸੀ, ਪਰ ਤੁਸੀਂ ਕਹਿੰਦੇ 10 ਸਾਲ ਦੇ ਬੱਚੇ ਨੇ 15 ਸਾਲ ਦੇ ਨੂੰ ਖੂਹ 'ਚੋਂ ਬਾਹਰ ਕੱਢਿਆ। ਕਹਿੰਦਾ ਪਤਾ ਕਿੱਦਾਂ ਕੱਢਿਆ? ਕਿਉਂਕਿ ਜਦੋਂ ਇਹ ਖੂਹ 'ਚੋਂ ਕੱਢ ਰਿਹਾ ਸੀ ਨਾ ਇਹਨੂੰ, ਇਹਦੇ ਕੰਨ 'ਚ ਕੋਈ ਇਹ ਕਹਿਣ ਵਾਲਾ ਨਹੀਂ ਸੀ ਲਾਗੇ ਹੈਗਾ ਵੀ ਇਹ ਕੰਮ ਤੇਰੇ ਕੋਲੋਂ ਨਹੀਂ ਹੋਣਾ। ਸਮਝ ਆਈ? ਇਹ ਕੰਮ ਤੇਰੇ ਕੋਲੋਂ, ਉੱਚੀ ਬੋਲਿਓ। ਉਦੋਂ ਉਹਨੂੰ ਜੇ ਉਹਨੂੰ ਇਹ ਲਾਗੇ ਲੱਗਦਾ, ਆਹ ਲਾਗੇ ਅੰਕਲ ਹੈਗਾ, ਉਹਨੇ ਰੱਸੇ ਵਾਲਾ ਹੱਥ ਨਹੀਂ ਸੀ ਪਾਉਣਾ, ਉਹਨੇ ਤੁਹਾਨੂੰ ਸੱਦਣ ਆਉਣਾ ਸੀ। ਹੁਣ ਉਹਨੇ ਆਸੇ ਪਾਸੇ ਧਿਆਨ ਮਾਰਿਆ ਕਿ ਕੋਈ ਇਹਦੀ ਹੈਲਪ ਕਰਨ ਵਾਲਾ ਨਹੀਂ ਹੈਗਾ ਮੇਰੇ ਤੋਂ ਬਿਨਾਂ। ਉਹਨੇ ਫਿਰ ਜਿੰਨੀ ਉਹਦੇ ਕੋਲ ਤਾਕਤ ਸੀ ਨਾ, ਲਾ ਕੇ ਉਹਨਾਂ ਨੂੰ ਬੱਚੇ ਨੂੰ ਬਾਹਰ ਕੱਢਿਆ। ਅਤੇ ਮੈਂ ਕਈ ਵਾਰੀ ਸੋਚਦਾ, ਇੱਧਰ ਵੀ ਤਾਂ ਜਦੋਂ 7 ਸਾਲ ਦੇ 9 ਸਾਲ ਦੇ ਕਚਹਿਰੀ 'ਚ ਪੇਸ਼ ਹੋ ਰਹੇ ਆ, ਉਹਨਾਂ ਲਾਗੇ ਕੋਈ ਇਹ ਕਹਿਣ ਵਾਲਾ ਨਹੀਂ ਸੀ ਹੈਗਾ ਕਿ ਐਡੇ ਸੋਹਣੇ ਸਵਾਲਾਂ ਦੇ ਜਵਾਬ ਤੁਹਾਡੇ ਕੋਲੋਂ ਦਿੱਤੇ ਨਹੀਂ ਹੋ ਜਾਣੇ। ਇਹ ਗੱਲ ਸਾਡੇ ਪਤਾ ਕੀ ਹੁੰਦਾ, ਜੇ ਕੋਈ ਕੰਮ ਨਿਆਣੇ ਕਰਨ ਵੀ ਲੱਗਾ ਨਾ, ਲੱਗ ਪੈਣਾ ਉਹ ਰਹਿਣ ਦੇ, ਤੇਰੇ ਕੋਲੋਂ ਨਹੀਂ ਹੋਣਾ। ਕਿਉਂ ਜੀ? ਇਹ ਤੇਰੇ ਕੋਲੋਂ, ਉਹ ਜਦੋਂ ਤੇਰੇ ਕੋਲੋਂ ਨਹੀਂ ਹੋਣਾ ਨਾ, ਉਹ ਬੱਚਾ ਇਹੋ ਜਿਹੀ ਗੱਲ ਚੱਕ ਲੈਂਦਾ। ਕਈ ਤੁਸੀਂ ਦੇਖਿਓ ਘਰਾਂ 'ਚ 20-20, 22-22 ਸਾਲ ਦੇ ਬੱਚਿਆਂ ਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ, ਅਤੇ ਕਈਆਂ ਘਰਾਂ 'ਚ ਤੁਸੀਂ 15-15 ਸਾਲ ਦੇ ਜਵਾਕ ਹੀ ਤੁਸੀਂ ਵੇਖੋ ਕਿੱਦਾਂ ਗੱਡੀਆਂ ਭਜਾਈ ਫਿਰਦੇ ਆ, ਕਿਉਂਕਿ ਉਹਨਾਂ ਮਾਂ ਬਾਪ ਨੇ ਇਹ ਸਿੱਖਿਆ ਦੇ ਦਿੱਤੀ ਕਿ ਪੁੱਤ ਤੁਸੀਂ ਇਹ ਕੰਮ ਕਰ ਸਕਦੇ ਹੋ। ਆਪਣੇ ਬੱਚਿਆਂ ਨੂੰ ਪਾਲੋ, ਤਿਆਰ ਕਰੋ, ਉਹਨਾਂ ਨੂੰ ਮੈਂਟਲੀ ਪ੍ਰਪੇਅਰ ਕਰੋ। ਕਦੀ ਢੈਂਦੀ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਅੰਦੁਲੇ ਗੁਰ ਮਸਕੰਗ ਭਗਨੰਤ ਸੈਲੰਗ। ਮੱਛਰ ਵੀ ਪਹਾੜ ਤੋੜ ਸਕਦਾ, ਸੰਸਕ੍ਰਿਤੀ ਸਲੋਕਾਂ 'ਚ ਲਿਖਿਆ, ਮਸਕੰਗ ਭਗਨੰਤ ਸੈਲੰਗ। ਸੈਲ ਕਹਿੰਦੇ ਪੱਥਰ ਨੂੰ, ਮਸਕੰਗ ਕਹਿੰਦੇ ਮੱਛਰ ਨੂੰ। ਮੱਛਰ ਪਹਾੜ ਤੋੜ ਸਕਦਾ। ਮੱਛਰ ਨੂੰ ਤਾਂ ਇੱਦਾਂ ਆਪਾਂ ਪੱਲਾ ਮਾਰੀਏ ਤਾਂ ਕਿੰਨੇ ਮਰ ਜਾਂਦੇ ਆ, ਇੱਥੇ ਮਾਰੇ ਕਹਿੰਦੇ ਮੱਛਰ ਪਹਾੜ ਤੋੜ ਸਕਦਾ। ਕਈ ਹੁਣ ਜਿਹੜੇ ਆਂਦੇ ਜੀ ਇਹਨਾਂ ਸ਼ਬਦਾਂ ਦੇ ਅਰਥ ਨਾ ਕਰੋ, ਇਹਦਾ ਕੀ ਮਤਲਬ ਹੈ? ਹੁਣ ਜਿਹੜੇ ਕਹਿੰਦੇ ਸ਼ਬਦਾਂ ਦੇ ਭਾਵ ਅਰਥ, ਜਿਹੜੇ ਆਮ ਲੋਕ ਕਹਿੰਦੇ ਸ਼ਬਦਾਂ ਦੇ ਅਰਥ ਭਾਵ ਅਰਥ ਕਰਨ ਦੀ ਲੋੜ ਨਹੀਂ, ਵੀ ਸਿੱਧੇ ਤੁਸੀਂ ਅਰਥ ਵਿਚਾਰ ਦਿਓ, ਫਿਰ ਕੀ ਮਤਲਬ ਹੋਏ ਇਹਦੇ? ਮਸਕੰਗ, ਸਾਰੇ ਬੋਲੋ, ਮਸਕੰਗ ਭਗਨੰਤ ਸੈਲੰਗ। ਇਹ ਸੰਸਕ੍ਰਿਤੀ ਸਲੋਕਾਂ ਦਾ ਵਾਕ ਆ, ਬਚਨ ਵਾ ਗੁਰੂ 5ਵੇਂ ਪਾਤਸ਼ਾਹ ਦਾ, ਵੀ ਮੱਛਰ ਵੀ ਭੰਨ ਸਕਦਾ ਹੈ ਪੱਥਰ ਨੂੰ। ਹੁਣ ਆਪਾਂ ਕਹਾਂਗੇ ਅੱਛਾ ਵੀ ਮੱਛਰ ਵੀ ਪਹਾੜ ਤੋੜ ਸਕਦਾ, ਪੱਥਰ ਤੋੜ ਸਕਦਾ। ਇੱਥੇ ਮੱਛਰ ਬਿਰਤੀ ਦੀ ਗੱਲ ਆ, ਜਿਹਨੂੰ ਅਸੀਂ ਕਮਜ਼ੋਰ ਕਈ ਵੀ ਕਹਿ ਦਿੰਦੇ ਹਾਂ। ਕਦੇ ਵੀ ਕਿਸੇ ਨੂੰ ਚੁਣੌਤੀ ਨਾ ਦਿਓ, ਇਹ ਨਾ ਕਹੋ ਇਹ ਕੰਮ ਤੇਰੇ ਕੋਲੋਂ ਨਹੀਂ ਹੋਣਾ। ਨਾ ਨਾ ਨਾ, ਹਰ ਬੰਦੇ ਵਿੱਚ ਸ਼ਕਤੀ ਛੁਪੀ ਹੋਈ ਆ, ਕਲਾ ਛੁਪੀ ਹੋਈ ਆ। ਪਤਾ ਨਹੀਂ ਕਿਹੜੇ ਬੰਦੇ ਨੇ ਕਿਹੜਾ ਕੰਮ ਕਿਹੜੇ ਵਕਤ ਕਰ ਦੇਣਾ। ਕਈ ਵਾਰੀ ਆਪਾਂ ਨਸ਼ੇੜੀ ਨੂੰ ਕਹਿ ਦਿੰਦੇ ਹਾਂ, ਉਹ ਇਹਦੇ ਕੋਲ ਨਹੀਂ ਨਸ਼ਾ ਛੁੱਟਣਾ ਹੁਣ। ਕਈ ਵਾਰੀ ਕਹਿ ਦਿੰਦੇ ਨਾ, ਬਸ ਹੁਣ ਇਹਦੇ ਫੱਟੇ ਤੇ ਲੰਮੇ ਪੈਣ ਤੱਕ ਨਾਲ ਹੀ ਜਾਊ, ਇੱਦਾਂ ਕਹਿੰਦੇ ਨਾ ਕਈ ਵਾਰੀ। ਪਰ ਜੇ ਉਹ ਆਪਣੇ ਮਨ ਨੂੰ ਇਹ ਮੈਸੇਜ ਦੇ ਦੇਵੇ ਨਾ, ਉਹ ਇਹਨਾਂ ਨੇ ਮੈਨੂੰ ਚੈਲੰਜ ਕੀਤਾ, ਤੁਹਾਨੂੰ ਮੈਂ ਹੁਣ 6 ਮਹੀਨਿਆਂ ਦੇ ਅੰਦਰ ਦੇ ਇਹ ਕਲੰਕ ਆਪਣੇ ਮੱਥੋਂ, ਬੋਲ ਕੇ ਦੱਸੋ, ਅਤੇ ਇਹ ਸੱਚ ਆ।
ਉਹਨੂੰ ਕਿਸੇ ਦਵਾਈ ਦੀ ਵੀ ਲੋੜ ਨਹੀਂ, ਕਿਸੇ ਡਾਕਟਰੀ ਸਹੂਲਤ ਦੀ ਵੀ ਲੋੜ ਨਹੀਂ। ਬੰਦੇ 'ਚ ਹੀ ਐਡੀ ਵੱਡੀ ਪਾਵਰ ਹੈਗੀ ਆ, ਬੰਦੇ 'ਚ ਐਡੀ ਵੱਡੀ ਤਾਕਤ ਆ ਆਪਣੇ ਆਪ ਦੇ ਵਿੱਚ ਹੀ ਕਿ ਉਹ ਉਸ ਬਿਮਾਰੀ ਨਾਲ ਲੜ ਸਕਦਾ, ਉਸ ਬਿਮਾਰੀ ਨਾਲ ਜੂਝ ਸਕਦਾ। ਸਾਡੀ ਸਮੱਸਿਆ ਇਹ ਆ, ਤੇਰੇ ਕੋਲ ਨਹੀਂ ਹੋਣਾ, ਤੂੰ ਨਹੀਂ ਇਹ ਕੰਮ ਕਰ ਸਕਦਾ, ਤੂੰ ਰਹਿਣ ਦੇ। ਉਹ ਚੀਜ਼ਾਂ ਜਿਹੜੀਆਂ ਨਾ, ਉਹ ਚੀਜ਼ਾਂ ਸਾਨੂੰ ਨੈਗੇਟਿਵ ਕਰ ਦਿੰਦੀਆਂ, ਅਸੀਂ ਚੰਗੇ ਬੰਨੇ ਤੋਰ ਹੀ ਨਹੀਂ ਪਾਉਂਦੇ। ਅਤੇ ਹੁਣ ਮੈਂ ਗੱਲ ਕਰ ਰਿਹਾ ਸੀ ਗੁਰੂ ਪਾਤਸ਼ਾਹ ਜੀ ਦੇ ਪਾਵਨ ਉਹਨਾਂ ਮਹਾਨ ਯੋਧਿਆਂ ਦੀ, ਜਿਨ੍ਹਾਂ ਨੇ ਸਾਡੇ ਲਈ ਕਿੱਡੇ ਵੱਡੇ ਪੂਰਨੇ ਪਾਏ ਆ, ਪਰਵਰਿਸ਼ ਕਿੱਦਾਂ ਦੀ ਕੀਤੀ ਆ। ਮੈਨੂੰ ਨਹੀਂ ਲੱਗਦਾ ਕਦੀ ਗੁਰੂ ਸਾਹਿਬ ਨੇ ਉਹਨਾਂ ਲਾਗੇ ਇਹ ਗੱਲ ਕਹੀ ਹੋਵੇ ਤੁਹਾਡੇ ਕੋਲੋਂ ਇਹ ਕੰਮ ਨਹੀਂ ਹੋਣਾ ਨਾ। ਬਚਪਨ ਤੋਂ ਲੈ ਕੇ ਜਿਹੜੀ ਉਹਨਾਂ ਨੇ ਤਿਆਰੀ ਕੀਤੀ ਬਾਬਾ ਅਜੀਤ ਸਿੰਘ ਹੋਣਾ ਯੋਧਿਆਂ ਦੀ, ਜਿਹੜੇ ਹੁਣ ਇਹਨਾਂ ਦੋਵਾਂ ਨੂੰ ਵੱਡਿਆਂ ਸਾਹਿਬਜ਼ਾਦਿਆਂ ਨੂੰ ਤਾਂ ਜੰਗ ਲੜਨ ਦੇ ਮੌਕੇ ਮਿਲੇ ਆ ਨਾ, ਵੱਡਿਆਂ ਨੂੰ ਤੇ ਦੋਨਾਂ ਸਾਹਿਬਜ਼ਾਦਿਆਂ ਨੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਜੰਗਾਂ ਲੜੀਆਂ ਨੇ, ਪੂਰਨੇ ਪਾਏ ਸਾਡੇ ਵਾਸਤੇ। ਦ੍ਰਿੜਤਾ, ਭਰੋਸਾ, ਵਿਸ਼ਵਾਸ ਕਿੱਡਾ ਵੱਡਾ, ਸਭ ਤੋਂ ਵੱਡੀ ਗੱਲ ਇਹ ਆ। ਅਤੇ ਇਹ ਟ੍ਰੇਨਿੰਗ ਕਿੱਥੋਂ ਲਈ, ਕਿੱਥੋਂ ਸਿੱਖਿਆ ਮਿਲੀ, ਇਹ ਜਜ਼ਬਾ ਕਿੱਥੋਂ ਆਇਆ? ਇਹ ਸੰਸਕਾਰ ਸਾਡੇ ਗੁਰੂ ਪਾਤਸ਼ਾਹ ਵੱਲੋਂ ਦਿੱਤੇ ਹੋਏ ਸੀ। ਤਾਂ ਸਾਨੂੰ ਲੋੜ ਆ, ਜਿਹੜੀ ਆਪਾਂ ਗੱਲ ਇੱਥੇ ਭਗਤ ਰਵਿਦਾਸ ਜੀ ਦੇ ਪਾਵਨ ਬਚਨ ਦੀ ਪੜ੍ਹੀ ਹੈ ਵੀ ਕੋ ਵਣਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ। ਕੋਈ ਹੈ ਵਣਜਾਰਾ ਰਾਮ ਦਾ? ਰਾਮ ਮੀਨਿੰਗ ਸੱਚ। ਕਹਿੰਦੇ ਕੋਈ ਹੈ ਵਣਜਾਰਾ ਰਾਮ ਦਾ? ਕਹਿੰਦੇ ਕਿਉਂ? ਕਹਿੰਦੇ ਮੇਰਾ ਟਾਂਡਾ ਲਾਦਿਆ ਜਾਏ ਰੇ, ਮੇਰਾ ਵੀ ਟਾਂਡਾ ਲੱਦਿਆ ਜਾ ਸਕੇ। ਕੋ ਵਣਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ, ਕਹਿੰਦੇ ਹਉ ਵਣਜਾਰੋ ਰਾਮ ਕੋ, ਮੈਂ ਵਣਜਾਰਾ ਰਾਮ ਦਾ। ਹੁਣ ਸ਼ਬਦ ਕਿੱਡਾ ਪਿਆਰਾ ਹੈ। ਹੁਣ ਇੱਥੇ ਬਲਦ ਕੌਣ ਹੈ? ਬਲਦ ਹੈ ਸਾਡਾ ਮਨ। ਜਿਵੇਂ ਆਪਾਂ ਗੁਰਦੁਆਰਾ ਸਾਹਿਬ ਆਏ ਹਾਂ, ਇੱਥੇ ਸਾਨੂੰ ਕੌਣ ਲੈ ਕੇ ਆਇਆ ਜੀ ਭਲਾ? ਬੋਲੋ ਸਾਰੇ। ਮਨ। ਅਤੇ ਟਾਂਡਾ ਕੌਣ ਹੋਇਆ? ਸਾਡਾ ਸਰੀਰ। ਸਾਡੀਆਂ ਅੱਖਾਂ ਕਹਿੰਦੀਆਂ ਗੁਰਦੁਆਰੇ ਜਾਣਾ, ਪਰ ਮਨ ਕਹਿੰਦਾ ਰਹਿਣ ਦੇ। ਅੱਖਾਂ ਇਕੱਲੀਆਂ ਗੁਰਦੁਆਰੇ ਆ ਸਕਦੀਆਂ ਸੀ? ਪੈਰ ਕਹਿੰਦੇ ਮੈਂ ਗੁਰਦੁਆਰੇ ਜਾਣਾ, ਪਰ ਮਨ ਕਹਿੰਦਾ ਮੈਂ ਨਹੀਂ ਜਾਣਾ। ਪੈਰ ਇਕੱਲੇ ਆ ਸਕਦੇ ਸੀ? ਯਾਨੀ ਕਿ ਇੱਦਾਂ ਕਹਿ ਲਈਏ ਵੀ ਬਲਦ ਕਹੇ ਮੈਂ ਗੁਰਦੁਆਰੇ ਜਾਣਾ ਨਹੀਂ ਜੇ, ਅਤੇ ਇਕੱਲਾ ਟਾਂਡਾ ਗੱਡਾ ਇਕੱਲਾ ਗੁਰਦੁਆਰੇ ਆਜੂ? ਗੱਡੇ ਨੂੰ ਤਾਂ ਬਲਦ ਨਹੀਂ ਲੈ ਕੇ ਆਉਣਾ। ਹੋਰ ਸੌਖਾ ਕਰ ਦੇਣਾ ਮੈਂ ਵੀ ਜੇ ਬੰਦੇ ਦਾ ਮਨ, ਹੁਣ ਡਰਾਈਵਰ ਕਹੇ ਮੈਂ ਗੁਰਦੁਆਰੇ ਨਹੀਂ ਜਾਣਾ, ਗੱਡੀ ਆਪਣੇ ਆਪ ਗੁਰਦੁਆਰੇ ਆਜੂ? ਬਸ ਇੱਦਾਂ ਸਮਝੋ, ਜਿਹੜਾ ਸਾਡਾ ਬਲਦ ਵਾ ਨਾ ਉਹ ਸਾਡਾ ਮਨ ਵਾ। ਮਨ ਬਲਦ ਵਾ ਅਤੇ ਸਰੀਰ ਗੱਡਾ ਵਾ, ਅੱਖਾਂ, ਕੰਨ, ਨਾਸਾਂ ਇਹ ਗੱਡਾ ਵਾ। ਸ਼ਬਦ ਕਿੱਡਾ ਪਿਆਰਾ, ਕੋ ਵਣਜਾਰੋ ਰਾਮ ਕੋ, ਕੋਈ ਹੈ ਵਣਜਾਰਾ ਰਾਮ ਦਾ, ਮੇਰਾ ਟਾਂਡਾ ਲਾਦਿਆ ਜਾਏ ਰੇ। ਮੇਰਾ ਵੀ ਇਹ ਸਰੀਰ ਦਾ ਟਾਂਡਾ ਲੱਦਿਆ ਜਾ ਸਕੇ। ਕਾਹਦੇ ਨਾਲ? ਸੱਚ ਦੇ ਸੌਦੇ ਨਾਲ। ਹੁਣ ਸੁਣਿਓ ਧਿਆਨ ਨਾਲ। ਹੁਣ ਜਦੋਂ ਮੈਂ ਤੁਰਨਾ ਵਾ ਸੱਚ ਦੇ ਰਸਤੇ 'ਤੇ, ਰਸਤਾ ਪਹਾੜੀ ਆ, ਘੱਟ ਰਸਤਾ, ਅਵ ਘੱਟ, ਡੂੰਗਰ ਘਣਾ, ਘੱਟ ਰਸਤਾ, ਅਵ ਘੱਟ, ਔਖਾ ਰਸਤਾ, ਡੂੰਗਰ ਘਣਾ। ਡੂੰਗਰ ਕਹਿੰਦੇ ਪਹਾੜੀ ਰਸਤਾ। ਪਹਾੜੀ ਰਸਤੇ 'ਤੇ ਤੁਹਾਨੂੰ ਪਤਾ ਆਮ ਬੰਦਾ ਗੱਡੀ ਵੀ ਨਹੀਂ ਚਲਾ ਸਕਦਾ, ਪਹਾੜੀ ਰਸਤੇ 'ਤੇ ਤੁਰਨਾ ਔਖਾ ਹੁੰਦਾ। ਕਹਿੰਦੇ ਘੱਟ ਅਵ ਘੱਟ, ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਵੀ ਇੱਕ ਮੇਰੇ ਕੋਲ ਬਲਦਾ ਅਤੇ ਹੈਗਾ ਵੀ ਨਿਰਗੁਣ ਯਾਰ, ਜਿਹਦੇ 'ਚ ਗੁਣ ਹੀ ਕੋਈ ਨਹੀਂ ਹੈਗਾ, ਅਤੇ ਰਸਤਾ ਵੀ ਪਹਾੜੀ ਆ। ਰਮਈਏ ਸਿਉ ਇੱਕ ਬੇਨਤੀ ਮੇਰੀ, ਤਾਂ ਹੁਣ ਬੇਨਤੀ ਆਪਣੇ ਰਮਈਏ ਅੱਗੇ ਆ, ਮੇਰੀ ਪੂੰਜੀ ਰਾਖ ਮੁਰਾਰ, ਵੀ ਮੇਰੀ ਪੂੰਜੀ ਹੁਣ ਤੁਸੀਂ ਪਹੁੰਚਾਉਣੀ ਟਿਕਾਣੇ। ਹੁਣ ਮਨ ਬਲਦ ਕਿੱਦਾਂ ਭਲਾ? ਹੁਣ ਮਨ ਘਰੋਂ ਤੁਰਿਆ ਟਾਂਡੇ ਨੂੰ ਲੈ ਕੇ ਗੁਰਦੁਆਰੇ ਨੂੰ, ਅਤੇ ਕਈ ਵਾਰੀ ਮਨ ਕਿਸੇ ਹੋਰ ਹੀ ਬਣੇ ਜਾ ਵੜਦਾ। ਕਿਉਂ ਸਾਧ ਸੰਗਤ ਜੀ? ਕਈ ਵਾਰੀ ਮਨ ਤੁਸੀਂ ਵੇਖਿਆ ਨਾ, ਆਪਣੇ ਆਮ ਜਦੋਂ ਆਪਾਂ ਬਲਦਾਂ ਨਾਲ ਵਾਹੀ ਕਰਦੇ ਹੁੰਦੇ ਸੀ, ਕਈ ਬਲਦ ਖਾਣ ਨੂੰ ਚੰਗੇ ਭਲੇ, ਅਤੇ ਜਦੋਂ ਪੰਜਾਲੀ ਵੇਖਣੀ ਅਤੇ ਕਈ ਬਲਦ ਹਲ ਵਾਉਂਦੇ ਆਉਂਦੇ ਬਹਿ ਵੀ ਜਾਂਦੇ ਹੁੰਦੇ ਸੀ ਨਾ। ਮੁੜ ਕੇ ਪ੍ਰੈਣੀ ਫੇਰਨੀ, ਉਹਨੂੰ ਫਿਰ ਠਾਉਣਾ ਵੀ ਪੱਠੇ ਤੂੰ ਮਚਰ ਮੈਂ ਦੂਜੇ ਨੂੰ ਵੱਧ ਖਾਈ ਜਾਣਾ ਹੈ। ਅਤੇ ਇਹ ਬਲਦ ਕੌਣ ਹੈ? ਸਾਡਾ ਮਨ। ਇਹ ਮਨ ਬਲਦ ਵਾ। ਸਭ ਕੁਝ ਕਹਿੰਦਾ ਮੈਨੂੰ ਆਹ ਵੀ ਦੇਈ ਜਾਓ, ਆਹ ਵੀ ਦੇਈ ਜਾਓ। ਪੈਰੀ ਪਾਉਣ ਨੂੰ ਜੁੱਤੀ ਚਾਹੀਦੀ ਆ, ਵਧੀਆ ਕੱਪੜਾ ਪਾਉਣ ਨੂੰ ਤਨ 'ਤੇ ਚਾਹੀਦਾ ਵਾ। ਜਦੋਂ ਇਸ ਬੰਨੇ ਸੱਚ ਦੇ ਰਸਤੇ ਤੁਰਨਾ ਅਤੇ ਇਹ ਨਿਟਾੜ ਹੋ ਜਾਂਦਾ। ਜਿਵੇਂ ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਬਲਦ ਏਡਾ, ਇਹ ਮਨ ਬਲਦ ਏਡਾ ਢੀਠਾ। ਕਹਿੰਦੇ ਘੱਟ ਅਵ ਘੱਟ, ਡੂੰਗਰ ਘਣਾ। ਘੱਟ ਰਸਤਾ, ਅਵ ਘੱਟ, ਔਖਾ ਰਸਤਾ, ਡੂੰਗਰ ਘਣਾ, ਪਹਾੜੀ ਰਸਤਾ, ਇੱਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇੱਕ ਬੇਨਤੀ ਮੇਰੀ, ਰਮੇ ਹੋਏ ਪ੍ਰਮਾਤਮਾ ਅੱਗੇ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਅੱਗੇ ਕਹਿੰਦੇ ਕੋ ਵਣਜਾਰੋ ਰਾਮ ਕੋ, ਕੋਈ ਹੈ ਵਣਜਾਰਾ ਰਾਮ ਦਾ? ਜਿਵੇਂ ਨਾ ਅੱਜ ਜਦੋਂ ਪੁਰਾਣੇ ਸਮੇਂ 'ਚ ਗੱਡਿਆਂ 'ਤੇ ਮਾਲ ਲੋਕ ਲੱਦ ਕੇ ਜਾਂਦੇ ਹੁੰਦੇ ਸੀ, ਜਿਹਦਾ ਬਲਦ ਮਾੜਾ ਹੋਣਾ, ਗੱਡਾ ਮਾੜਾ ਹੋਣਾ, ਦੂਜੇ ਨੂੰ ਕਹਿਣਾ ਮੈਨੂੰ ਨਾਲ ਰਲਾਈ ਜਾਇਓ, ਰਸਤੇ 'ਚ ਮੈਨੂੰ ਲੋੜ ਪਈ ਅਤੇ ਤੁਸੀਂ ਮੇਰੀ ਹੈਲਪ ਕਰ ਦਿਓ। ਇਹਨੂੰ ਆਪਾਂ ਅੱਜ ਦੇ ਦੌਰ 'ਚ ਸਮਝਦੇ ਹਾਂ। ਮੰਨ ਲਓ ਅੰਮ੍ਰਿਤਸਰ ਤੋਂ 2 ਟਰੱਕ ਤੁਰਿਆ ਮਹਾਰਾਸ਼ਟਰ, ਬੜੌਦੇ ਵੱਲ ਨੂੰ, ਗੁਜਰਾਤ ਵੱਲ ਨੂੰ ਸਮਾਨ ਲੋਡ ਕਰਕੇ।
एक दे इंजन 'ਚ थोड़ी बहुती प्रॉब्लम है, टायर माड़े, वो दूजे ਨੂੰ पता ਕੀ ਕਹਿੰਦਾ, ਆਪਾਂ ਦੋਵਾਂ ਦਾ ਮਾਲ ਇੱਕੇ ਥਾਂ ਜਾਂਦਾ, ਤੂੰ ਮੈਨੂੰ ਨਾਲ ਨਾਲ ਰਲਾਈ ਜਾਈ, ਆਪਾਂ ਇਕੱਠੇ ਸਫ਼ਰ ਕਰਾਂਗੇ, ਤੇ ਜੇ ਰਸਤੇ 'ਚ ਮੈਨੂੰ ਕੋਈ ਮੁਸ਼ਕਿਲ ਆਊ ਤੁਸੀਂ ਮੇਰੀ ਹੈਲਪ ਕਰ ਦਿਓ। ਭਗਤ ਰਵਿਦਾਸ ਜੀ ਕਹਿੰਦੇ ਵੀ ਮੰਨ ਲਓ ਵੀ ਮੇਰਾ ਮਨ ਰੂਪੀ ਬਲਦ ਆ, ਸਰੀਰ ਰੂਪੀ ਗੱਡਾ ਵਾ, ਮੈਂ ਤਾਂ ਮੰਗਦਾ ਵੀ ਕੋਈ ਵਣਜਾਰਾ ਰਾਮ ਦਾ ਹੋਰ ਵੀ ਹੈਗਾ। ਕਿਉਂ? ਕਹਿੰਦੇ ਤਾਂ ਕਿ ਉਹਦੇ ਨਾਲ ਲਾ ਕੇ ਮੇਰਾ ਵੀ ਟਾਂਡਾ ਟਿਕਾਣੇ ਪਹੁੰਚ ਜੇ। ਜਦੋਂ ਆਪਾਂ ਕਹਿੰਦੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ, ਤਾਂ ਹੀ ਆਪਾਂ ਅਰਦਾਸ ਕਰਦੇ ਵੀ ਮੈਨੂੰ ਉਹ ਬੰਦਿਆਂ ਦੇ ਲਾਗੇ ਰੱਖਿਓ ਜਿਨ੍ਹਾਂ ਦੇ ਕੋਲ ਰਹਿ ਕੇ ਮੇਰਾ ਵੀ ਟਾਂਡਾ ਟਿਕਾਣੇ ਪਹੁੰਚ ਜੇ। ਵੀ ਜੇ ਕਿਤੇ ਮਾੜਾ ਜਿਹਾ ਬੰਦਾ ਮੈਨੂੰ ਉਹ ਮਿਲ ਪਿਆ ਤੇ ਮੇਰਾ ਉਹਦੇ ਵੱਲ ਵੇਖ ਕੇ ਬਲਦ ਰਾਹ 'ਚ ਹੀ ਬਹਿ ਜਾਣਾ। ਤੇ ਕਈਆਂ ਦੇ ਬਲਦ ਬੋਲੋ ਜੀ। ਹੁਣ ਮੰਨ ਲਓ ਜੇ ਘਰ ਵਾਲੀ ਦਾ ਸੁਭਾਅ ਚੰਗਾ, ਘਰ ਵਾਲੀ ਦਾ ਮਨ ਰੂਪੀ ਬੈਲ ਤਗੜਾ, ਤੇ ਲੜ ਉਹਦੇ ਲਾਤੀ ਆ, ਜਿਹਦਾ ਮਨ ਰੂਪੀ ਬੈਲ ਮਾੜਾ ਵਾ, ਤੇ ਨਾਲ ਪੱਠਾ ਉਹਦਾ ਵੀ ਭਾਊ ਕਿ ਨਹੀਂ ਭਾਊ, ਬੋਲ ਕੇ ਦੱਸਿਓ ਜੀ। ਤੇ ਜੇ ਘਰ ਵਾਲਾ ਵਧੀਆ ਉਦਮੀ ਆ ਤੇ ਘਰ ਵਾਲੀ ਉੱਦਾਂ ਦੀ ਮਿਲ ਪਈ ਉਹਨੂੰ, ਤੇ ਜੇ ਦੋਨਾਂ ਦੇ ਮਨ ਰੂਪੀ ਬੈਲ ਤਗੜੇ ਹੋਣ ਤੇ ਘਰ ਸਵਰਗ ਬਣੂ ਕਿ ਨਹੀਂ ਬਣੂ। ਤੇ ਕਈਆਂ ਘਰਾਂ 'ਚ ਘਰ ਵਾਲਾ ਨਸ਼ਿਆਂ 'ਚ ਪੈ ਗਿਆ, ਯਾਨੀ ਕਿ ਉਹਦਾ ਬਲਦ ਠੇਕੇ ਨੂੰ ਤੁਰ ਪਿਆ, ਤੇ ਬੀਬੀਆਂ ਦੀ ਚੰਗਾ ਫਿਰ ਤੂੰ ਠੇਕੇ ਵਾਲੇ ਬੰਨੇ ਤੁਰ, ਮੈਂ ਆਪਣੀ ਐਸ਼ਪ੍ਰਸਤੀ ਕਰੂੰਗੀ, ਤੇ ਮਾਫ਼ ਕਰਨਾ ਘਰ ਤਬਾਹੀ ਦੇ ਕੰਢੇ 'ਤੇ ਪਹੁੰਚ ਜਾਂਦਾ। ਤੇ ਕਈਆਂ ਘਰਾਂ 'ਚ ਐਸਾ ਵੀ ਹੋਇਆ, ਮਰਦ ਨਸ਼ਿਆਂ 'ਚ ਪੈ ਗਿਆ, ਔਰਤ ਨੇ ਲੱਕ ਬੰਨ੍ਹ ਲਿਆ ਕਿ ਮੈਂ ਹੁਣ ਆਪਣੇ ਮਨ ਰੂਪੀ ਬਲਦ ਨੂੰ ਇੰਨਾ ਤਗੜਾ ਕਰਨਾ ਕਿ ਮੈਂ ਇਹਨਾਂ ਨਿਆਣਿਆਂ ਨੂੰ ਦੱਸ ਦੇਣਾ ਕਿ ਮੈਂ ਹੀ ਤੁਹਾਡੀ ਮਾਂ ਵਾਂ ਅਤੇ ਮੈਂ ਹੀ ਤੁਹਾਡਾ ਪਿਓ ਹਾਂ। ਉਹਨੇ ਆਪਣੇ ਘਰ ਦੀ ਗਰੀਬੀ ਨੂੰ ਹੂੰਝ ਕੇ ਘਰੋਂ ਬਾਹਰ ਕੱਢਤਾ, ਅਤੇ ਬੱਚੇ ਪੜ੍ਹਾਏ ਵੀ, ਬੱਚੇ ਲਿਖਾਏ ਵੀ, ਬੱਚਿਆਂ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਵੀ ਕੀਤਾ। ਅਤੇ ਇਹੋ ਜਿਹੇ ਬੱਚੇ ਫਿਰ ਸਾਰੀ ਜ਼ਿੰਦਗੀ ਮਾਂ ਦਾ ਸਤਿਕਾਰ ਕਰਦੇ ਆ ਕਿ ਸਾਡੀ ਮਾਂ ਨੇ ਗਰੀਬੀ 'ਚ ਰਹਿ ਕੇ ਪਾਲ ਕੇ ਸਾਨੂੰ ਇੱਥੋਂ ਤੱਕ ਲੈ ਕੇ ਆਂਦਾ। ਇਹ ਖੇਡ ਸਾਰੀ ਤੁਹਾਡੀ ਆਪਣੀ ਆ। ਅਤੇ ਮੈਂ ਇਸ ਇਤਿਹਾਸ ਨੂੰ ਇੱਦਾਂ ਲੈਂਦਾ ਕਿ ਇਸ ਇਤਿਹਾਸ ਦੀਆਂ ਘਟਨਾਵਾਂ ਨੂੰ ਅਜੋਕੇ ਸਮੇਂ 'ਚ ਆਪਣੇ ਆਪ 'ਤੇ ਲਾ ਕੇ ਵੇਖੋ ਕਿ ਅਸੀਂ ਇੱਦਾਂ ਜ਼ਿੰਦਗੀ ਨੂੰ ਜਿਊਣਾ। ਜਿਨ੍ਹਾਂ ਵਣਜਾਰਿਆਂ ਦੇ ਅਸੀਂ ਅੱਜ ਦਿਨ ਮਨਾ ਰਹੇ ਹਾਂ, ਇਹ ਉਹ ਵਣਜਾਰੇ ਸੀ ਜਿਨ੍ਹਾਂ ਦੇ ਮਨ ਰੂਪੀ ਬਲਦ ਇੰਨੇ ਤਗੜੇ ਸੀ ਕਿ ਸੂਬੇ ਸਰਹੰਦ ਦੀ ਕਚਹਿਰੀ 'ਚ ਜਾਂਦਿਆਂ ਵੀ ਗੱਜ ਕੇ ਫਤਿਹ ਬੁਲਾਉਂਦੇ। ਸਾਡੇ ਬੈਲ ਏਡੇ ਮਾੜੇ ਆ ਵੀ ਅੱਗੋਂ ਪਿੱਛੋਂ ਐ ਤਗੜੇ, ਜਦੋਂ ਕੋਈ ਲੀਡਰ ਵਹਿੰਦੇ ਤਾਂ ਗੱਜ ਸਰੂਪਾ ਪਾਉਂਦੇ। ਬੋਲੋ ਜੀ। ਅੱਗੋਂ ਪਿੱਛੋਂ ਢੁੱਡਾਂ ਮਾਰਦੇ ਪਿੰਡਾਂ 'ਚ, ਕਾਂਗਰਸੀ ਮਾੜਾ, ਕਾਲੀ ਮਾੜਾ, ਅਤੇ ਮੁੜ ਕੇ ਉਹਨਾਂ ਦੇ ਪਿੱਛੇ ਫੇਰ ਝੰਡੀਆਂ ਲੈ ਕੇ ਤੁਰੇ ਫਿਰਦੇ ਆ। ਏਡੇ ਬਲਦ ਢੀਠ ਵਾਨਾ ਉਹਨਾਂ ਦੇ, ਪ੍ਰੈਣੀ ਫੇਰੇ ਇਹੋ ਜਿਹੇ ਬਲਦਾਂ ਨੂੰ। ਕਿਉਂ ਭਾਈ ਅਵਤਾਰ ਸਿੰਘ ਜੀ? ਵੀ ਜਿਹੜੇ ਬਲਦ ਏਡੇ ਢੀਠ ਵਾ, ਮਨ ਰੂਪੀ ਬਲਦਾਂ ਦੀ ਗੱਲ ਕਰ ਰਹੇ ਹਾਂ। ਹੁਣ ਤਾਂ ਬਲਦ ਆਮ ਲੋਕਾਂ ਦੇ ਘਰਾਂ 'ਚ ਰਹਿ ਹੀ ਨਹੀਂ ਗਏ, ਟਰੈਕਟਰ ਜੋ ਆ ਗਿਆ, ਹੁਣ ਤਾਂ ਮੱਝਾਂ ਗਾਵਾਂ ਰੱਖੀਆਂ। ਤੇ ਮੈਂ ਤਾਂ ਮਨ ਰੂਪੀ ਬੈਲ ਦੀ ਕਰ ਰਿਹਾ, ਇੱਕ ਨਿਰਗੁਣ ਬੈਲ ਹਮਾਰ, ਆ ਮਨ ਰੂਪੀ ਬਲਦ ਦੀ ਗੱਲ ਹੋ ਰਹੀ ਆ। ਇਹ ਮਨ ਰੂਪੀ ਬਲਦ ਤਗੜਾ ਕਰੋ। ਕਹਿੰਦੇ ਹਉ ਵਣਜਾਰੋ ਰਾਮ ਕੋ, ਭਗਤ ਰਵਿਦਾਸ ਜੀ ਕਹਿੰਦੇ ਮੈਂ ਵਣਜਾਰਾ ਰਾਮ ਦਾ ਵਾਂ। ਵੀ ਭਗਤ ਰਵਿਦਾਸ ਜੀ ਕਹਿੰਦੇ ਮੈਂ ਵਣਜਾਰਾ ਰਾਮ ਦਾ ਵਾਂ। ਮੈਂ ਹਉ ਵਣਜਾਰੋ ਰਾਮ ਕੋ, ਸਹਿਜ ਕਰੋ ਵਪਾਰ। ਮੈਂ ਸਹਿਜ ਦਾ ਵਪਾਰ ਕਰਦਾ, ਅਤੇ ਸਹਿਜ ਹੀ ਹੈ ਨਹੀਂ ਅੱਜ ਸਮਾਜ ਵਿੱਚ ਹੈਗਾ। ਸਹਿਜ ਦੀ ਖੱਟੀ ਪਰਿਵਾਰਾਂ 'ਚ ਹੈ ਹੀ ਨਹੀਂ ਹੈਗੀ। ਜਿੰਨੇ ਵੀ ਰਿਸ਼ਤੇ ਟੁੱਟ ਰਹੇ ਆ, ਸਹਿਜ ਦੀ ਘਾਟ ਕਰਕੇ ਟੁੱਟ ਰਹੇ। ਸਹਿਜ ਕਰੋ ਵਪਾਰ। ਮੈਂ ਭਗਤ ਰਵਿਦਾਸ ਜੀ ਕਹਿੰਦੇ ਰਾਮ ਨਾਮ ਧਨ ਲਾਦਿਆ। ਹਾਂ, ਮੈਂ ਰਾਮ ਦੇ ਨਾਮ ਦਾ ਧਨ ਲੱਦਿਆ ਵਾ। ਇਹਨੂੰ ਆਖਿਆ ਸੀ ਸਾਚਾ ਧਨ। ਗੁਰਮਤੀ ਪਾਏ ਕਾਚਾ ਧਨ ਫੋਨਿਆ ਵੈ ਜਾਏ। ਕੱਚਾ ਧਨ ਪੈਸੇ ਨਹੀਂ ਹੈਗੇ। ਕੱਚੇ ਧਨ ਦਾ ਅਰਥ ਆਹ ਡਾਲਰ ਪਾਉਂਡ ਸੋਨਾ ਚਾਂਦੀ ਨਹੀਂ ਹੈਗਾ। ਇੱਥੇ ਕੱਚਾ ਧਨ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜੇ ਕੱਚਾ ਧਨ ਆ ਤਾਂ ਇਹ ਤੋਂ ਬਿਨਾਂ ਤਾਂ ਘਰ ਚੱਲਦਾ ਹੀ ਨਹੀਂ। ਕੱਚੇ ਧਨ ਤੋਂ ਬਿਨਾਂ ਗੱਡੀ ਲਿਆ ਕੇ ਵਿਖਾਓ ਹਾਂ ਭਲਾ, ਕੱਚੇ ਧਨ ਤੋਂ ਬਿਨਾਂ ਘਰ ਪਾ ਕੇ ਵਿਖਾਓ ਹਾਂ। ਆ ਕਈਆਂ ਨੇ ਕੱਚਾ ਧਨ ਕਹਿ ਕੇ ਕਹਿੰਦੇ ਦੇਹਧਾਰੀ ਬਾਬੇ ਨੇ ਇਹੋ ਜਿਹਾ ਲੋਕਾਂ ਨੂੰ ਭੰਡਿਆ, ਸਾਡੇ ਡੇਰੇ ਪੈਸਾ ਦਾ ਮੱਥਾ ਨਹੀਂ ਟੇਕਦਾ ਕੋਈ ਕੱਚਾ ਧਨ ਆ। ਅਤੇ ਜਿਹੜੀ ਗੱਡੀ 'ਤੇ ਚੜ੍ਹੇ ਫਿਰਦੇ ਆ ਕਾਹਦੀ ਆਉਂਦੀ ਆ? ਉਹ ਬੋਲੋ ਭਾਈ। ਕਈ ਕਹਿਣਗੇ ਬਾਬਾ ਜੀ ਮਾਇਆ ਨੂੰ ਹੱਥ ਵੀ ਸਿੱਧੀ ਜੇਬ 'ਚ ਪਾ ਦਿਓ। ਬੋਲੋ ਭਾਈ। ਆ ਜਿਹੜਿਆਂ ਡੇਰਿਆਂ 'ਚ ਪੰਜਾਬ 'ਚ ਇੱਦਾਂ ਦੇ ਡੇਰੇ ਬਣੇ ਜਿੱਥੇ ਮੱਥਾ ਨਹੀਂ ਟੇਕਿਆ ਜਾਂਦਾ, ਉਹ ਅਗਲੇ ਕਹਿੰਦੇ ਤੁਹਾਡੀਆਂ ਦਵਾਨੀਆਂ ਚਵਾਨੀਆਂ ਕੀ ਕਰਨੀਆਂ, ਸਿੱਧਾ ਚੈੱਕ ਦਿਓ 1,00,000-2 ਲੱਖ ਦਾ, ਸਿੱਧਾ ਟਰੱਕ ਖਿਲਾਰ ਦਿਓ ਲਿਆ ਕੇ ਸਰੀਏ ਸੀਮਿੰਟ ਬਜਰੀ ਦਾ, ਬਦਾਮ ਰੋਗਨ ਦੇ ਪੀਪੇ ਦੇ ਦਿਓ। ਉਹਨਾਂ ਨੂੰ ਪਤਾ ਵੀ ਉੱਦਾਂ ਦੇਣੇ ਨਾ 100, 250, ਅਤੇ ਸਮੱਗਰੀ ਆਉਣੀ ਹੈ ਖੁੱਲ੍ਹੀ ਸੁੱਖ ਨਾਲ। ਅਤੇ ਬਾਬਾ ਜੀ ਮਾਇਆ ਨੂੰ ਇੱਦਾਂ ਦੇ ਸੁੱਖ ਨਾਲ। ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦਾ ਮੈਂ ਕਦੀ ਪਰਸ ਨਹੀਂ ਰੱਖਦਾ ਕੋਲ। ਉਹਦਾ ਜਦੋਂ ਮੱਥਾ ਟੇਕਣਾ ਹੁੰਦਾ ਤਾਂ ਮੈਂ ਲਾਗੇ ਕਿਹਦੇ ਕੋਲ ਇੰਨਾ ਪੈਸੇ, ਉਹਦੀ ਸਟੇਟਮੈਂਟ ਆਈ ਸੀ ਪਿੱਛੇ ਜੀ। ਉਹ ਕਹਿੰਦਾ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ।
अगले नूं हत्थ लाउण दी लोड़ नहीं, उन्हें गाड़ी चेले बाल के इन्हें रखे। हर कंट्री 'च सुख नाल सब कुछ खिल रहा होया। तो माया का अर्थ पैसा वा, माया का अर्थ करंसी नहीं हैगी। आप कल के दीवान 'च इहदे बारे भी चर्चा करांगे। माया का अर्थ पैसे नहीं हैगे, ना 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 ना। हुण इत्थे जिहड़ा शब्द वरत्या ना बेखलादी, हुण कच्चा धन बाणी 'च किहनूं आखिया? कच्चा धन है काम क्रोध लोभ मोह हंकार। कच्चा धन फुन आवे जाए, साचा धन गुरमती पाए। हुण गुरु की मत उत्ते तुरिया सच्चा धन मिलता, तो कच्चा धन की है? वकार, विषय वकार, बुराई। तो गुरु साहब जी ने जो सानू ये विचार बख्शिश किए है ना, असी सही संदर्भ च ना बाणी नूं समझ के अज बहुत दूर चले गए। कई बंदे कहणगे लै जी जे ये कच्चा धन हुंदा पैसे, तो गुरु साहब दसवंध क्यों लेंदे सिखां कोलों? वो कच्चा धन क्यों लेंदे? फिर जे पैसा ही कच्चा धन हुंदा साध संगत जी, तो सिख किसी सिख नूं कहंदे तू दसवंध की कमाई लैके आ। उन्होंने पता भी इसे कच्चे धन नाल तो घोड़े खरीदे जाने, जिन्होंने तुसीं कच्चा धन कहंदे जे। घोड़े भी इहनां खरीदे जाने आ, घर भी इहदे नाल बनने आ, सारा समान फौजां जो भी हथियार बनने आ, जो भी कुछ किले बनने आ, ये पैसे तो बिना बनने ही नहीं। तो इस करके हों बनजारो राम को सहज करो व्यापार, मैं राम नाम धन लादिया बेखलादी सम। बेख मैनू जहर, जहर की आ? बाणी च लालच काम क्रोध लोभ मोह हंकार, ये जहर आ, संसार ने जहर लदी हुई है। उरवार पार के दानिया लिख लिहो आड़ पताड़ो। विपर बड़ा तेज सी, कहता बंदे दे मोढे ते ना चित्रगुप्त बैठे हुए आ। एक चित्रवा ते एक गुप्तवा, दो बैठे बंदे दे मोढे ते। ये जो बंदा काम करता लिखी जाते हैं। हाँ जी, ये लिख लिख एक वही खाता तैयार करते हैं, तो फिर जो धर्मराज के कोल बंदे नूं पेश करते हैं, ये सारा वही खाता वो अगे रख देंगे। तो फिर वो हिसाब नाल जे काम चंगे होण ते स्वर्ग, तो माड़े होण ते। अच्छा जे हुण जे इहदे हिसाब नाल आपां वेखीए, ध्यान नाल सुणिओ भी इदां चित्रगुप्त लिखण वाले बंदे दे मोढे ते बैठे होए आ, तो इस हिसाब नाल ते चित्रगुप्त कमले हो जाते होने। किवें भला? बंदा सवेरे उठिया इदां, सवेरे उठिया चित्रगुप्त के हिसाब नाल, जे चित्रगुप्त इदां हुंदे आ, बंदा सवेरे उठिया, उठ के उन्हें सब तो पहलां इशनान पानी किया, गुरुद्वारे मत्था टेकिया जाके, तो चित्रगुप्ता ने इदां लिखता जी ये बंदा बहुत वधिया वा, सवेरे टाइम नाल उठिया वा, इशनान पानी किया वा, गुरुद्वारे गया वा, बाणी पढ़ी आ, मत्था टेकिया वा, 10 बजे तक इन्हें काम सही किए, 9 बजे तक। उस तो बाद जे तो डेरी डूरी हुई, जे तो नकली दुध तैयार किया, बोलो भाई, जे बीबी विच गुरुद्वारे बैठी, वो भी घर गई, उन्हें जाके झग झुग पा के इदां पानी पूनी पा के दुध देता, मुल वेचता। फिर चित्रगुप्ता ने जिहड़ा सवेर वाला लिखिया उत्ते फिर नहीं लैन भी सवेरे बंदा होर सी, हुणे बंदा होर आ। ठीक है जी। फिर उन्होंने फिर लिखना जी ये बंदा इदां करदा, इन्हें ठगी मारी आ, बेईमानी की घट तो ये धी दे जदों जांदा वा सहुरे, उदों होर तरह इहदा रंग रूप हुंदा वा, ते जदों अपनी नूंह दे पेके जांदा उदों इहदा रहन सहन मिलन वर्तन थोड़ा जिहा कुछ होर हुंदा वा। एक कुड़म अमीर आवे तो उन्होंने होर हिसाब नाल मिलदा वा, ते जिहड़ा जिन्हां ने दाज दिता उस नूंह नूं होर हिसाब नाल मिलदे आ, जिहड़ी नूंह दाज घट लैके आई उन्होंने होर हिसाब नाल मिलदे आ। चित्रगुप्त जे आपां ऊं कमले कर देने। अच्छा जिहड़े चित्रगुप्त सुखना लीडरां दे मोढियां ते बैठे आ, उन्हां ते सिद्धा धर्मराज नूं कहना भी सानूं फाह ला दे, मैं सुखबीर बाल दे मोढियां ते नहीं बहना, मैनूं कैप्टन दे मोढियां ते ना बिठाई। चलो मैं 2 होर रह गए उन्होंने नाल लेना, मैनूं तोमर दे मोढियां ते ना बिठाई, मैनूं मोदी दे मोढियां ते ना बिठाई, मैनूं कैप्टन दे मोढियां ते ना बिठाई, मैनूं केजरीवाल दे। मैं कहा सारा तान है, जिहदा मैं नां छड्डता तुसीं बाहर जाके घुसर मुसर करनी, ये बंदा उस पार्टी का होना। समझ लग गई? पर मैं गल करा जिहड़े स्टेजां ते जाके बड़े बड़े नारे आ, वेखो कोई सानूं थोड़े थोड़े पैसे देई जांदा, किद्दां फुकरियां वज रहीआं इत्थे, वेखो किद्दां स्टाल लाए होए आपो अपणियां पार्टियां ने। स्टाल नहीं लगे होंदे इदां भी हाँ देवांगे, वड्डे LED दे नाल आ एक मोबाइल फ्री, इदां वड्डे चौं चुल्हियां वाले गैस सिलेंडर दे नाल एक चुल्हा उदां ही फ्री, आ टोस्टर गर्म करन वाला जिहड़ा वा उहदे नाल तुहानूं वापस हिसाब ला लो कोई ना कोई फ्री देणगे ही, तो इदां ही फ्री देई जांदे। साडे लोग भूया ही फिरदे जे नहीं आ मिलना, वो काम मंगो उन्हां कोलों, रोज़गार मंगो, चंगे चंगे इत्थे वधिया फैक्ट्रियां होण, वधिया इत्थे रोज़गार होवे, तां कि साडे बच्चिआं नूं विदेशां जाके धक्के ना खाणे पैण। भूए चढ़े पे साडे इन्ने पैसे साडे अकाउंट च आ जाने, इन्ने आ जाणगे, नहीं गल बननी जदों तक असीं सियाणे नहीं बनते।
बहुत छेती असीं गल्लां 'च आ जाते हैं, बहुत छेती गल्लां 'च आ जाते हैं। सूझवान बणीए, सियाणे बणीए, सानूं समझ आ जाए भी गुरु साहब ने सानूं सिੱਖਿਆ की दित्ती, उपदेश की दिता। चित्रगुप्त हैगे आ। चित्र ते गुप्त दो किस्म के बंदा कर्म करदा। एक गुप्त कर्म करदा ਜਿਹੜੇ सिर्फ ਤੁਹਾਨੂੰ ਤੇ ਮੈਨੂੰ पता, अंदर अंदर पता। एक चित्रे ਹੁੰਦੇ ਆ ਜਿਹੜੇ ਬਾਹਰ ਦਿਸਦੇ ਆ, ਜਿਵੇਂ ਤਸਵੀਰ ਨੂੰ ਚਿੱਤਰਦਾ ਨਾ ਕੰਧ ਦੇ ਉੱਤੇ, ਉਹ ਚਿੱਤਰੀ ਹੋਈ ਤਸਵੀਰ ਆ, ਸਾਹਮਣੇ ਚਿੱਤਰਦੀ ਆ। ਇਸ ਨੂੰ ਆਖਿਆ ਸੀ ਦੇ ਕਵਾੜ ਅਨਕ ਪੜਦੇ में परदारा संग फाकै, चित्रगुप्त जब लेखा मांगे कौन फड़दा तेरा टाके। वो ਜਿਹੜੇ अंदर गुप्त रख के बैठा ਸੀ ना, ਜਿਹੜੇ अंदर ਜਿਹੜੇ गुप्त चित्र ਸੀ, ਉਹ ਜਦੋਂ प्रगट ਹੁੰਦੇ ਆ ना, फिर उदों नुकसान ਹੁੰਦਾ। ਆਪਣੇ ना समाज में कई बारी पत्नी कहती मैं अपने पति ਨੂੰ ਚੰਗੀ ਤਰ੍ਹਾਂ ਜਾਣਦੀ ਹਾਂ, पति कहता मैं अपनी पत्नी ਨੂੰ ਚੰਗੀ ਤਰ੍ਹਾਂ ਜਾਣਦਾ, माँ कहती मैं अपने पुੱਤ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ, ਤੇ ਪੁੱਤ कहता मैं अपनी माँ ਨੂੰ ਚੰਗੀ ਤਰ੍ਹਾਂ ਜਾਣਦਾ। ਇਹ ਸਾਰੀਆਂ ਗੱਲਾਂ ਇੰਨੀਆਂ ਸਹੀ ਨਹੀਂ ਹੈਗੀਆਂ, ਕਿਉਂਕਿ ਅਸੀਂ ਸਿਰਫ ਉਤਲਾ ਹੀ ਜਾਣਦੇ ਹੁੰਦੇ ਹਾਂ, ਬਾਹਰਲਾ ਪਾਸਾ ਹੀ। ਬਹੁਤ ਐਸੇ ਕਰਮ ਹੈਗੇ ਜਿਹੜੇ ਬੰਦਾ ਇੱਕ ਦੂਜੇ ਨੂੰ ਦੱਸਣਾ ਨਹੀਂ ਚਾਹੁੰਦਾ। ਦੋ ਦੋਸਤ ਇਕੱਠੇ ਬਿਜ਼ਨਸ ਕਰਦੇ ਆ, ਤੇ ਉਹ ਤਾਂ ਕਹਿੰਦੇ ਵੀ ਇੱਕ ਦੂਜੇ ਨੂੰ ਅਸੀਂ ਸਾਰਾ ਕੁਝ ਦੱਸਦੇ ਹਾਂ, ਪਰ ਕਈ ਵਾਰੀ ਕਈ ਬੰਦੇ ਅੰਦਰੋਂ ਠੱਗੀਆਂ ਲੁਕੋ ਕੇ ਰੱਖਦੇ ਆ ਵੀ ਜੇ ਠੱਗੀ ਦੱਸਤੀ ਤਾਂ ਮੇਰਾ ਕਾਰੋਬਾਰ ਚੱਲਣਾ ਨਹੀਂ। ਕਿਉਂ ਸਾਧ ਸੰਗਤ ਜੀ? ਜਿੱਥੇ ਪਾਰਦਰਸ਼ਤਾ ਆਵੇ ਨਾ, ਵੈਸੇ ਜੇ ਇੱਦਾਂ ਆ ਜਾਏ, ਇਹ 'ਚ ਸੁੱਖ ਬੜਾ ਬੰਦੇ ਦਾ। ਜਿੰਨੇ ਮਰਜ਼ੀ ਅਗਲਾ ਇਨਕੁਆਇਰੀਆਂ ਕਰ ਲਵੇ, ਪਤਾ ਵੀ ਮੈਂ ਇੱਥੇ ਗਲਤ ਹੈ ਹੀ ਨਹੀਂ, ਨਾ ਕੈਮਰੇ ਵੇਖਣ ਦੀ ਲੋੜ ਆ, ਅਤੇ ਨਾ ਕੈਮਰਿਆਂ ਵੱਲ ਝਾਕਣ ਦੀ ਲੋੜ ਆ, ਜੇ ਬੰਦਾ ਅੰਦਰੋਂ ਬਾਹਰੋਂ ਇੱਕ ਹੋ ਜੇ। ਤੇ ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਪਹਿਲੀ ਗੱਲ ਤਾਂ ਤੁਹਾਨੂੰ ਚਿੱਤਰਗੁਪਤ ਤੋਂ ਮੈਂ ਮੰਨਦਾ ਨਹੀਂ ਜਿਹੜੇ ਵਿਪਰ ਨੇ ਬਣਾਏ ਆ, ਪਰ ਜੇ ਤੁਸੀਂ ਹੈਗੇ ਵੀ ਹੋ ਨਾ, ਜੋ ਤੁਹਾਨੂੰ ਸਮਝ ਆਉਂਦਾ ਲਿਖ ਲਓ। ਔਰ ਵਾਰ ਪਾਰ ਕੇ ਦਾਨੀਆਂ ਲਿਖ ਲਿਓ, ਆਲ ਪਤਾ ਆਪ ਪਤਾ, ਜੋ ਤੁਹਾਨੂੰ ਸਮਝ ਆਉਂਦਾ ਲਿਖ ਲਓ, ਜੋ ਤੁਹਾਨੂੰ ਸਮਝ ਆਉਂਦਾ ਲਿਖ ਲਓ। ਜਦੋਂ ਮੈਂ ਗਲਤ ਕੀਤਾ ਨਹੀਂ, ਲਿਖ ਲਓ ਹਾਂ ਭਲਾ ਤੁਸੀਂ। ਔਰ ਵਾਰ ਪਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਹੇ ਜੰਮ ਡੰਡ ਨਾ ਲਾ ਗਈ। ਮੈਨੂੰ ਜੰਮ ਦਾ ਡੰਡਾ ਪੈਣਾ ਹੀ ਨਹੀਂ, ਕਿਉਂਕਿ ਤਜੀਲੇ ਸਰਬ ਜੰਜਾਲ, ਮੈਂ ਜੰਜਾਲ 'ਚ ਪਿਆ ਹੀ ਨਹੀਂ। ਮੈਨੂੰ ਜੰਮ ਦਾ ਡੰਡਾ ਕਿੱਦਾਂ ਪਊ ਬਈ? ਮੈਂ ਕਿੱਦਾਂ ਤੁਹਾਡੇ ਜੰਮ ਦਾ ਡੰਡਾ ਖਾ ਜੂ? ਇਸ ਕਰਕੇ ਜੈਸਾ ਰੰਗ ਕੁਸੰਭ ਕਾ, ਜਿੱਦਾਂ ਦਾ ਰੰਗ ਕੁਸੰਭੇ ਦਾ, ਕੁਸੰਭਾ ਵੇਖਣ ਨੂੰ ਸੋਹਣਾ ਬੜਾ, ਪਰ ਉਦੋਂ ਇਹਦਾ ਹੱਥ 'ਚ ਮਲੀਏ ਤਾਂ ਰੰਗ ਲੈ ਜਾਂਦਾ। ਇੱਦਾਂ ਦਾ ਇਹ ਸੰਸਾਰ ਦਾ ਰੰਗ ਵਾ, ਯਾਨੀ ਕਿ ਸੰਸਾਰ ਮੈਨੂੰ ਵਿਸ਼ੇ ਵਿਕਾਰ ਬੁਰਾਈ, ਇਹ ਵੀ ਵੇਖਣ ਨੂੰ ਸੋਹਣੇ ਲੱਗਦੇ ਆ, ਪਰ ਇਹ ਸਦਾਬਹਾਰ ਨਹੀਂ ਆ। ਜੈਸਾ ਰੰਗ ਕੁਸੰਭ ਕਾ ਤੈਸਾ ਇਹ ਸੰਸਾਰ, ਉੱਦਾਂ ਦਾ ਹੀ ਸੰਸਾਰ ਵਾ। ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ। ਮੇਰਾ ਜਿਹੜਾ ਰਮਈਆ ਨਾ, ਉਹਦਾ ਰੰਗ ਮਜੀਠ ਵਰਗਾ ਪੱਕਾ ਵਾ। ਇਹ ਗੱਲ ਭਗਤ ਰਵਿਦਾਸ ਜੀ ਕਹਿ ਰਹੇ ਆ। ਚਮਾਰ ਸ਼ਬਦ ਤਾਂ ਵਰਤਿਆ ਵੀ ਉਹ ਚਮੜੇ ਦਾ ਕੰਮ ਕਰਦੇ ਸੀ, ਜੁੱਤੀਆਂ ਦਾ ਕੰਮ ਕਰਦੇ ਸੀ। ਇਹ ਜਾਤ ਨਹੀਂ ਹੁੰਦੀ ਪਿਆਰੇ, ਇੱਕ ਚੀਜ਼ ਨੋਟ ਕਰਿਓ। ਹੁਣ ਅੱਜ ਕੱਲ੍ਹ ਕਈ ਸਾਡੇ ਜ਼ਿਮੀਂਦਾਰ ਜਿਹੜੇ ਆ ਰਾਜਗੀਰੀ ਦਾ ਕੰਮ ਕਰਦੇ ਆ, ਅਤੇ ਕਿੱਦਾਂ ਬੁਲਾਉਂਦੇ ਅਗਲੇ, ਹੋਰ ਮਿਸਤਰੀ ਸਾਹਿਬ ਕੀ ਹਾਲ ਆ, ਠੇਕੇਦਾਰ ਸਾਹਿਬ ਕੀ ਹਾਲ ਆ। ਕੰਮ ਤੋਂ ਕੰਮ ਦਾ ਨਾਂ ਪੈਂਦਾ ਵਾ। ਜਦੋਂ ਆਪਾਂ ਕਿਰਤ ਕਰਦੇ ਹਾਂ ਨਾ, ਕਿਰਤ ਤੋਂ ਬੰਦੇ ਦਾ। ਹੁਣ ਜਦੋਂ ਆਪਾਂ ਗੱਡੀ ਚਲਾਉਂਦਾ ਡਰਾਈਵਰ, ਜਿਹੜੇ ਮਰਜ਼ੀ ਬਰਾਦਰੀ ਨਾਲ ਸੰਬੰਧ ਰੱਖਦਾ, ਕੀ ਆਂਦੇ ਭਲਾ? ਡਰਾਈਵਰ ਸਾਹਿਬ ਆ ਗਏ, ਚਾਹ ਪਾਣੀ ਪਿਆ ਦਿਓ ਉਹਨਾਂ ਨੂੰ। ਬੋਲੋ ਜੀ। ਇਹ ਜਾਤਾਂ ਪਾਤਾਂ ਵਿਪਰ ਨੇ ਬਣਾਈਆਂ ਸੀ। ਜਿਹੜਾ ਬੰਦਾ ਕੰਮ ਕਰਦਾ, ਅੱਜ ਕੱਲ੍ਹ ਤਾਂ ਹੁਣ ਕਈ ਸਾਡੇ ਜ਼ਿਮੀਂਦਾਰ ਬੰਦੇ ਕੋਠੀਆਂ ਦਾ, ਬਿਲਡਰਾਂ ਦਾ ਕੰਮ ਕਰਦੇ, ਉਹਨੂੰ ਕੀ ਆਂਦੇ ਆ? ਠੇਕੇਦਾਰ ਸਾਹਿਬ ਕੀ ਹਾਲ ਆ। ਨਾਲੇ ਵਿਦੇਸ਼ਾਂ ਸਾਰੇ ਇੱਕੋ ਹੀ ਆ, ਤੁਸੀਂ ਨੋਟ ਕੀਤੀ ਉੱਥੇ ਗੱਲ? ਉੱਥੇ ਪਲੰਬਰ, ਉੱਥੇ ਤਾਂ ਮਾੜੇ ਮੋਟੇ ਘਰ ਦੇ ਕੰਮ, ਟੈਲਾਂ ਸ਼ੇਲਾਂ ਲਾਉਣ ਵਾਲਾ ਬੰਦਾ ਆਪਣੇ ਘਰ ਆਪੇ ਕੰਮ ਕਰਦਾ। ਉੱਥੇ ਪਤਾ ਵਾ ਕਿ ਜਦੋਂ ਮੈਂ 2 ਘੰਟੇ ਲਈ ਸੱਦਿਆ ਤਾਂ ਅਗਲੇ ਨੇ ਮੇਰੇ ਕੋਲ ਕਿੰਨੇ ਡਾਲਰ ਲੈ ਜਾਣੇ ਆ। ਉਹ ਇੱਥੇ ਬੰਦਾ ਕਈ ਵਾਰੀ ਨਖਰੇ ਕਰਦਾ ਵੀ ਮੈਨੂੰ ਆਹ ਵੀ ਨਹੀਂ ਆਉਂਦਾ, ਮੈਨੂੰ ਆਹ ਵੀ ਨਹੀਂ ਆਉਂਦਾ। ਉੱਥੇ ਸਭ ਗੰਢੇ ਗੁੰਢੇ ਚੀਰਨੇ ਆ ਜਾਂਦੇ ਆ। ਇੱਥੇ ਜਿਹੜਾ ਸਵੇਰੇ ਉੱਠ ਕੇ ਆਉਂਦਾ ਨਾ, ਮੈਨੂੰ ਚਾਹ ਵੀ ਰਜਾਈ 'ਚ ਦਿਓ, ਕਿਉਂ ਜੀ, ਮੈਨੂੰ ਪਾਣੀ ਵੀ ਇੱਥੇ ਦਿਓ। ਉਹਦਾ ਇੱਕ ਫਾਇਦਾ ਤਾਂ ਹੈਗਾ, ਨਿਆਣੇ ਐਂ ਕਾਨੇ ਨੂੰ ਸਿੱਧੇ ਹੋ ਜਾਂਦੇ ਉੱਥੇ, ਕਿਉਂ ਜੀ, ਐਂ ਸਿੱਧੇ ਹੋ ਜਾਂਦੇ। ਜਿਹੜੇ ਇੱਥੇ ਨੁਕਸ ਕਰਦੇ ਨਾ, ਮੈਨੂੰ ਤੱਤੀ ਦੇ, ਮੈਨੂੰ ਠੰਡੀ ਦੇ, ਉੱਥੇ ਕੋਈ ਕਹਿਣਾ ਕਿੱਥੇ, ਉਹਨੂੰ ਕਿਹਨੂੰ ਕਹਿਣਾ, ਮਾਂ ਨੂੰ ਕਹਿਣਾ। ਉੱਥੇ ਸਗੋਂ ਉੱਥੇ ਸਿਆਣੇ ਬੜੇ ਹੋ ਜਾਂਦੇ, ਮੁੜ ਕੇ ਐਂ ਸੂਝਵਾਨ ਬਣ ਜਾਂਦੇ, ਐਂ ਫਿਰ ਸਿੱਧੇ ਹੋ ਜਾਂਦੇ ਆ ਕੰਮ ਕਰਦੇ। ਅਤੇ ਘਰਾਂ 'ਚ ਵੀ ਇੱਦਾਂ ਨਿਆਣਿਆਂ ਨੂੰ ਕਿਹਾ ਕਰੋ ਵੀ ਪੁੱਤ ਜਦੋਂ ਤੂੰ ਆਇਆ ਆਪਣੀ ਵਰਦੀ ਸਕੂਲੋਂ ਆਣ ਕੇ ਆਪੇ ਕਿੱਲੀ 'ਤੇ ਟੰਗ। ਅਤੇ ਕਈ ਮਾਵਾਂ ਵੇਖੀਆਂ ਨਿਆਣੇ ਆਣ ਕੇ ਭੁਆਂ ਕੇ ਵਰਦੀ, ਮਾਵਾਂ ਖਲਾਰਾ ਉਹਨਾਂ ਦੇ ਸਾਂਭਦੀਆਂ ਰਹਿੰਦੀਆਂ ਸਾਰੀ ਦਿਹਾੜੀ। ਅਤੇ ਜਿੰਨਾ ਟਾਈਮ ਤੁਸੀਂ ਖਲਾਰਾ ਸਾਂਭਣ 'ਤੇ ਲਾਇਆ, ਇੰਨਾ ਟਾਈਮ ਸਮਝਾਉਣ 'ਤੇ ਲਾ ਦਿਓ, ਤੁਹਾਨੂੰ ਉਹਨਾਂ ਦਾ ਖਲਾਰਾ ਸਾਂਭਣ ਦੀ ਲੋੜ ਪੈਣੀ ਨਹੀਂ। ਪਰ ਬੀਬੀ ਸਮਝਾਵੇ ਕਿਹੜੇ ਵੇਲੇ? ਬੋਲੋ ਜੀ। ਕਿਉਂਕਿ ਸਾਡੇ ਕੋਲ ਸਮਝਾਉਣ ਦਾ ਟਾਈਮ ਹੈ ਹੀ ਨਹੀਂ। ਅਤੇ ਜੇ ਕਿਤੇ ਪਿੱਛੋਂ ਦਾਦੀ ਬੋਲ ਵੀ ਪਵੇ, ਉਹਨੂੰ ਚੁੱਪ ਕਰਾ ਦਿੰਦੀਆਂ ਦਬਕਾ ਮਾਰ ਕੇ ਵੀ ਚੱਲ ਤੈਨੂੰ ਬੜਾ ਪਤਾ, ਤੁਹਾਡਾ ਜ਼ਮਾਨਾ ਹੋਰ ਸੀ, ਸਾਡਾ ਜ਼ਮਾਨਾ ਹੋਰ ਵਾ। ਵੀ ਉਹਨੂੰ ਬੋਲ, ਜੇ ਤੁਹਾਨੂੰ ਨਹੀਂ ਬੋਲਣਾ ਆਉਂਦਾ ਤਾਂ ਦਾਦੀ ਵਿਚਾਰੀ ਨੂੰ ਬੋਲ ਲੈਣ ਦਿਓ।
ਉਹਨੂੰ ਸਮਝਾ ਲੈਣ ਦੇ ਵੀ ਪੁੱਤ ਇੱਦਾਂ ਨਹੀਂ, ਇੱਦਾਂ ਕਰੀਦਾ, ਸਾਡਾ ਫਾਇਦਾ ਹੋ ਜੂ। ਜੇ ਸਾਰੇ ਘਰ ਦੇ ਕੰਮ ਕੱਲੇ ਕੱਲੇ, ਕਈਆਂ ਘਰਾਂ ਦੇ ਮੈਂ ਬੰਦੇ ਵੇਖੇ ਜੇ ਚਾਹ ਪੀਤੀ ਨਾ ਆਪੇ ਹੀ ਆਪਣਾ ਗਲਾਸ ਰਸੋਈ 'ਚ ਲੈ ਆਉਣਾ ਉਹਨਾਂ ਨੇ, ਅਤੇ ਕਈਆਂ ਦਾ ਐਡਾ ਕੰਮ ਭੈੜਾ ਹੁੰਦਾ, ਨਾਲੇ ਚਾਹ ਪੀ ਕੇ ਨਾ ਨਾਲ ਹੀ ਗਲਾਸ ਦੇ ਲਾਗੇ ਥੱਲੇ ਗਲਾਸ ਉਹਦੇ ਨਾਲ ਮੰਜੇ ਦੇ ਨਾਲ ਹੀ ਰੱਖ ਦੇਣਾ ਵੀ ਆਪੇ ਘਰ ਦੇ ਲੱਭਦੇ ਫਿਰਨਗੇ ਟਾਰਚਾਂ ਮਾਰ ਮਾਰ ਕੇ। ਅਤੇ ਇਹੋ ਜਿਹੇ ਬੰਦੇ ਗੁਰਦੁਆਰੇ ਫਿਰ ਜਦੋਂ ਆਉਣਗੇ ਨਾ, ਮਹਾਰਾਜ ਦੇ ਸਰੂਪ ਅੱਗੇ ਸਭ ਤੋਂ ਵੱਧ ਝਾੜੂ ਫੇਰਨ ਦਾ ਨਾਟਕ ਕਰਦੇ। ਕੋਈ ਕੈਮਰਾ ਲੱਗਾ ਹੁੰਦਾ ਨਾ ਉੱਥੇ, ਫੋਟੋ ਲੱਗਣੀ ਵੀ ਕੁੜਮਾਂ ਨੂੰ ਪਤਾ ਲੱਗ ਜਾਏ ਵੀ ਇਹ ਝਾੜੂ ਵੀ ਫੇਰਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਔਰ ਉੱਥੇ ਕੰਮ ਕਰੋ ਜਿੱਥੇ ਤੁਹਾਨੂੰ ਕੋਈ ਨਹੀਂ ਵੇਂਦਾ, ਉੱਥੇ ਵੀ ਚੰਗੇ ਕੰਮ ਕਰੋ, ਉਹਦੇ ਨਾਲ ਸਾਨੂੰ ਫਾਇਦਾ ਹੋ ਜੂ, ਸਾਡਾ ਨੁਕਸਾਨ ਨਹੀਂ ਹੋਏਗਾ। ਸਿਆਣੇ ਬਣ ਜਾਈਏ, ਗੁਰੂ ਬਖਸ਼ਿਸ਼ ਕਰੇ ਅਸੀਂ ਗੁਰੂ ਦੀ ਵਿਚਾਰ ਦੇ ਪਾਤਰ ਬਣ ਕੇ ਆਪਣੀ ਜ਼ਿੰਦਗੀ ਨੂੰ ਚੜ੍ਹਦੀ ਕਲਾ। ਇਤਿਹਾਸ ਤੁਸੀਂ ਹਰ ਸਾਲ ਸੁਣਦੇ ਹੋ, ਮੈਂ ਇੱਕੋ ਗੱਲ ਕਹੀ ਸੀ ਵੀ ਸਾਨੂੰ ਉਹਨਾਂ ਸਾਹਿਬਜ਼ਾਦਿਆਂ ਵਰਗੀ ਦ੍ਰਿੜਤਾ, ਭਰੋਸਾ, ਵਿਸ਼ਵਾਸ, ਨਿਡਰਤਾ ਜਿੱਦਾਂ ਉਹਨਾਂ ਨੇ ਆਪਣੀ ਪਾਲਣਾ ਪੋਸ਼ਣਾ ਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦਿਆਂ ਦੀ ਕੀਤੀ, ਜਿੱਦਾਂ ਉਹ ਚੜ੍ਹਦੀ ਕਲਾ 'ਚ ਰਹੇ ਅਖੀਰ ਤੱਕ, ਇੱਦਾਂ ਅਸੀਂ ਆਪਣੇ ਬੱਚਿਆਂ ਨੂੰ ਪਾਲੀਏ, ਆਪਣੇ ਵੀ ਹੌਸਲੇ ਬੁਲੰਦ ਰੱਖੀਏ। ਫਸਲ ਥੋੜ੍ਹੀ ਜਿਹੀ ਘੱਟ ਹੋ ਗਈ ਆ, ਉਦੋਂ ਵੀ ਚੜ੍ਹਦੀ ਕਲਾ 'ਚ ਰਹੀਏ। ਥੋੜ੍ਹੀ ਜਿਹੀ ਵੱਧ ਹੋ ਗਈ ਆ ਅਤੇ ਕਹੀਏ ਦਾਤਾ ਤੂੰ ਐਰਕੀ ਮੇਰੇ ਕੋਲ ਮਿਹਨਤ ਵੱਧ ਕਰਾਈ ਆ, ਮੈਂ ਮਿਹਨਤ ਵੱਧ ਕੀਤੀ ਆ। ਜੇ ਦੁੱਧ ਮਾੜਾ ਮੱਝ ਵੱਧ ਦੇ ਆਈ ਆ ਤਾਂ ਕਹੋ ਕੱਲ੍ਹ ਪੱਠੇ ਵਧੀਆ ਪਾਏ ਤਾਂ ਵੱਧ ਦਿੱਤੇ ਆ, ਅੱਜ ਘੱਟ ਦਿੱਤੇ ਆ। ਐਵੇਂ ਨਾ ਕੰਮ ਇਹਦੇ ਗੱਲ ਪਈ ਜਾਓ ਵੀ ਤੇਰਾ ਬੇੜਾ ਕਰਕੇ ਜੇ ਤੂੰ ਮੱਝ ਬਾਹਰ ਬਣ ਛੱਡੀ ਆ। ਇੱਦਾਂ ਵੀ ਕਈ ਵਾਰੀ ਹੁੰਦਾ ਸਾਡੇ ਲੋਕ, ਜੇ ਮਾੜਾ ਨੁਕਸਾਨ ਹੋ ਜਾਏ ਨਾ ਦੂਜੇ ਦੇ ਗਲ ਪੈ ਜਾਂਦੇ। ਨਹੀਂ ਭਾਈ, ਨਫਾ ਨੁਕਸਾਨ ਦੋਵੇਂ ਜ਼ਰੋ। ਜੇ ਨਫੇ ਵੇਲੇ ਖੁਸ਼ ਜੇ ਨਾ ਅਤੇ ਨੁਕਸਾਨ ਵੇਲੇ ਪ੍ਰਪੇਅਰ ਰਹੋ ਵੀ ਇੱਦਾਂ ਵੀ ਹੋ ਸਕਦਾ ਹੈ। ਮੰਨ ਲਓ ਤੁਹਾਡਾ ਪੁੱਤ ਧੀ ਕਿਤੇ ਗੱਡੀ ਮਾੜੀ ਜਿਹੀ ਮਾਰ ਲਿਆਇਆ, ਉਹਦੇ ਕੋਲ ਕੋਈ ਝਰੀਟ ਪੈ ਗਈ ਆ, ਅਤੇ ਗੁੱਸੇ 'ਚ ਨਾ ਆਓ। ਪਤਾ ਕਿਉਂ? ਇੱਕ ਵਾਰੀ ਤੁਸੀਂ ਦਬਕਾ ਲੈ ਕੇ ਪੈ ਗਏ ਨਾ, ਦੁਬਾਰਾ ਵੱਡੇ ਤੋਂ ਵੱਡਾ ਨੁਕਸਾਨ ਹੋ ਗਿਆ, ਉਹਨੂੰ ਤੁਹਾਨੂੰ ਘਰ ਆਣ ਕੇ ਦੱਸਣਾ ਨਹੀਂ। ਫਿਰ ਉਹਨੇ ਤੁਹਾਨੂੰ ਦੱਸਣਾ ਨਹੀਂ। ਇੱਦਾਂ ਕਹੋ ਪੁੱਤ ਨੁਕਸਾਨ ਹੋ ਗਿਆ, ਕੋਈ ਗੱਲ ਨਹੀਂ, ਆਪਾਂ ਇਹਨੂੰ ਠੀਕ ਕਰਦੇ ਹਾਂ, ਪਰ ਗੱਡੀ ਧਿਆਨ ਨਾਲ ਚਲਾਉਣੀ ਆ। ਫਿਰ ਕੋਈ ਵੀ ਫੈਸਲਾ ਲੈਣ ਲੱਗਿਆ ਬਾਪ ਦੇ ਨਾਲ ਬੱਚਾ ਸਲਾਹ ਕਰੂ ਕਿ ਮੇਰਾ ਡੈਡੀ ਮੇਰੇ ਨਾਲ ਪਿਆਰ ਵੀ ਕਰਦਾ, ਚੀਜ਼ਾਂ ਪਿਆਰੀਆਂ ਨਹੀਂ ਉਹਨੂੰ ਪੁੱਤ ਪਿਆਰਾ ਵਾ। ਅਤੇ ਸਾਡੇ ਲੋਕ ਕਈ ਵਾਰੀ ਨਿੱਕੀ ਨਿੱਕੀ ਗੱਲ 'ਤੇ ਇਹੋ ਜਿਹੇ ਕਰੋ। ਕਈਆਂ ਨੇ ਆਪਣੇ ਬੱਚੇ ਮਾਰਨੇ ਇਹਨਾਂ ਗੱਲਾਂ 'ਚ, ਚੀਜ਼ਾਂ ਨਾਲ ਪਿਆਰ ਕਰਦੇ ਕਰਦੇ ਆਪਣਾ ਨੁਕਸਾਨ ਕਰਾ ਕੇ ਬਹਿ ਗਏ। ਅਸੀਂ ਪਾਲੋ ਬੱਚਿਆਂ ਨੂੰ, ਸੰਸਕਾਰ ਦਿਓ, ਪਰ ਦ੍ਰਿੜਤਾ, ਭਰੋਸਾ, ਵਿਸ਼ਵਾਸ, ਚੜ੍ਹਦੀ ਕਲਾ ਵਾਲਾ ਰੱਖੋ। ਸਾਰਿਆਂ ਦਾ ਧੰਨਵਾਦ। ਕੋ ਬਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਤੋ ਸਾਧ ਸੰਗਤ ਜੀ, ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਕੱਲ੍ਹ ਦੇ ਦੀਵਾਨ 'ਚ ਆਪਾਂ ਫਿਰ ਇਸੇ ਤਰ੍ਹਾਂ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਅਸੀਂ ਥੋੜ੍ਹਾ ਜਿਹਾ ਪਹਿਲਾਂ ਜਾਣਾ ਭਾਈ ਅਵਤਾਰ ਸਿੰਘ ਜੀ, ਕਿਉਂਕਿ ਉਹਦੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਵੀਰ ਆ ਨਾ, ਇਹ ਹਸਨਪੁਰ, ਅਸੀਂ ਉਹਨਾਂ ਨੂੰ ਜਾ ਕੇ ਮਿਲਣਾ, ਟਾਈਮ ਦਿੱਤਾ ਹੋਇਆ। ਕੱਲ੍ਹ ਅਸੀਂ ਸਮਾਪਤੀ ਤੋਂ ਬਾਅਦ ਜਾਵਾਂਗੇ। ਸਾਡੀ ਇੰਨੀ ਕੁ ਸੇਵਾ ਪ੍ਰਵਾਨ ਕਰਿਓ ਅਤੇ ਗੁਰੂ ਕਿਰਪਾ ਕਰੇ ਤੁਸੀਂ ਭਾਈ ਸਾਹਿਬ ਜੀ ਆਨੰਦ ਸਾਹਿਬ ਦੀ ਅੱਜ ਸੇਵਾ ਕਰ ਦਿਓ, ਕਿਉਂਕਿ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਹੋਇਆ ਅਤੇ ਅਸੀਂ ਉਹਨਾਂ ਨੂੰ ਜਾ ਕੇ ਮਿਲਣਾ ਵਾ। ਅਤੇ ਕੱਲ੍ਹ ਨੂੰ ਆਪਾਂ ਫਿਰ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਕਿ 1:30 ਵਜੇ ਆਪਾਂ ਵਿਚਾਰਾਂ ਸ਼ੁਰੂ ਕਰਾਂਗੇ। ਤੁਸੀਂ ਮੇਰੇ ਖਿਆਲ 'ਚ 1 ਵਜੇ ਸਾਰੇ ਗੁਰਦੁਆਰਾ ਸਾਹਿਬ ਪਹੁੰਚ ਜਾਓ, ਕਿਉਂਕਿ ਪਹਿਲਾਂ ਭਾਈ ਸਾਹਿਬ ਹੁਣ ਕੀਰਤਨ ਕਰਦੇ ਆ। ਇੱਦਾਂ ਹੀ ਆਪਾਂ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ, ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।